ਸੈਵਨ 70 ਦੇ ਸਾਰੇ ਹੀ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਤੁਹਾਡਾ ਨਵਾਂ ਦੋਸਤ ਤੇ ਨਵਾਂ ਹੋਸਟ ਰੁਪਿੰਦਰ ਹੇਰ। ਰੇਡੀਓ ਪ੍ਰੋਗਰਾਮ ਜ਼ਿੰਦਾਬਾਦ ਲੈ ਕੇ ਹਾਜ਼ਰ ਹਾਂ ਹਰ ਸੰਡੇ ਨੂੰ ਦੁਪਹਿਰੇ 1 ਤੋਂ 2। ਇਸ ਪ੍ਰੋਗਰਾਮ ਵਿੱਚ ਗੱਲਾਂ ਹੋਣਗੀਆਂ ਤੁਹਾਡੀਆਂ, ਤੁਹਾਡੇ ਨਾਲ ਤੇ ਤੁਹਾਡੇ ਵਿਚਾਰ, ਕਮਿਊਨਿਟੀ ਦੀਆਂ ਗੱਲਾਂ, ਕਮਿਊਨਿਟੀ ਦੇ ਇਸ਼ੂਜ਼, ਤੁਹਾਡੇ ਇਸ਼ੂਜ਼, ਰੋਜ਼ ਦੇ ਇਸ਼ੂ, ਜ਼ਿੰਦਾ ਦਿਲੀ ਦੀਆਂ ਗੱਲਾਂ ਮੈਂ ਹਰ ਸੰਡੇ 1 ਤੋਂ 2 ਲੈ ਕੇ ਆਵਾਂਗਾ। ਰੇਡੀਓ ਜ਼ਿੰਦਾਬਾਦ। ਕੁਝ ਚੀਜ਼ਾਂ ਦੀ ਰਾਖੀ ਕਰਨਾ ਬਣਦੀ ਆ, ਲੋੜ ਵੀ ਹੈਗੀ। ਚੰਗਾ ਏਜੰਟ, ਵਧੀਆ ਸਰਵਿਸ, the best rates, up to 80% discounts on car insurance। ਗੱਲ ਕੀ auto, home, life, trucking fleets and non-fleets, disability, group benefits, ਕਿੱਦਾਂ ਦੀ ਵੀ ਕਵਰੇਜ ਲਵੋ। ਆਰਮਰ ਚੇਤੇ ਰੱਖੋ, ਆਰਮਰ ਇੰਸ਼ੋਰੈਂਸ is partners with leading Canadian insurance companies। 24/7 online quotes 2-3 ਮਿੰਟਾਂ ਵਿੱਚ ਲਵੋ। ਆਰਮਰ ਇੰਸ਼ੋਰੈਂਸ ਬ੍ਰੋਕਰਸ 9054525127 905 452 51। ਰੇਡੀਓ ਜ਼ਿੰਦਾਬਾਦ ਦੇ ਸਾਰੇ ਸੁਣਨ ਵਾਲਿਆਂ ਨੂੰ ਤੁਹਾਡੇ ਹੋਸਟ ਤੇ ਦੋਸਤ ਰੁਪਿੰਦਰ ਹੇਰ ਵੱਲੋਂ ਬਹੁਤ ਨਿੱਘੀ ਜੀ ਆਇਆਂ, ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਹਰ ਐਤਵਾਰ ਦੀ ਤਰ੍ਹਾਂ ਅੱਜ ਫੇਰ ਤੁਹਾਡੇ ਨਾਲ ਰੂਬਰੂ ਹੋਏ ਹਾਂ ਔਰ ਅੱਜ ਗੱਲ ਕਰਾਂਗੇ ਸਟੋਰੀ ਬਿਹਾਈਂਡ ਨਿਊਜ਼। ਖਬਰਾਂ ਅਸੀਂ ਸਾਰੇ ਸੁਣਦੇ ਹਾਂ, ਚਾਹੇ ਉਹ ਕੋਵਿਡ ਇੰਡੀਆ ਦੇ ਹਾਲਾਤ ਹੋਣ, ਚਾਹੇ ਉਹ ਫਲਾਈਟਸ ਬੰਦ ਹੋਣ, ਚਾਹੇ ਉਹ ਵੈਕਸੀਨੇਸ਼ਨ ਦੀ ਗੱਲ ਹੋਏ, ਚਾਹੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲਾਸਟ ਮਿੰਟ ਦੀਆਂ ਜਿਹੜੀਆਂ ਬੰਗਾਲ ਦੀਆਂ ਰੈਲੀਜ਼ ਨੇ ਉਹ ਕੈਂਸਲ ਹੋਣ, ਆਕਸੀਜਨ ਦੀ ਕਮੀ, ਆਕਸੀਜਨ ਸਿਲੰਡਰਸ ਦੀ ਕਮੀਆਂ ਕਾਰਨ ਲੋਕ ਜਿਹੜੇ ਇੰਡੀਆ ਦੇ ਵਿੱਚ ਮਰ ਰਹੇ ਨੇ ਉਹਨਾਂ ਦੀ ਗੱਲ ਹੋਏ। ਇਹ ਸਾਰੀਆਂ ਸਾਡੀਆਂ ਖਬਰਾਂ ਨੇ, ਮਗਰ ਇਹਨਾਂ ਦੇ ਪਿੱਛੇ ਰੀਅਲ ਕਹਾਣੀ ਕੀ ਹੈ, ਕੀ ਰੀਜ਼ਨ ਹੈ ਕਿ ਇਹ ਸਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਹੈ। ਕੀ ਰੀਜ਼ਨ ਹੈ ਕਿ ਅਸੀਂ ਫਲਾਈਟਸ ਜਿਹੜੀਆਂ ਨੇ ਬੰਦ ਕੀਤੀਆਂ ਨੇ, ਕੀ ਰੀਜ਼ਨ ਹੈ ਕਿ ਕੈਨੇਡਾ ਹਮੇਸ਼ਾ ਇੰਡੀਆ ਤੋਂ ਆਉਣ ਵਾਲੀਆਂ ਫਲਾਈਟਸ ਜਿਹੜੀਆਂ ਉਹਨਾਂ ਨੂੰ ਉਹਨੇ ਬੰਦ ਕੀਤਾ ਹੈ, ਮਗਰ ਅਗਰ ਤੁਸੀਂ ਇਨਡਾਇਰੈਕਟ ਫਲਾਈਟ ਥਾਣੀ ਆਉਂਦੇ ਹੋ ਤਾਂ ਤੁਸੀਂ ਆ ਸਕਦੇ ਹੋ। ਕੀ ਐਸੇ ਕੁਐਸਚਨ ਨੇ ਕਿ ਇੰਡੀਆ ਦੇ ਵਿੱਚ ਜੋ ਕੋਵਿਡ ਟੈਸਟ ਰਿਪੋਰਟਸ ਮਿਲਦੀਆਂ ਨੇ ਉਹਨਾਂ ਦੇ ਉੱਤੇ ਭਰੋਸਾ ਨਹੀਂ ਹੈ? ਕੀ ਐਸਾ ਕਾਰਨ ਹੈ ਕਿ ਹਰ ਵਾਰੀ ਬੇਸ਼ੱਕ ਐਸਟ੍ਰਾਜ਼ੈਨੇਕਾ ਇੰਡੀਆ ਨੇ ਪ੍ਰੋਵਾਈਡ ਕੀਤੀ ਔਰ ਸਾਰੇ ਦੇਸ਼ਾਂ ਨੂੰ, ਬ੍ਰਾਜ਼ੀਲ, ਨੇਪਾਲ, ਆਲੇ ਦੁਆਲੇ ਨੂੰ ਫ੍ਰੀ 'ਚ ਵੀ ਵੰਡੀਆਂ, ਮਗਰ ਇਸ ਵੇਲੇ ਇੰਡੀਆ ਦੇ ਵਿੱਚ ਆਪਣੀ ਵੈਕਸੀਨੇਸ਼ਨ ਦਾ ਪ੍ਰੋਸੈਸ ਜਿਹੜਾ ਆ ਉਹ ਬਹੁਤ ਘੱਟ ਗਿਆ? ਕੀ ਵਜ੍ਹਾ ਹੈ? ਇਹਨਾਂ ਸਾਰੀਆਂ ਮੁੱਦਿਆਂ ਦੇ ਉੱਤੇ ਰੀਅਲ ਕਹਾਣੀ ਕੀ ਹੈ ਇਹਨਾਂ ਸਾਰੀਆਂ ਖਬਰਾਂ ਪਿੱਛੇ, ਉਹਦੀ ਗੱਲ ਜ਼ਰੂਰ ਕਰਾਂਗੇ। ਨਾਲ ਹੀ ਤੁਹਾਡੇ ਵਿਚਾਰ ਜਿਹੜੇ ਨੇ ਔਨ ਏਅਰ ਕੀਤੇ ਜਾਣਗੇ। ਅਗਰ ਕਿਸੇ ਵੀ ਮੁੱਦੇ ਉੱਤੇ ਤੁਹਾਡੇ ਕੋਈ ਆਪਣੇ ਵਿਚਾਰ ਨੇ, ਤੁਸੀਂ ਸਾਡੇ ਸਟੂਡੀਓ ਦੇ ਨੰਬਰ 416 620 1778 4166201778 ਦੇ ਉੱਤੇ ਕਾਲ ਕਰਕੇ ਆਪਣੇ ਵਿਚਾਰ ਜਿਹੜੇ ਨੇ ਉਹ ਦੇ ਸਕਦੇ ਹੋ। ਤੁਹਾਡੇ ਵਿਚਾਰ ਜਿਹੜੇ ਆ ਔਨ ਏਅਰ ਕੀਤੇ ਜਾਣਗੇ। ਔਰ ਨਾਲ ਹੀ ਅਗਰ ਕੋਈ ਕਿਸੇ ਨੇ ਆਪਣੇ ਪਸੰਦ ਦਾ ਕੋਈ ਗੀਤ ਸੁਣਨਾ ਹੋਏ, ਕਿਸੇ ਨੂੰ ਡੈਡੀਕੇਟ ਕਰਨਾ ਹੋਏ, ਸਾਡੇ ਕੋਲ ਬਹੁਤ ਸਾਰੀਆਂ ਰਿਕੁਐਸਟ ਮੇਰੇ ਕੋਲ ਆਉਂਦੀਆਂ ਨੇ ਔਰ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹ ਰਿਕੁਐਸਟ ਜਿਹੜੀਆਂ ਨੇ ਸਮੇਂ ਦੇ ਇਜਾਜ਼ਤ ਦੇ ਹਿਸਾਬ ਨਾਲ ਉਹ ਪੂਰੀਆਂ ਕੀਤੀਆਂ ਜਾਣ। ਅਤੇ ਤੁਸੀਂ ਸਾਨੂੰ ਇਨਬਾਕਸ ਕਰਕੇ ਜ਼ਰੂਰ ਆਪਣੇ ਜਿਹੜੀ ਫਰਮਾਇਸ਼ ਹੋਏ ਕੋਈ ਉਹ ਵੀ ਦੇ ਸਕਦੇ ਹੋ। ਇਸ ਪ੍ਰੋਗਰਾਮ 'ਚ ਨਹੀਂ ਤੇ ਅਗਲੇ ਪ੍ਰੋਗਰਾਮ 'ਚ ਅਸੀਂ ਜ਼ਰੂਰ ਇਨਕਲੂਡ ਕਰਦੇ ਹਾਂ। ਰੇਡੀਓ ਜ਼ਿੰਦਾਬਾਦ ਉੱਤੇ ਸਾਡੇ ਨਾਲ ਸਾਡੀਆਂ ਕਰੰਟ ਨਿਊਜ਼ ਉੱਤੇ ਗੱਲਬਾਤ ਕਰਨ ਨੂੰ, ਆਪਣੇ ਵਿਚਾਰ ਦੇਣ ਨੂੰ ਸਾਡੇ ਮਹਿਮਾਨ ਵੀ ਸਾਡੇ ਨਾਲ ਸਟੂਡੀਓ 'ਚ ਨੇ। ਹਰਕੀਰਤ ਜੀ ਇੱਕ ਲਾਇਰ ਨੇ ਪੇਸ਼ੇ ਵੱਲੋਂ ਔਰ ਹਾਈ ਕੋਰਟ ਪੰਜਾਬ ਐਂਡ ਹਰਿਆਣਾ ਵਿੱਚ ਵੀ ਉਹਨਾਂ ਨੇ ਪ੍ਰੈਕਟਿਸ ਕੀਤੀ ਹੈ, ਹੁਣ ਕੈਨੇਡਾ ਵਿੱਚ ਵੀ ਇੱਕ ਐਜ਼ ਅ ਵਕੀਲ, ਐਜ਼ ਅ ਲਾਇਰ ਪ੍ਰੈਕਟਿਸ ਕਰ ਰਹੇ ਨੇ। ਹਰਕੀਰਤ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਰੇਡੀਓ ਜ਼ਿੰਦਾਬਾਦ 'ਤੇ। ਥੈਂਕ ਯੂ ਰੁਪਿੰਦਰ ਜੀ। ਰੇਡੀਓ ਜ਼ਿੰਦਾਬਾਦ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਰਕੀਰਤ ਜੀ, ਗੱਲ ਅਸੀਂ ਕਰ ਰਹੇ ਹਾਂ ਕਿ ਕੋਵਿਡ-19 ਨੇ ਇਸ ਵੇਲੇ ਜਿਹੜੀ ਆ ਤਰਾਹੀ ਮਚਾਈ ਹੋਈ ਹੈ, ਜਿੱਥੇ ਅਸੀਂ ਗੱਲ ਕੀਤੀ ਜਾਏ, ਕਿਉਂਕਿ ਅਸੀਂ ਸਾਰੇ ਇੰਡੋ ਕਨੇਡੀਅਨ ਜਿਹੜੇ ਨੇ ਕਿਤੇ ਨਾ ਕਿਤੇ ਸਾਡੀਆਂ ਪਰਿਵਾਰ, ਤੁਹਾਡੇ ਵੀ ਪਰਿਵਾਰ ਚੰਡੀਗੜ੍ਹ 'ਚ ਨੇ, ਫੈਮਿਲੀ ਸਾਡੀਆਂ ਜਿਹੜੀਆਂ ਨੇ ਉਹ ਪੰਜਾਬ ਦੇ ਵਿੱਚ ਹੈ। ਇਸ ਵੇਲੇ ਸਾਰਿਆਂ ਦੀ ਜਿਹੜੀ ਚਿੰਤਾ ਹੈ, ਕਿਉਂਕਿ ਇੰਨੀ ਖਬਰ ਮਿਲ ਰਹੀ ਹੈ ਕਿ ਸ਼ਾਇਦ ਹੀ ਕੋਈ ਫੈਮਿਲੀ ਐਸੀ ਬਚੀ ਹੈ ਜਿਹਨੂੰ ਕੋਵਿਡ ਜਿਹੜਾ ਆ ਇੰਡੀਆ ਵਿੱਚ ਨਹੀਂ ਹੋ ਰਿਹਾ। ਔਰ ਇੰਡੀਅਨ ਵੇਰੀਐਂਟ ਜਿਹੜਾ ਹੁਣ ਆਇਆ B1617 ਇਹ ਕਾਫੀ ਘਾਤਕ ਵੀ ਮੰਨਿਆ ਜਾ ਰਿਹਾ। ਔਰ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਕਿਉਂਕਿ ਉੱਥੇ
ਇਹਨਾਂ ਪੇਸ਼ੈਂਟਸ ਲਈ ਆਕਸੀਜਨ ਸਿਲੰਡਰਸ ਨਹੀਂ ਨੇ। ਹਸਪੀਟਲ ਜਿਹੜੇ ਨੇ ਉਹ ਜੇ ਨਿਊਜ਼ ਦੀ ਗੱਲ ਕੀਤੀ ਜਾਏ ਤਾਂ ਐਕਚੁਅਲੀ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਹਸਪੀਟਲ ਨੇ, ਮੈਡੀਕਲ ਸਿਸਟਮ ਜਿਹੜਾ ਇੰਡੀਆ ਵਿੱਚ ਪੂਰੀ ਤਰ੍ਹਾਂ ਕ੍ਰੈਸ਼ ਕਰ ਚੁੱਕਿਆ। ਓਕੇ, ਇਹ ਰਿਐਲਿਟੀ ਦੇ ਵਿੱਚ ਮੰਨਣ ਨੂੰ ਗੱਲ ਨਹੀਂ ਆਉਂਦੀ, ਮਗਰ ਕੁਛ ਡਾਕਟਰਸ ਨਾਲ ਜਿਨ੍ਹਾਂ ਨੂੰ ਅਸੀਂ ਜਾਣਦੇ ਹਾਂ, ਸ਼ਾਇਦ ਤੁਸੀਂ ਵੀ ਜਿਨ੍ਹਾਂ ਲੋਕਾਂ ਨੂੰ ਜਾਣਦੇ ਹੋ, ਜੋ ਤੁਸੀਂ ਗੱਲ ਕਰਦੇ ਹੋ, ਡਾਕਟਰਸ ਜਿਹੜੇ ਨੇ ਉਹ ਕਨਫਰਮ ਕਰਦੇ ਆ ਕਿ ਵਾਕਈ ਹਾਲਾਤ ਜਿਹੜੇ ਨੇ ਬੜੇ ਬੁਰੇ ਹੋ ਚੁੱਕੇ ਆ। ਅਤੇ ਇੱਥੇ ਅਸੀਂ ਗੱਲ ਜਿਹੜੀ ਕਰਨੀ ਆ ਉਹ ਇਹ ਕਰਨੀ ਹੈ ਕਿ ਵੇਖੋ, ਜਨਵਰੀ ਦੇ ਵਿੱਚ ਦਾਵੋਸ ਵਿੱਚ ਵਰਲਡ ਇਕਨੋਮਿਕ ਫੋਰਮ ਹੋਇਆ। ਉੱਥੇ ਇੰਡੀਆ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਬੜੇ ਕਲੀਅਰਲੀ ਇੱਕ ਤਰ੍ਹਾਂ ਡਿਕਲੇਅਰ ਕੀਤਾ ਕਿ ਵੇਖੋ ਜੀ, ਇੰਡੀਆ ਨੇ ਆਤਮ ਨਿਰਭਰ ਇੰਡੀਆ ਕਰਕੇ ਅਸੀਂ ਜੀ ਕੋਵਿਡ ਉੱਤੇ ਜਿੱਤ ਪਾ ਲਈ ਹੈ, ਅਸੀਂ ਕੋਵਿਡ ਨੂੰ ਖ਼ਤਮ ਕਰਤਾ। ਉੱਥੇ ਅਸੀਂ ਇੰਨੀ ਮੈਡੀਸਨ ਜਿਹੜੀ ਆ ਅਸੀਂ ਪ੍ਰੋਡਿਊਸ ਕਰ ਰਹੇ ਹਾਂ, ਉਹ ਮੈਨੂਫੈਕਚਰ ਹੋ ਰਹੀ ਆ, ਅਸੀਂ ਬਾਹਰਲੇ ਦੇਸ਼ਾਂ ਨੂੰ ਵੀ ਦੇ ਰਹੇ ਹਾਂ। ਮਗਰ 2 ਮਹੀਨੇ ਦੇ ਅੰਦਰ ਹੀ ਸਾਰਾ ਜਿਹੜਾ ਪਾਸਾ ਆਇਆ ਸਾਰਾ ਉਹ ਉਲਟਾ ਪੈ ਗਿਆ। ਬਿਲਕੁਲ ਜੀ, ਠੀਕ ਹੈ। ਅਤੇ ਤੁਸੀਂ ਇਹਦੇ ਬਾਰੇ ਕੀ ਗੱਲ ਕਰੋਗੇ ਕਿ ਕਿੱਥੇ ਗਲਤੀ ਕੀਤੀ ਹੈ ਜਿੱਥੇ ਇੰਡੀਆ ਨੇ ਕੀ ਉਹਨਾਂ ਦੇ ਪਲੈਨਰਸ ਜਾਂ ਸਲਾਹਕਾਰ ਜਿਹੜੇ ਨੇ ਕਿਤੇ ਮਾਰ ਖਾ ਚੁੱਕੇ ਆ? ਕਿਉਂਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਦੀਆਂ ਅਗਰ ਪਿਛਲੇ ਸਾਲ ਦੀਆਂ ਰਿਪੋਰਟਸ ਵੇਖੀਆਂ ਜਾਣ ਤਾਂ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਇੰਡੀਆ ਨੂੰ ਚੇਤਾਵਨੀ ਦਿੱਤੀ ਸੀ। ਬਿਲਕੁਲ ਜੀ, ਕਿ ਸਭ ਤੋਂ ਜ਼ਿਆਦਾ ਅਗਰ ਉਹਨਾਂ ਨੂੰ ਚਿੰਤਾ ਹੈ ਚਾਈਨਾ ਤੋਂ ਬਾਅਦ ਤੇ ਉਹ ਇੰਡੀਆ ਦੀ ਹੈ, ਕਿਉਂਕਿ ਉੱਥੇ ਪਾਪੂਲੇਸ਼ਨ ਬਹੁਤ ਹੈ। ਅਤੇ ਉੱਥੇ ਅਗਰ ਜਿਹੜੀ ਆ ਕੋਵਿਡ ਦੀ ਸੁਨਾਮੀ ਆਈ ਅਤੇ ਇੰਡੀਆ ਜਿਹੜਾ ਆ ਸ਼ਾਇਦ ਉਹਨੂੰ ਟੈਕਲ ਨਾ ਕਰ ਸਕੇ। ਅਤੇ ਤੁਹਾਡੇ ਕੀ ਵਿਚਾਰ ਨੇ ਕਿ ਵੀ ਕਿਤੇ ਨਾ ਕਿਤੇ ਪਲੈਨਰ ਜਿਹੜੇ ਨੇ ਜਾਂ ਸਲਾਹਕਾਰ ਨੇ ਜਿਹੜੇ ਸਰਕਾਰ ਦੇ, ਉਹ ਫੇਲ ਹੋਏ? ਬਿਲਕੁਲ ਹੋਏ ਨੇ ਜੀ। ਜੋ ਅੱਜ ਦੀ ਡੇਟ 'ਚ ਸਿਚੁਏਸ਼ਨ ਹੈ ਉਹ ਬਹੁਤ ਹੀ ਚਿੰਤਾਜਨਕ ਬਣੀ ਹੋਈ ਹੈ। ਅਸੀਂ ਜਦੋਂ ਵੀ ਗੱਲ ਕਰਦੇ ਹਾਂ ਇੰਡੀਆ ਜਾਂ ਆਪਣੇ ਫਰੈਂਡਸ ਨਾਲ ਗੱਲ ਕਰਦੇ ਹਾਂ ਜਾਂ ਫੈਮਿਲੀ ਮੈਂਬਰਸ ਨਾਲ ਗੱਲ ਕਰਦੇ ਹਾਂ, ਇੱਕੋ ਹੀ ਟੌਪਿਕ 'ਤੇ ਗੱਲ ਹੋ ਰਹੀ ਹੈ ਜੀ ਅੱਜ ਦੀ ਡੇਟ 'ਚ ਕਿ ਕਰੋਨਾ ਦਾ ਉੱਥੇ ਜਿਹੜਾ ਹੈ, ਕਰੋਨਾ ਕਰਕੇ ਬਹੁਤ ਜ਼ਿਆਦਾ ਉੱਥੇ ਪੈਨਿਕ ਵੀ ਫੈਲਿਆ ਹੋਇਆ ਅਤੇ ਲੋਕਾਂ ਨੂੰ ਡਰ ਦਾ ਮਾਹੌਲ ਬਣਿਆ ਹੋਇਆ ਕਿ ਹਸਪੀਟਲਸ 'ਚ ਪੇਸ਼ੈਂਟ ਐਡਮਿਟ ਨਹੀਂ ਹੋ ਰਹੇ ਨੇ, ਆਕਸੀਜਨ ਮਿਲ ਨਹੀਂ ਰਹੀ ਹੈ। ਹਾਲਾਤ ਇੱਥੋਂ ਤੱਕ ਬਣ ਗਏ ਨੇ ਕਿ ਹਸਪੀਟਲਸ ਨੂੰ ਆਈ ਥਿੰਕ ਪਹਿਲੀ ਵਾਰ ਜਦੋਂ ਦਾ ਇੰਡੀਆ ਇੰਡੀਪੈਂਡੈਂਟ ਹੋਇਆ ਕਿ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ ਕਿ ਬਈ ਸਾਡੇ ਕੋਲ ਸਿਰਫ 2 ਘੰਟੇ ਦੀ ਆਕਸੀਜਨ ਰਹਿ ਗਈ ਹੈ, 1 ਘੰਟੇ ਦੀ ਆਕਸੀਜਨ ਰਹਿ ਗਈ ਹੈ, ਕਿ ਸਾਡੀ ਹੈਲਪ ਕਰੋ। ਸੋ ਮਚ ਸੋ ਕਿ ਜਿਹੜੇ ਦਿੱਲੀ ਹਾਈ ਕੋਰਟ ਦੇ ਡਬਲ ਬੈਂਚ ਦੇ ਜਿਹੜੇ ਜਸਟਿਸ ਸੀਗੇ, ਉਹਨਾਂ ਨੇ ਇਹ ਵੀ ਕਿਹਾ ਕਿ ਸੈਂਟਰ ਨੂੰ ਕਿ ਚਾਹੇ ਤੁਸੀਂ ਯੂ ਬੈਗ, ਯੂ ਬੋਰੋ ਔਰ ਯੂ ਸਟੀਲ, ਕਿ ਜੋ ਵੀ ਕਰੋ ਲੇਕਿਨ ਆਕਸੀਜਨ ਲੋਕਾਂ ਤੱਕ ਪਹੁੰਚਾਓ। ਬਿਕੋਜ਼ ਜਿਹੜਾ ਵਰਲਡ ਹੈਲਥ ਆਰਗੇਨਾਈਜੇਸ਼ਨ ਵੀ ਕਿਹਾ ਜਾਂ ਇੰਡੀਆ ਵੀ ਹੈਲਥ ਐਕਸਪਰਟਸ ਜਿੰਨੇ ਵੀ ਨੇ ਆਲ ਓਵਰ ਵਰਲਡ, ਚਾਹੇ ਇੰਡੀਆ 'ਚ, ਉਹ ਸਾਰਿਆਂ ਨੇ ਕਿਹਾ ਸੀਗਾ ਕਿ ਡਬਲ ਵੇਵ, ਸੈਕਿੰਡ ਵੇਵ ਵੀ ਆਉਣੀ ਹੈ, ਥਰਡ ਵੇਵ ਵੀ ਆਉਣੀ ਹੈ। ਹੁਣ ਕੈਨੇਡਾ 'ਚ ਅਸੀਂ 4th ਵੇਵ ਦੀ ਵੀ ਗੱਲ ਕਰਨ ਲੱਗ ਗਏ ਹਾਂ। ਪਹਿਲਾਂ ਜਦੋਂ ਆਊਟਬ੍ਰੇਕ ਹੋਇਆ, ਇੰਡੀਆ ਨੇ ਬਹੁਤ ਵਧੀਆ ਕੰਮ ਕੀਤਾ ਜੀ। ਲੋਕਡਾਊਨ ਲੱਗਿਆ, ਗਵਰਨਮੈਂਟ ਨੇ ਸਹੀ ਤਰੀਕੇ ਨਾਲ ਉਦੋਂ ਵੈਕਸੀਨ ਵੀ ਬਣਾਈ। ਸੋ ਮਚ ਸੋ ਇੰਡੀਆ ਨੇ, ਮੋਦੀ ਸਾਹਿਬ ਨੇ ਕਿਹਾ ਕਿ ਅਸੀਂ 150 ਕੰਟਰੀਜ਼ ਦੀ ਹੈਲਪ ਕੀਤੀ ਆ ਅਤੇ ਅਸੀਂ ਓਵਰਕਮ ਕਰ ਲਿਆ। ਕਰ ਜ਼ਰੂਰ ਲਿਆ ਸੀਗਾ ਜੀ, ਕੰਟਰੋਲ ਹੋ ਗਿਆ ਸੀ, ਲੇਕਿਨ ਕਿਤੇ ਨਾ ਕਿਤੇ ਸਿਸਟਮ ਦੀ ਇੱਥੇ ਅਣਗਹਿਲੀ ਹੈ। ਚਾਹੇ ਉਹ ਸੈਂਟਰਲ ਗਵਰਨਮੈਂਟ ਹੈ, ਚਾਹੇ ਸਟੇਟ ਗਵਰਨਮੈਂਟ ਹੈ, ਦੋਨਾਂ ਨੇ ਕਿਤੇ ਨਾ ਕਿਤੇ ਜਿਹੜਾ ਸੈਕਿੰਡ ਵੇਵ ਦਾ ਥ੍ਰੈਟ ਸੀਗਾ ਉਹਨੂੰ ਅੰਡਰ ਪਲੇ ਕੀਤਾ। ਅਤੇ ਅਸੀਂ ਦੇਖਿਆ ਕਿ ਇਲੈਕਸ਼ਨਸ 'ਚ ਧਿਆਨ ਜ਼ਿਆਦਾ ਰਿਹਾ ਅਤੇ ਜਿਹੜਾ ਹੁਣ ਉਹਦਾ ਨਤੀਜਾ ਸਾਡੇ ਸਾਹਮਣੇ ਦਿਖ ਰਿਹਾ। ਜਿਵੇਂ ਤੁਸੀਂ ਗੱਲ ਕੀਤੀ ਹੈ ਨਾ ਇਲੈਕਸ਼ਨ ਦੀ, ਮੈਨੂੰ ਲੱਗਦਾ ਕਿ ਚਾਹੇ ਉਹ ਇੰਡੀਆ ਆ ਚਾਹੇ ਕੈਨੇਡਾ ਆ, ਕਿਤੇ ਨਾ ਕਿਤੇ ਲੋਕਾਂ ਦੀ ਜਾਨ ਮਾਲ ਜਿਹੜੀ ਆ ਉਹਦੇ ਨਾਲੋਂ ਜ਼ਿਆਦਾ ਪੋਲੀਟਿਕਸ ਜਿਹੜੀ ਆ ਉਹ ਖੇਡਦੀ ਹੈ। ਬਿਲਕੁਲ। ਜੇ ਹੁਣ ਉੱਥੇ ਵੇਖਿਆ ਜਾਏ ਤੇ ਵੇਖੋ ਜੀ, ਨਿਊਜ਼ ਇਹ ਆਈ ਹੈ ਕਿ ਕੁੰਭ ਦਾ ਮੇਲਾ ਜਿਹੜਾ ਆ ਉਹ ਜੀ ਜੋਤਿਸ਼ ਦੇ ਕਾਰਨ 1 ਸਾਲ ਜਿਹੜਾ ਆ ਪਹਿਲਾਂ ਕਰ ਲਿਆ ਗਿਆ, ਅਗਲੇ ਸਾਲ ਡਿਊ ਸੀਗਾ ਉਹ ਜੀ ਕਿਸੇ ਕਿਉਂਕਿ ਐਸਟ੍ਰੋਲੋਜੀਕਲੀ ਉਹ ਜੀ ਇਸ ਸਾਲ ਜਿਹੜਾ ਮਨਾ ਲਿਆ ਗਿਆ ਯੂਪੀ ਦੇ ਵਿੱਚ। ਅਤੇ ਉੱਥੇ ਸਾਡੇ ਜਿਹੜੇ ਇੰਡੀਆ ਦੇ ਜਿਹੜੇ ਹੋਮ ਮਿਨਿਸਟਰ ਨੇ ਅਮਿਤ ਸ਼ਾਹ ਜੀ, ਉਹ ਵੀ ਉੱਥੇ ਗਏ ਆ ਔਰ ਵਿਖਾਇਆ ਗਿਆ ਕਿ ਸਾਰੇ ਲੋਕ ਬਿਨਾਂ ਮਾਸਕ ਤੋਂ ਇੰਨੀ ਹਜ਼ਾਰਾਂ ਦੀ ਗਿਣਤੀ ਜਿਹੜੀ ਆ ਉੱਥੇ ਇਕੱਠੀ ਹੋਈ ਹੈ। ਬਿਲਕੁਲ। ਔਰ ਜਦ ਕਿ ਜਿਵੇਂ ਅਸੀਂ ਪ੍ਰੋਗਰਾਮ ਵੀ ਅੱਜ ਗੱਲ ਕਰ ਰਹੇ ਹਾਂ ਸਟੋਰੀ ਬਿਹਾਈਂਡ ਦਾ ਨਿਊਜ਼, ਮਗਰ ਕਹਾਣੀ ਉਹਦੇ ਪਿੱਛੇ ਹੈਗੀ ਇਹ ਹੈ ਕਿ ਅਗਲੇ ਸਾਲ ਯੂਪੀ ਦੀ ਇਲੈਕਸ਼ਨ ਹੈ। ਹਾਂਜੀ, ਕਿਸੇ ਜੋਤਸ਼ੀ ਨੇ ਕੁਛ ਨਹੀਂ ਕਿਹਾ। ਜੋਤਸ਼ੀ ਜਿਹੜੇ ਆ ਕਦੋਂ ਦੇ ਕੰਟਰੀ ਚਲਾ ਰਹੇ ਆ, ਕਦੋਂ ਦੇ ਕੁੰਭ ਦੇ ਮੇਲੇ ਡਿਸਾਈਡ ਕਰਨ ਲੱਗ ਪਏ ਆ, ਇਹ ਤੇ ਰੱਬ ਜਾਣਦਾ। ਮਗਰ ਗੱਲ ਇੱਥੇ ਹੈ ਕਿ ਜਿਹੜੀ ਕਹਾਣੀ ਹੈ ਪਿੱਛੇ, ਉਹ ਕਹਾਣੀ ਇਹ ਹੈਗੀ ਹੈ ਕਿ ਅਗਲੇ ਸਾਲ ਯੂਪੀ ਦੀ ਇਲੈਕਸ਼ਨ ਹੈ। ਬਿਲਕੁਲ। ਔਰ ਕਿਸਾਨ ਅੰਦੋਲਨ ਨੇ ਜਿਹੜਾ ਆ ਉਹ ਖਤਰਾ ਇਸ ਵੇਲੇ ਕ੍ਰੀਏਟ ਕੀਤਾ ਹੋਇਆ ਨਾਰਥ ਵਿੱਚ,
ਵੇਖੋ ਰਾਜਸਥਾਨ ਦੇ ਵਿੱਚ ਵੀ ਲੋਕ ਇਫੈਕਟਡ ਨੇ ਕਿਸਾਨ ਅੰਦੋਲਨ ਕਰਕੇ, ਪੰਜਾਬ ਦੇ ਵਿੱਚ ਨੇ, ਹਰਿਆਣੇ ਵਾਲੇ ਵੀ ਆ, ਵੈਸਟਰਨ ਯੂਪੀ ਜਿਹੜੀ ਆ ਜਿਹਦੇ 'ਚ ਬਲਕ ਜਿਹੜੇ ਸੀਟਾਂ ਨੇ ਉਹ ਵੀ ਜਿਹੜੇ ਆ ਉਹ ਲੋਕ ਸਰਕਾਰ ਦੇ ਅਗੇਂਸਟ ਨੇ। ਸੋ ਇਹ ਇੱਕ ਤਰ੍ਹਾਂ ਦਾ ਪੈਂਤੜਾ ਅਪਣਾਇਆ ਗਿਆ ਜੋਤਿਸ਼ ਦਾ ਨਾਂ ਵਰਤ ਕੇ ਕਿ ਜੀ ਇਸ ਕਰਕੇ ਜੀ ਕੁੰਭ ਦਾ ਮੇਲਾ ਇਸ ਸਾਲ ਕੀਤਾ ਗਿਆ, ਮਗਰ ਉਹ ਐਕਚੁਅਲੀ ਉਲਟਾ ਪੈ ਗਿਆ। ਬਿਲਕੁਲ ਪੈ ਗਿਆ ਜੀ। ਠੀਕ ਹੈ ਜੀ। ਦੇਖੋ ਇਸ ਵੇਲੇ ਸਿਚੁਏਸ਼ਨ ਇਹ ਹੈ ਕਿ ਜਿਹੜਾ ਕੁੰਭ ਦਾ ਮੇਲਾ ਮਨਾਇਆ ਗਿਆ ਜਾਂ ਜੋ ਵੀ ਕੀਤਾ ਹੈ ਉਹ ਬੇਵਕੂਫੀ ਸਮਝੀ ਜਾ ਰਹੀ ਹੈ, ਔਰ ਉਸ ਨੂੰ ਸਰਕਾਰ ਹੁਣ ਕਿਵੇਂ ਸੰਭਾਲੇਗੀ ਇਹ ਤੇ ਹੁਣ ਟਾਈਮ ਦੱਸੇਗਾ। ਮਗਰ ਜਿਹੜੀਆਂ ਬੇਵਕੂਫੀਆਂ ਹੋ ਚੁੱਕੀਆਂ ਨੇ ਕੋਵਿਡ ਨੂੰ ਸੰਭਾਲਣ ਵਾਸਤੇ, ਕਿਉਂਕਿ ਇੰਨੀਆਂ ਮੌਤਾਂ ਹੋ ਗਈਆਂ, ਠੀਕ ਹੈ, ਉੱਥੇ ਲੋਕ ਜਿਹੜੇ ਆ ਸ਼ਮਸ਼ਾਨ ਘਾਟ ਜਿਹੜੇ ਉੱਥੇ ਜਗ੍ਹਾ ਨਹੀਂ ਮਿਲ ਰਹੀ ਸੰਸਕਾਰ ਕਰਨ ਨੂੰ, ਤਾਂ ਇਹ ਮੈਨੂੰ ਲੱਗਦਾ ਕਿ ਬਹੁਤ ਵੱਡਾ ਜਿਹੜਾ ਹੈ ਨਾ ਗੇਮ ਜਿਹੜੀ ਆ ਪੁੱਠੀ ਪੈ ਗਈ ਹੈ ਇਸ ਵੇਲੇ। ਬਿਲਕੁਲ। ਇੱਥੇ ਅਸੀਂ ਨਾਲ ਹੀ ਗੱਲ ਇਹ ਕਰਨੀ ਹੈ ਕਿ ਤੁਹਾਡੇ ਵਿਚਾਰ ਵੀ ਲੈਣੇ ਆ ਕਿ ਸਾਨੂੰ ਸਾਰਿਆਂ ਨੂੰ ਪਤਾ ਕਿ ਵੇਖੋ ਪ੍ਰਧਾਨ ਮੰਤਰੀ ਸਾਡੇ ਪੁਰਾਣੇ ਜਿਹੜੇ ਸੀਗੇ ਮਨਮੋਹਨ ਸਿੰਘ ਜੀ, ਉਹਨਾਂ ਨੇ ਪਿਛਲੇ ਸ਼ਨੀਵਾਰ ਇੱਕ ਲੈਟਰ ਕੱਢੀ ਸੀ। ਉਸ ਲੈਟਰ ਵਿੱਚ 3 ਉਹਨਾਂ ਨੇ ਪੁਆਇੰਟ ਦਿੱਤੇ। ਪਹਿਲਾ ਪੁਆਇੰਟ ਸੀਗਾ ਕਿ ਗਵਰਨਮੈਂਟ ਨੂੰ ਇਹ ਕਿਹਾ ਕਿ ਤੁਸੀਂ ਜੇ ਕੋਵਿਡ ਨੂੰ ਫਾਈਟ ਕਰਨਾ, ਕਰੋਨਾ ਨੂੰ, ਤੇ ਫਟਾਫਟ ਜਿਹੜੀ ਆ ਵੈਕਸੀਨੇਸ਼ਨ ਕਰੋ। ਠੀਕ ਹੈ, ਇਹ ਚੀਜ਼ ਜਿਹੜੀ ਆ ਕੈਨੇਡਾ 'ਚ ਵੀ ਐਪਲੀਕੇਬਲ ਹੈ। ਬਿਲਕੁਲ। ਠੀਕ ਹੈ, ਬਚਾਉਣ ਦਾ ਇੱਕ ਹੀ ਤਰੀਕਾ ਹੈ ਕਿ ਲੋਕ ਜਿੰਨੇ ਜਲਦੀ ਜਿਹੜੇ ਆ ਵੈਕਸੀਨੇਸ਼ਨ ਕਰਾ ਲੈਣਗੇ ਓਨਾ ਹੀ ਬਚਾ ਰਹੇਗਾ। ਐਟਲੀਸਟ ਲਾਈਫ ਥ੍ਰੈਟਨਿੰਗ ਨਹੀਂ ਹੈਗੀ, ਮੌਤ ਨਹੀਂ ਹੋਏਗੀ ਕਿਸੇ ਦੀ। ਠੀਕ ਹੈ ਜੀ। ਦੂਸਰਾ ਉਹਨਾਂ ਨੇ ਇਹ ਸੁਜੈਸ਼ਨ ਦਿੱਤਾ ਸੀਗਾ ਕਿ ਸਰਕਾਰਾਂ ਸਟੇਟ ਗਵਰਨਮੈਂਟ ਨੇ ਇਹਨਾਂ ਨੂੰ ਲਿਬਰਟੀ ਦਿਓ, ਬਜਾਏ ਕਿ ਉਹਨਾਂ ਨੂੰ ਸੈਂਟਰ ਆਪਣੇ ਨੰਬਰ ਬਣਾਉਣ ਦੇ ਚੱਕਰ 'ਚ ਹਰ ਚੀਜ਼ ਕੰਟਰੋਲ ਕਰੇ। ਸਟੇਟ ਗਵਰਨਮੈਂਟ ਕੋਲ ਫੈਸਲਾ ਲੈਣ ਦਾ ਹੱਕ ਹੋਣਾ ਚਾਹੀਦਾ ਕਿ ਉਹਨਾਂ ਨੂੰ ਕਿਹੜੇ ਜਗ੍ਹਾ ਦੇ ਵਿੱਚ ਵੈਕਸੀਨ ਦੇਣੀ ਹੈ, ਕਿਹੜੇ ਲੋਕਾਂ ਨੂੰ ਦੇਣੀ ਹੈ ਜਿੱਧਰ ਜ਼ਿਆਦਾ ਅਫੈਕਟਡ ਨੇ। ਹੁਣ ਮਹਾਰਾਸ਼ਟਰ ਦੀ ਅਸੀਂ ਗੱਲ ਕਰ ਲਈ ਜਾਏ ਤਾਂ ਹੁਣ ਬੰਬੇ ਦੇ ਵਿੱਚ ਜਾਂ ਮੁੰਬਈ ਦੇ ਵਿੱਚ ਸਭ ਤੋਂ ਪਹਿਲਾਂ ਵੈਕਸੀਨੇਸ਼ਨ ਦੇਣੀ ਜ਼ਰੂਰੀ ਹੈ, ਕਿਉਂਕਿ ਉੱਥੇ ਭੀੜ ਭੜੱਕਾ ਬਹੁਤ ਹੈ, ਉੱਥੇ ਝੌਂਪੜ ਪੱਟੀ ਬਹੁਤ ਹੈਗੀ ਆ, ਲੋਕ ਬੜੇ ਇਕੱਠੇ ਰਹਿੰਦੇ ਆ, ਬਜਾਏ ਕਿ ਜਿਹੜੇ ਕੰਟਰੀ ਸਾਈਡ ਨੇ ਪਿੰਡਾਂ ਦੇ ਵਿੱਚ ਵੈਕਸੀਨੇਸ਼ਨ ਦੇਣ ਨੂੰ। ਸੋ ਇਹ ਚੀਜ਼ਾਂ ਜਿਹੜੀਆਂ ਹਰ ਸਟੇਟ ਦੀਆਂ ਵੱਖਰੀਆਂ ਨੇ। ਹਰ ਜਿਹੜਾ ਚੀਫ ਮਿਨਿਸਟਰ ਆ ਉਹਦੇ ਕੋਲ ਅਥਾਰਟੀ ਹੋਣੀ ਚਾਹੀਦੀ ਹੈ। ਤੇ ਮਨਮੋਹਨ ਸਿੰਘ ਜੀ ਨੇ ਵੀ ਰਿਕਮੈਂਡ ਕੀਤਾ ਕਿ ਬਈ ਸਟੇਟਾਂ ਨੂੰ ਹੱਕ ਦਿਓ, ਉਹਨਾਂ ਨੂੰ ਫੈਸਲਾ ਲੈਣ ਦਿਓ। ਤੇ ਤੀਸਰੀ ਗੱਲ ਉਹਨਾਂ ਜਿਹੜੀ ਕੀਤੀ ਆ ਉਹ ਇਹ ਕੀਤੀ ਆ ਉਹਨਾਂ ਨੇ ਕਿ ਸਰਕਾਰ ਕੋਲ ਐਸੀਆਂ ਪਾਵਰਸ ਹੁੰਦੀਆਂ ਨੇ ਕਿ ਕਿਸੇ ਵੀ ਫੈਕਟਰੀ ਵਾਲੇ ਨੂੰ, ਕਿਸੇ ਵੀ ਮੈਨੂਫੈਕਚਰਰ ਨੂੰ ਉਹ ਹੁਕਮ ਦੇ ਸਕਦੀਆਂ ਨੇ ਕਿ ਭਈ ਤੁਸੀਂ ਆਕਸੀਜਨ ਸਿਲੰਡਰ ਬਣਾਓ। ਹੁਣ ਇੰਡੀਆ ਦੇ ਵਿੱਚ ਜਿੰਨੀ ਮੈਨੂਫੈਕਚਰਿੰਗ ਹੈ ਐਬਿਲਿਟੀ ਹੈਗੀ ਹੈ, ਸਾਨੂੰ ਸਾਰਿਆਂ ਨੂੰ ਪਤਾ ਵੀ ਜੇ ਉਹਨਾਂ ਨੂੰ ਕਹਿ ਦੇਣ ਵੀ ਹੁਣ ਤੁਸੀਂ ਲੱਖ ਸਿਲੰਡਰ ਸਾਰਿਆਂ ਨੇ ਬਣਾਉਣਾ, ਉਹਨਾਂ ਨੂੰ ਬਣਾਉਣਾ ਪਏਗਾ। ਇਹ ਪਾਵਰ ਨੇ ਗਵਰਨਮੈਂਟ ਦੀਆਂ। ਬਿਲਕੁਲ ਜੀ, ਬਿਲਕੁਲ। ਤੇ ਮਨਮੋਹਨ ਸਿੰਘ ਜੀ ਨੇ ਕਿਹਾ ਕਿ ਤੁਸੀਂ ਆਹ ਵੀ ਕਰੋ। ਔਰ ਜਿਹੜੇ ਸਾਡੇ ਇਸ ਵੇਲੇ ਹੈਲਥ ਮਿਨਿਸਟਰ ਨੇ ਹਰਸ਼ਵਰਧਨ ਜੀ, ਉਹਨਾਂ ਦੀ ਲੈਟਰ ਨੂੰ ਇਹ ਕਿਹਾ ਕਿ ਜੀ ਇਹ ਜੀ ਕਾਂਗਰਸ ਜਿਹੜੀ ਆ ਇਹਨੂੰ ਨੈਗੇਟਿਵਿਟੀ ਕਰ ਰਹੀ ਹੈ, ਇਹ ਗਲਤ ਹੈ। ਔਰ ਇੱਕ ਦਿਨ ਬਾਅਦ ਹੀ ਉਹਨਾਂ ਨੇ ਸਾਰੇ ਹੀ ਉਹ ਪੁਆਇੰਟ ਜਿਹੜੇ ਆ ਉਹ ਲਾਗੂ ਵੀ ਕਰਤੇ। ਤੇ ਇਹਦੇ ਉੱਤੇ ਤੁਹਾਡਾ ਕੀ ਵਿਚਾਰ ਹੈ ਕਿ ਬਈ ਜਿੱਥੇ ਭਲੇ ਦੀ ਗੱਲ ਹੈ, ਲੋਕਾਂ ਦੀ ਜਾਨ ਬਚਾਉਣ ਦੀ ਗੱਲ ਹੈ, ਉੱਥੇ ਹਰ ਵਾਰੀ ਅਸੀਂ ਇਹ ਕਿਉਂ ਬਣਾਉਣ ਲੱਗ ਪੈਂਦੇ ਆ ਵੀ ਜੀ ਇਹ ਆਪੋਜੀਸ਼ਨ ਹੈ, ਕਾਂਗਰਸ ਆ, ਨਾ ਕਿ ਅਸੀਂ ਇਹ ਸੋਚੀਏ ਇਹਦੇ 'ਚ ਭਲਾ ਕੀ ਹੈਗਾ। ਹੁਣ ਰੌਲਾ ਇਸ 'ਚ ਜੋ ਮੈਨੂੰ ਲੱਗਦਾ ਉਹ ਕ੍ਰੈਡਿਟ ਦਾ ਜੀ, ਕਿ ਕ੍ਰੈਡਿਟ ਨਹੀਂ ਦੇਣਾ ਚਾਹੁੰਦੇ ਕਿਸੇ ਵੀ ਚੀਜ਼ ਨੂੰ। ਆਪਣੇ ਡਾਕਟਰ ਹਰਸ਼ਵਰਧਨ ਆਪਣੇ ਜਿਹੜੇ ਮਨਮੋਹਨ ਸਿੰਘ ਜੀ ਨੇ ਉਹ ਇੰਡੀਆ ਦੇ ਬਾਕਮਾਲ ਪ੍ਰਾਈਮ ਮਿਨਿਸਟਰ ਰਹੇ ਨੇ ਤੇ ਵੈਰੀ ਇੰਟੈਲੀਜੈਂਟ ਐਂਡ ਵੈਰੀ ਲਰਨਡ ਮੈਨ। ਉਹਨਾਂ ਨੇ ਬਹੁਤ ਕੰਸਟਰਕਟਿਵ ਜਿਹੜੀ ਉਹ ਲੈਟਰ ਸੀ ਜੀ, ਉਹ ਬਹੁਤ ਕੰਸਟਰਕਟਿਵ ਸੁਜੈਸ਼ਨਸ ਦਿੱਤੀਆਂ ਸੀਗੀਆਂ। ਤੇ ਅਸੀਂ ਇਹ ਦੇਖਿਆ ਕਿ ਜਿਹੜੀ ਸੈਂਟਰਲ ਗਵਰਨਮੈਂਟ ਰਹੀ ਆ ਉਹਨਾਂ ਨੇ ਹਮੇਸ਼ਾ ਨਾ ਕ੍ਰੈਡਿਟ ਹੰਗਰੀ ਰਹੇ ਨੇ ਕਿ ਹਰ ਚੀਜ਼ ਦਾ ਕ੍ਰੈਡਿਟ ਉਹਨਾਂ ਨੂੰ ਹੀ ਚਾਹੀਦਾ। ਅਸੀਂ ਇਹ ਵੀ ਦੇਖਿਆ ਸੀਗਾ ਕਿ ਕੁਛ ਥੋੜੇ ਟਾਈਮ ਪਹਿਲਾਂ ਡਾਕਟਰ ਹਰਸ਼ਵਰਧਨ ਜੋ ਕਿ ਸਾਡੇ ਹੈਲਥ ਮਿਨਿਸਟਰ ਨੇ, ਉਹ ਆਪਣੇ ਬਾਬਾ ਰਾਮਦੇਵ ਜੀ ਦੀ ਕੋਰੋਨਲ ਨੂੰ ਐਡਵਰਟਾਈਜ਼ ਕਰੀ ਜਾਂਦੇ ਸੀ ਜੀ। ਸੋ ਦੈਟ ਇਜ਼ ਰੋਂਗ, ਉਹ ਗਲਤ ਇਨਫੋਰਮੇਸ਼ਨ ਹੈ। ਅੱਜ ਪਿੱਛੇ ਜੇ ਨਿਊਜ਼ ਆ ਰਹੀ ਹੈ ਕਿ ਉੱਥੇ ਵੀ ਜਿਹੜੇ ਉਹਨਾਂ ਦਾ ਮੇਨ ਹਰਿਦੁਆਰ ਇਹਨਾਂ ਦਾ ਜਿਹੜਾ ਹੈ ਜੀ ਬਾਬਾ ਰਾਮਦੇਵ ਜੀ, ਉੱਥੇ ਵੀ ਮੋਰ ਦੈਨ 60-70 ਪੇਸ਼ੈਂਟਸ ਨੇ ਜਿਹੜੇ ਕੋਵਿਡ ਨਾਲ ਅਫੈਕਟਡ ਹੋ ਗਏ ਨੇ ਜੀ। ਉਹ ਅਨਸਾਇੰਟਿਫਿਕ ਜਿਹੜੀ ਤੁਸੀਂ ਚੀਜ਼ ਨੂੰ ਪ੍ਰਮੋਟ ਕਰ ਰਹੇ ਹੋ, ਤੇ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਇਸ ਅਗੇਨ ਪੋਲਿਟਿਕਸ ਹੈ ਜੀ। ਇਹਨਾਂ ਨੂੰ ਸੋ ਮਚ ਸੋ ਸੁਪਰੀਮ ਕੋਰਟ ਨੂੰ ਵੀ ਕਹਿਣਾ ਪਿਆ ਕਿ ਇੱਕ ਨੈਸ਼ਨਲ ਪਾਲਿਸੀ ਤਿਆਰ ਕੀਤੀ ਜਾਵੇ ਅੱਜ ਦੀ ਡੇਟ 'ਚ। ਸੋ ਦਾ ਨੀਡ ਆਫ ਦਾ ਆਵਰ ਇਜ਼ ਕਿ ਸੈਂਟਰ ਦੇਖੋ ਵੱਡਾ ਰੋਲ ਹੈ ਜੀ ਸੈਂਟਰ ਦਾ, ਤੇ ਰਿਸਪੌਂਸਿਬਿਲਿਟੀ ਸੈਂਟਰ ਦੀ ਵੱਡੀ ਹੈ, ਤੇ ਉਹਨਾਂ ਨੂੰ ਹੀ ਵੱਡਾ ਕੱਦ ਦਿਖਾ ਕੇ ਸਟੇਟਸ ਨਾਲ ਕੋਆਰਡੀਨੇਟ ਕਰਕੇ ਫੇਰ ਹੀ ਇਹ ਗੱਲ ਸਿਰੇ ਚੜ੍ਹਨੀ ਹੈ। ਬਿਕੋਜ਼ ਜਿੰਨੀ ਇੰਡੀਆ ਦੀ ਪੋਪੂਲੇਸ਼ਨ ਹੈ ਉਸ ਹਿਸਾਬ ਨਾਲ ਕੰਮ ਬਹੁਤ ਹਾਲਾਤ ਉੱਥੇ ਬਹੁਤ ਦਿਨੋਂ ਦਿਨ ਖਰਾਬ ਹੋ ਰਹੇ ਨੇ ਜੀ। ਪਰ ਮੈਨੂੰ ਲੱਗਦਾ ਕਿ ਜਿਹਦੇ 'ਚ ਮੈਂ ਕੋਈ ਵਧੀਆ ਚੀਜ਼ ਵੇਖਾਂ ਤੇ ਮੈਨੂੰ ਲੱਗਦਾ ਕਿ ਇਹਦਾ ਜਿਹੜਾ ਐਡਵਾਂਟੇਜ ਹੈ ਜੋ ਇਸ ਵੇਲੇ ਸਰਕਾਰ ਜਿਹੜੀ ਆ ਉਹਦਾ ਜਿਹੜੀ ਗੇਮ ਪੁੱਠੀ ਪਈ ਹੈ ਕੋਵਿਡ ਦੇ ਉੱਤੇ, ਇਹਦਾ ਐਡਵਾਂਟੇਜ ਜਿਹੜਾ ਆ ਉਹ ਮੈਨੂੰ ਨਜ਼ਰ ਆ ਰਿਹਾ ਕਿ ਬੰਗਾਲ ਦੀਆਂ ਇਲੈਕਸ਼ਨਾਂ ਦੇ ਵਿੱਚ ਉਹਦੇ ਰਿਜ਼ਲਟ 'ਤੇ ਪੈਣਾ।
ਕਿਉਂਕਿ ਉੱਥੇ ਜਾ ਕੇ ਵੀ ਰੈਲੀਆਂ ਕੀਤੀਆਂ ਗਈਆਂ ਬਿਨਾਂ ਮਾਸਕ ਦੇ, ਔਰ ਉੱਥੇ ਵੀ ਜਾਨਾਂ ਗਈਆਂ ਨੇ। ਔਰ ਗਰੀਬ ਜ਼ਰੂਰ ਲੋਕ ਹੈ ਨੇ, ਗਰੀਬ ਲੋਕ ਜਿਹੜੇ ਆ ਉਹਨਾਂ ਨੂੰ ਤੁਸੀਂ ਉਹਨਾਂ ਦੀ ਵੋਟਾਂ ਜਿਹੜੀਆਂ ਪੈਸੇ ਦੇ ਕੇ ਖਰੀਦ ਵੀ ਸਕਦੇ ਹੋ, ਪਰ ਮੈਨੂੰ ਲੱਗਦਾ ਵੀ ਗਰੀਬ ਵੀ ਜਦੋਂ ਕਿਸੇ ਦੀ ਜਾਨ ਜਾਂਦੀ ਆ ਤੇ ਪਰਿਵਾਰ ਦੇ ਵਿੱਚ ਕਿਸੇ ਦੀ ਡੈਥ ਹੁੰਦੀ ਆ, ਔਰ ਜਿੱਥੇ ਇਵੇਂ ਉਹਨਾਂ ਨੇ ਵੇਖਿਆ ਹੋਏ ਕਿ ਉਹਨਾਂ ਦੀ ਡੈਥ ਇਸ ਕਰਕੇ ਹੋਈ ਹੈ ਕਿਉਂਕਿ ਉਸ ਬੰਦੇ ਨੂੰ ਆਕਸੀਜਨ ਨਹੀਂ ਮਿਲੀ, ਉਹਨਾਂ ਕੋਲ ਪੈਸੇ ਨਹੀਂ ਸੀਗੇ, ਤੇ ਆਪ ਦਾ ਫੈਮਿਲੀ ਮੈਂਬਰ ਜਦੋਂ ਕਿਸੇ ਦਾ ਨੁਕਸਾਨ ਹੁੰਦਾ ਹੈ ਉਦੋਂ ਸ਼ਾਇਦ ਉਹ ਜਿਹੜਾ ਪੈਸੇ ਦੇ ਕੇ ਵੋਟ ਖਰੀਦਣ ਵਾਲਾ ਕੰਮ ਹੈ ਉਹ ਵੀ ਨਹੀਂ ਚੱਲਦਾ। ਤੇ ਮੈਨੂੰ ਇਹ ਲੱਗਦਾ ਹੈ ਕਿ ਬੰਗਾਲ ਦੀ ਇਲੈਕਸ਼ਨ ਵਿੱਚ ਵੀ ਜਿਹੜਾ ਆ ਬੀਜੇਪੀ ਨੂੰ ਭਾਰਾ ਨੁਕਸਾਨ ਹੋਣ ਵਾਲਾ, ਔਰ ਜੇ ਉਹਦਾ ਐਡਵਾਂਟੇਜ ਵੇਖਿਆ ਜਾਏ ਤੇ ਮੈਨੂੰ ਕਾਫੀ ਉਮੀਦ ਘਟ ਗਈ ਸੀ ਜਿੱਥੋਂ ਤੱਕ ਕਿਸਾਨ ਅੰਦੋਲਨ ਦਾ ਸਵਾਲ ਸੀਗਾ। ਇਵੇਂ ਲੱਗ ਰਿਹਾ ਸੀਗਾ ਕਿ ਸਰਕਾਰ ਉਹਨਾਂ ਨੂੰ ਭੁੱਲ ਚੁੱਕੀ ਹੈ, ਤੇ ਪਰ ਹੁਣ ਇਹ ਉਮੀਦ ਜਿਹੜੀ ਆ ਮੈਨੂੰ ਜ਼ਰੂਰ ਜਾਗਦੀ ਨਜ਼ਰ ਆ ਰਹੀ ਹੈ ਕਿ ਜਿਵੇਂ ਸਰਕਾਰ ਤੇ ਪ੍ਰੈਸ਼ਰ ਪਿਆ ਹੋਇਆ, ਮੈਨੂੰ ਹੁਣ ਉਮੀਦ ਆ ਰਹੀ ਹੈ ਕਿ ਕਿਸਾਨ ਅੰਦੋਲਨ ਦਾ ਅਗਰ ਫੈਸਲਾ ਹੋਏਗਾ ਤੇ ਹੁਣ ਹੋ ਸਕਦਾ, ਹੁਣ ਇੱਕ ਟਾਈਮ ਆਏਗਾ ਬਣ ਰਿਹਾ ਹੈ ਕਿ ਜਿੱਥੇ ਗਵਰਨਮੈਂਟ ਜਿਹੜੀ ਆ ਆਲਰੇਡੀ ਬਹੁਤ ਬੈਕਫੁੱਟ ਤੇ ਚਲ ਗਈ ਹੈ, ਬਹੁਤ ਜ਼ਿਆਦਾ ਪ੍ਰੈਸ਼ਰ ਪੈ ਗਿਆ, ਜਿਹੜੀਆਂ ਮੌਤਾਂ ਹੋ ਰਹੀਆਂ ਨੇ, ਤੇ ਜੇ ਕਿਸਾਨ ਅੰਦੋਲਨ 'ਚ ਵੀ ਲੋਕ ਬੈਠੇ ਨੇ, ਕਿਉਂਕਿ ਦੇਖੋ ਜਦੋਂ ਤੁਸੀਂ ਆਪ ਐਡੀਆਂ ਵੱਡੀਆਂ ਰੈਲੀਆਂ ਕੀਤੀਆਂ, ਆਪ ਤੁਸੀਂ ਕੁੰਭ ਦੇ ਮੇਲੇ ਕਰਾਏ ਆ, ਬਿਲਕੁਲ ਜੀ, ਫਿਰ ਤੁਸੀਂ ਕਿਸਾਨ ਜਿਹੜੇ ਅੰਦੋਲਨ ਦੇ ਕਿਸਾਨ ਬੈਠੇ ਆ, ਤੁਸੀਂ ਉਹਨਾਂ ਨੂੰ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਜੀ ਇੱਥੋਂ ਨਿਕਲੋ ਹੁਣ ਇੱਥੇ ਜੀ ਕਰੋਨਾ ਆ ਗਈ ਆ, ਕਿਉਂਕਿ ਉਹਨਾਂ ਨੇ ਸਿੱਧੀ ਗੱਲ ਇਹ ਕਰਨੀ ਆ, ਕੋਈ ਲੌਜਿਕ ਨਹੀਂ ਬਣਨਾ ਕਿ ਬਈ ਤੁਸੀਂ ਆਪ ਕਰੋਨਾ ਦੇ ਟਾਈਮ ਇਹ ਸਾਰਾ ਕੁਝ ਕਰ ਰਹੇ ਹੋ, ਤੁਸੀਂ ਬਿਨਾਂ ਮਾਸਕ ਦੇ ਹਸਪੀਟਲਾਂ ਜਾ ਰਹੇ ਹੋ। ਅਮਿਤ ਸ਼ਾਹ ਜੀ ਦੀਆਂ ਕਿੰਨੀਆਂ ਵੀਡੀਓਜ਼ ਨੇ ਜਿੱਥੇ ਹਸਪੀਟਲ 'ਚ ਸਾਰਿਆਂ ਨੇ ਮਾਸਕ ਲਾਏ ਆ, ਉਹ ਬਿਨਾਂ ਮਾਸਕ ਦੇ ਹਸਪੀਟਲ 'ਚ ਫਿਰ ਰਹੇ ਆ, ਰੈਲੀਆਂ ਕਰ ਰਹੇ ਆ, ਪ੍ਰਧਾਨ ਮੰਤਰੀ ਜੀ ਰੈਲੀਆਂ ਕਰ ਰਹੇ ਆ, ਇੰਨੀ ਜਨਤਾ ਇਕੱਠੀ ਹੋ ਰੱਖੀ ਹੈ, ਤੇ ਕਿਵੇਂ ਤੁਸੀਂ ਜਿਹੜਾ ਕਿਸਾਨ ਜਿਹੜੇ ਬੈਠੇ ਨੇ ਉਹਨਾਂ ਨੂੰ ਕਹੋਗੇ ਕਿ ਤੁਸੀਂ ਇੱਥੋਂ ਜਾਓ। ਸੋ ਇਸ ਕਰਕੇ ਉਸ ਪਲੀ ਉੱਤੇ ਵੀ, ਉਸ ਬਹਾਨੇ ਉੱਤੇ ਵੀ ਸਰਕਾਰ ਜਿਹੜੀ ਆ ਉਹ ਕਿਸਾਨਾਂ ਨੂੰ ਜਿਹੜੀ ਆ ਵਾਪਸ ਨਹੀਂ ਭੇਜ ਸਕਦੀ। ਔਰ ਇੱਕ ਹੀ ਤਰੀਕਾ ਮੈਨੂੰ ਲੱਗਦਾ ਕਿ ਇਸ ਵੇਲੇ ਸਿਚੁਏਸ਼ਨ ਇਹ ਬਣੀ ਹੋਈ ਹੈ ਕਿ ਸਰਕਾਰ ਜਿਹੜੀ ਆ ਉਹ 100% ਕੋਸ਼ਿਸ਼ ਕਰੇਗੀ ਕਿ ਕਿਸਾਨ ਜਿਹੜੇ ਨੇ ਉਹਨਾਂ ਨਾਲ ਕੋਈ ਸਮਝੌਤਾ ਹੋ ਜਾਏ, ਤੇ ਸਮਝੌਤਾ ਜਿਹੜਾ ਆ ਬੇਸ਼ੱਕ 100% ਜੋ ਡਿਮਾਂਡਸ ਹੈਗੀਆਂ ਉਵੇਂ ਨਾ ਹੋਏ, ਪਰ ਕਾਫੀ ਹੱਦ ਤੱਕ ਜਿਵੇਂ MSP ਦੀ ਡਿਮਾਂਡਸ ਹੈਗੀਆਂ ਜਾਂ ਹੋਰ ਹੈਗੀਆਂ, ਮੈਨੂੰ ਉਮੀਦ ਲੱਗ ਰਹੀ ਹੈ ਕਿ ਆਉਣ ਵਾਲੇ 2-3 ਮਹੀਨੇ ਦੇ ਅੰਦਰ ਇਹ ਬਹੁਤ ਚਾਂਸਸ ਨੇ ਕਿ ਕਿਸਾਨ ਅੰਦੋਲਨ ਦਾ ਵੀ ਕੋਈ ਫੈਸਲਾ ਹੋਏਗਾ ਇਸ ਪ੍ਰੈਸ਼ਰ ਕਰਕੇ। ਤੇ ਆਈ ਥਿੰਕ ਇਹ ਜਿਹੜਾ ਇਹਦਾ ਐਡਵਾਂਟੇਜ ਆ ਜੋ ਇਸ ਵੇਲੇ ਹੱਥੋਂ ਬਾਹਰ ਗੇਮ ਨਿਕਲੀ ਹੈ ਸਰਕਾਰ ਦੀ, ਇਹਦਾ ਜਿਹੜਾ ਐਡਵਾਂਟੇਜ ਆ ਉਹ ਕਿਤੇ ਨਾ ਕਿਤੇ ਕਿਸਾਨ ਅੰਦੋਲਨ ਨੂੰ ਮਿਲਦਾ ਨਜ਼ਰ ਆ ਰਿਹਾ। ਤੁਹਾਡਾ ਇਹਦੇ ਤੇ ਤੁਸੀਂ ਕੀ ਸੋਚੋਗੇ? ਬਿਲਕੁਲ ਅਸੀਂ ਐਕਸਪੈਕਟ ਕਰਦੇ ਹਾਂ ਜੀ ਕਿ ਇੰਨੀ ਦੇਰ ਤੋਂ ਜਿਹੜੇ ਸਾਡੇ ਕਿਸਾਨ ਭਰਾ ਉੱਥੇ ਬੈਠੇ ਨੇ ਜੀ ਕਿ ਉਸ ਚੀਜ਼ ਦਾ ਜਲਦੀ ਤੋਂ ਜਲਦੀ ਸੋਲਿਊਸ਼ਨ ਨਿਕਲੇ। ਸੋਲਿਊਸ਼ਨ ਨਿਕਲਣਾ ਕੋਈ ਵੱਡੀ ਗੱਲ ਨਹੀਂ ਹੈ, ਇਹ ਗਵਰਨਮੈਂਟ ਦੇ ਹੱਥ 'ਚ ਹੈ ਜੀ। ਪਹਿਲਾਂ ਉਹਨਾਂ ਨੇ ਕਿਹਾ ਸੀਗਾ ਕਿ 18 ਮਹੀਨੇ ਤੱਕ ਅਸੀਂ ਉਹਨੂੰ ਸਸਪੈਂਡ ਕਰ ਦਿੰਦੇ ਹਾਂ, ਤੇ ਉਹਨੂੰ ਥੋੜ੍ਹਾ ਹੋਰ ਟਾਈਮ ਵੀ ਦੇ ਸਕਦੇ ਸੀਗੇ। 18 ਮਹੀਨੇ ਤਾਂ ਵੈਸੇ ਵੀ ਹੋ ਜਾਣੇ ਆ ਜੀ, ਤੇ ਉਹਨੂੰ ਕਰਕੇ ਤੇ ਆਪਣੇ ਜਿਹੜੀਆਂ ਐਕਸਪਰਟਸ ਨੇ ਉਹਨਾਂ ਨਾਲ ਬੈਠ ਕੇ ਆਪਾਂ ਕਰ ਸਕਦੇ ਸੀ ਜੀ ਇਹ ਸਾਰੀ ਚੀਜ਼। ਤੇ ਵੀ ਹੋਪ ਐਂਡ ਐਕਸਪੈਕਟ ਕਿ ਇਹ ਜਲਦੀ ਨਿਕਲ ਜੇ ਜੀ। ਤੇ ਜਿੱਥੇ ਆਪਾਂ ਇੱਕ ਜਦੋਂ ਐਗਜ਼ਾਮਪਲ ਹੀ ਗਲਤ ਸੈੱਟ ਕਰ ਦਿੰਦੇ ਹਾਂ ਜੀ, ਰੋਡ ਸ਼ੋਅ ਤਾਂ ਅਸੀਂ ਕਰਦੇ ਹਾਂ ਜੀ ਬਿਨਾਂ ਮਾਸਕ ਲਾਏ, ਜ਼ੂਮ ਕਾਲ ਅਸੀਂ ਕਰਦੇ ਹਾਂ ਮਾਸਕ ਲਾ ਕੇ ਜੀ। ਸੋ ਕਿਸੇ ਨੂੰ ਕਹਿਣ ਦਾ ਹੱਕ ਨਹੀਂ ਬਣਦਾ ਜੀ। ਇਸ ਕਰਕੇ ਲੀਡਰਸ ਨੇ ਐਗਜ਼ਾਮਪਲ ਹੀ ਜਦੋਂ ਰੋਂਗ ਸੈੱਟ ਕੀਤੀ ਹੈ ਜੀ, ਐਂਡ ਵੀ ਹੋਪ ਕਿ ਜਲਦੀ ਤੋਂ ਜਲਦੀ ਸੋਲਿਊਸ਼ਨ ਨਿਕਲੇ ਜੀ ਇਸ ਚੀਜ਼ ਦਾ। ਮੈਨੂੰ ਲੱਗਦਾ ਕਿ ਵੀ ਹੁਣ ਇੰਡੀਆ ਦਾ ਜਿਹੜਾ ਜੋ ਇਸ ਵੇਲੇ ਹੈ, ਜਿਹਨੂੰ ਕਹਿੰਦੇ ਨਾ ਹਰ ਚੀਜ਼ ਵੇਖੋ ਫਾਈਨਲੀ ਆ ਕੇ, ਪਹਿਲਾਂ ਪਿਛਲੇ ਸਾਲ ਤਾਲੀਆਂ ਵੱਜਦੀਆਂ ਸੀਗੀਆਂ, ਪਰ ਐਕਚੁਅਲੀ ਹੁਣ ਗੇਮ ਜਿਹੜੀ ਆ ਉਹ ਪਰਮਾਤਮਾ ਦੇ ਹੱਥ 'ਚ ਹੈਗੀ ਆ। ਇਹ ਹੈ ਕਿ ਵੀ ਰੱਬ ਆਸਰੇ ਹੈ, ਸਾਰਿਆਂ ਦੀ ਇਹੀ ਅਰਦਾਸ ਹੈ ਕਿ ਪਰਮਾਤਮਾ ਜਿਹੜਾ ਉਹ ਕੋਈ ਨਾ ਕੋਈ ਰਾਹ ਵਿਖਾਏ। ਜਰਮਨੀ ਤੋਂ ਵੀ ਆਕਸੀਜਨ ਸਿਲੰਡਰ ਜਾ ਰਹੇ ਨੇ, ਹੋਰ ਵੀ ਆਕਸੀਜਨ, ਕਿਉਂਕਿ ਸਭ ਤੋਂ ਔਖੀ ਚੀਜ਼ ਹੈ ਵੇਖੋ ਬੰਦਾ ਸਾਹ ਹੀ ਨਹੀਂ ਲੈ ਰਿਹਾ, ਤੜਪ ਕੇ ਜਿਹੜਾ ਜਿੱਦਾਂ ਮੱਛੀ ਪਾਣੀ 'ਚ ਬਾਹਰ ਕੱਢ ਦੋ ਉਹਦੀ ਹਾਲ ਅਸੀਂ ਵੇਖਦੇ ਹਾਂ। ਸ਼ਾਇਦ ਇਨਸਾਨਾਂ ਦੀ ਉੱਥੇ ਹਸਪੀਟਲਾਂ 'ਚ ਜਾਂ ਘਰਾਂ 'ਚ ਉਹ ਹਾਲ ਹੋ ਰਹੀ ਹੈ। ਅਸੀਂ ਸੋਚ ਕੇ ਹੀ ਜਿਹੜਾ ਆ ਇੱਕ ਮਨ ਜਿਹੜਾ ਦੁਖੀ ਹੁੰਦਾ, ਪਰ ਜਿਨ੍ਹਾਂ ਦਾ ਪਰਿਵਾਰ ਦਾ ਮੈਂਬਰ ਇਹੋ ਜਿਹੀ ਸਿਚੁਏਸ਼ਨ 'ਚ ਪੈਂਦਾ, ਆਈ ਥਿੰਕ ਉਹਨਾਂ ਦੀ ਪੀੜ ਜਿਹੜੀ ਉਹੀ ਜਾਣਦੇ ਆ। ਔਰ ਅਸੀਂ ਇਹਨੂੰ ਤੁਹਾਡੇ ਨਾਲ ਗੱਲਬਾਤ ਜਾਰੀ ਰਵਾਂਗੇ, ਔਰ ਅਸੀਂ ਸੁਣਦੇ ਹਾਂ ਇੱਕ ਵਧੀਆ ਜਿਹਾ ਖੂਬਸੂਰਤ ਨਗਮਾ, ਤੇ ਜਿਹਦੇ 'ਚ ਸ਼ਾਇਦ ਐਸਾ ਹੀ ਕੋਈ ਸੰਦੇਸ਼ ਵੀ ਹੈ, ਤੇ ਫਿਰ ਗੱਲਬਾਤ ਅਸੀਂ ਕੰਟੀਨਿਊ ਕਰਦੇ ਹਾਂ। ਵੇ ਜੁਗਣੀ ਕਹਿੰਦੀ ਆ ਉਹ ਮਨ ਵਿੱਚ ਅੰਦਰ ਵਸਦਾ ਏ, ਵੇ ਜੁਗਣੀ ਕਹਿੰਦੀ ਆ ਉਹ ਹਰ ਵੇਲੇ ਮੈਨੂੰ ਦਿਸਦਾ
ਬਾਬਾ ਜੀ ਤੁਸੀਂ ਇੰਨੀ ਗਰੀਬੀ 'ਚ ਵੀ ਰਹਿ ਕੇ ਰੱਬ ਦਾ ਸ਼ੁਕਰੀਆ ਕਿੱਦਾਂ ਅਦਾ ਕਰਦੇ ਹੋ ਤੇ ਬਾਬਾ ਜੀ ਨੇ ਕੀ ਕਿਹਾ? ਚੜ੍ਹਦੇ ਸੂਰਜ ਢਲਦੇ ਦੇਖੇ, ਬੁਝਦੇ ਦੀਵੇ ਬਲਦੇ ਦੇਖੇ, ਹੀਰੇ ਦਾ ਕੋਈ ਮੋਲ ਨਾ ਜਾਣੇ, ਖੋਟੇ ਸਿੱਕੇ ਚੱਲਦੇ ਦੇਖੇ। ਚੜ੍ਹਦੇ ਸੂਰਜ ਢਲਦੇ ਦੇਖੇ, ਬੁਝਦੇ ਦੀਵੇ ਬਲਦੇ ਦੇਖੇ, ਹੀਰੇ ਦਾ ਕੋਈ ਮੋਲ ਨਾ ਜਾਣੇ, ਖੋਟੇ ਸਿੱਕੇ ਚੱਲਦੇ ਦੇਖੇ। ਜਿਨ੍ਹਾਂ ਦਾ ਨਾ ਜਗ ਤੇ ਕੋਈ, ਜਿਨ੍ਹਾਂ ਦਾ ਨਾ ਜਗ ਤੇ ਕੋਈ, ਉਹ ਵੀ ਪੁੱਤਰ ਪਲਦੇ ਦੇਖੇ, ਉਸ ਦੀ ਰਹਿਮਤ ਦੇ ਨਾਲ ਬੰਦੇ ਪਾਣੀ ਉੱਤੇ ਚੱਲਦੇ ਦੇਖੇ, ਉਸ ਦੀ ਰਹਿਮਤ ਦੇ ਨਾਲ ਬੰਦੇ ਪਾਣੀ ਉੱਤੇ ਚੱਲਦੇ ਦੇਖੇ। ਲੋਕੀ ਕਹਿੰਦੇ ਗੱਲ ਨਹੀਂ ਗਲਦੀ, ਲੋਕੀ ਕਹਿੰਦੇ ਜਿਨ੍ਹਾਂ ਨੇ ਕਦਰ ਨਾ ਕੀਤੀ ਰੱਬ ਦੀ ਹੱਥ ਖਾਲੀ ਉਹ ਮਲਦੇ ਦੇਖੇ, ਜਿਨ੍ਹਾਂ ਨੇ ਕਦਰ ਨਾ ਕੀਤੀ ਰੱਬ ਦੀ ਹੱਥ ਖਾਲੀ ਉਹ ਮਲਦੇ ਦੇਖੇ। ਕਈ ਪੈਰਾਂ ਤੋਂ ਨੰਗੇ ਫਿਰਦੇ ਫਿਰਦੇ ਫਿਰਦੇ, ਕਈ ਪੈਰਾਂ ਤੋਂ ਨੰਗੇ ਫਿਰਦੇ, ਸਿਰ ਤੇ ਲੱਭਦੇ ਛਾਵਾਂ। ਮੈਨੂੰ ਦਾਤਾ ਸਭ ਕੁਝ ਦਿੱਤਾ, ਮੈਨੂੰ ਦਾਤਾ ਸਭ ਕੁਝ ਦਿੱਤਾ, ਕਿਉਂ ਨਾ ਸ਼ੁਕਰ ਮਨਾਵਾਂ, ਕਿਉਂ ਨਾ ਸ਼ੁਕਰ ਮਨਾਵਾਂ, ਕਿਉਂ ਨਾ ਸ਼ੁਕਰ ਮਨਾਵਾਂ। ਕਿਰਤ ਜੀ ਜਿਵੇਂ ਇਸ ਗਾਣੇ 'ਚ ਹੀ ਸੁਣਿਆ, ਦੇਖੋ ਪ੍ਰਮਾਤਮਾ ਦਾ ਸਾਨੂੰ ਸ਼ੁਕਰ ਮਨਾਉਣਾ ਚਾਹੀਦਾ ਜਦੋਂ ਸਾਡੇ ਕੋਲ ਸਭ ਕੁਝ ਹੋਏ, ਜਾਂ ਜਦੋਂ ਕੋਈ ਸਿਹਤ ਹੈ। ਕਈ ਵਾਰ ਅਸੀਂ ਲਾਈਫ ਦੀ ਜਿਹੜੀ ਆ ਵੈਲਿਊ ਉਹ ਉਦੋਂ ਹੀ ਸਮਝਦੇ ਹਾਂ ਜਦੋਂ ਅਸੀਂ ਸਿਹਤ ਗਵਾ ਲੈਂਦੇ ਹਾਂ ਜਾਂ ਲਾਈਫ ਗਵਾ ਲੈਂਦੇ ਹਾਂ, ਜਾਂ ਕਈ ਵਾਰ ਪਰਿਵਾਰ ਦਾ ਮੈਂਬਰ ਗਵਾ ਲੈਂਦੇ ਆ, ਉਹਦੇ ਬਾਅਦ ਬੰਦਾ ਸਿਰਫ ਜਿਹੜਾ ਪਛਤਾਉਂਦਾ ਆ। ਕਈ ਵਾਰ ਹੁਣ ਵੀ ਜਿਹੜੀ ਸਿਚੁਏਸ਼ਨ ਆ ਰਹੀ ਹੈ ਕੋਵਿਡ ਦੇ ਵਿੱਚ, ਉੱਥੇ ਕਈ ਫੈਮਲੀਜ਼ ਦੇ ਮੈਂਬਰ ਜਿਹੜੇ ਨੇ ਕਈਆਂ ਦੇ ਜਿਹੜੇ ਆ ਉਹ ਨਹੀਂ ਰਹੇ। ਅਤੇ ਆਈ ਥਿੰਕ ਲੈਸਨ ਇਹੀ ਹੈ ਕਿ ਜ਼ਿੰਦਗੀ ਦੇ ਵਿੱਚ ਜਿਹੜਾ ਤੁਸੀਂ ਸ਼ੁਕਰ ਜ਼ਰੂਰ ਮਨਾਉਣਾ ਚਾਹੀਦਾ ਪਰਮਾਤਮਾ ਦਾ। ਅਤੇ ਗੱਲ ਅਸੀਂ ਜਿਹੜੀ ਕਰ ਰਹੇ ਸੀਗੇ ਕਿ ਉਹ ਇਹ ਆ ਕਿ ਇਸ ਵੇਲੇ ਸਿਚੁਏਸ਼ਨ ਜਿਹੜੀ ਆ ਉਹ ਖਰਾਬ ਹੁੰਦੀ ਨਜ਼ਰ ਆ ਰਹੀ ਹੈ ਕਾਫੀ ਹੱਦ ਤੱਕ, ਪਰ ਇਹ ਵੀ ਸਾਨੂੰ ਪਤਾ ਹੈ ਕਿ ਇੰਡੀਆ ਵਿੱਚ ਇੱਕ ਕੈਪੇਬਿਲਿਟੀ ਜ਼ਰੂਰ ਹੈਗੀ ਆ ਕਿ ਉਹ ਮੈਨੂਫੈਕਚਰਿੰਗ ਕਰਕੇ, ਹੋਰਨਾਂ ਚੀਜ਼ਾਂ ਕਰਕੇ, ਡਾਕਟਰਸ ਦੀ ਉੱਥੇ ਕਮੀ ਨਹੀਂ ਹੈ, ਨਰਸਿਸ ਦੀ ਕਮੀ ਨਹੀਂ ਹੈ, ਹਸਪੀਟਲ ਦੀ ਕਮੀ ਨਹੀਂ ਹੈ, ਸਿਰਫ ਰਿਸੋਰਸਿਸ ਜਿਹੜੇ ਆ ਉਹ ਕਿਤੇ ਨਾ ਕਿਤੇ ਪਲੈਨਿੰਗ ਕਰਕੇ ਖਰਾਬ ਹੋਏ ਨੇ। ਔਰ ਇਹਦੇ ਨਾਲ ਜਿਹੜੀ ਉਮੀਦ ਜਾਗੀ ਇਹ ਹੈ ਕਿ ਪ੍ਰੈਸ਼ਰ ਗੌਰਮੈਂਟ 'ਤੇ ਬਹੁਤ ਜ਼ਿਆਦਾ ਵਧਿਆ। ਪਹਿਲੀ ਵਾਰ ਤੁਸੀਂ ਵੇਖਿਆ ਹੋਏਗਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਜਦੋਂ ਆਪਣਾ ਐਡਰੈਸ ਕੀਤਾ, ਬੜਾ ਛੋਟਾ ਸੀਗਾ, ਔਰ ਪਹਿਲਾ ਇੱਕ ਐਸਾ ਪਿਛਲੇ ਇੰਨੇ ਸਾਲਾਂ ਦੇ ਵਿੱਚ ਜਿਹੜਾ ਇੱਕ ਸਪੀਚ ਹੈ ਜਿਹਦੇ 'ਚ ਉਹਨਾਂ ਨੇ ਦਾਅਵੇ ਨਹੀਂ ਕੀਤੇ। ਹਾਂਜੀ, ਨੋਰਮਲੀ ਉਹ ਵੱਡੇ ਵੱਡੇ ਦਾਅਵੇ ਜ਼ਰੂਰ ਕਰਦੇ, ਅਸੀਂ ਆਹ ਕੀਤਾ, ਇੰਡੀਆ ਆਤਮ ਨਿਰਭਰ ਹੈ। ਕੋਈ ਆਤਮ ਨਿਰਭਰ ਦਾ ਵਰਡ ਨਹੀਂ ਯੂਜ਼ ਕੀਤਾ, ਕਿਉਂਕਿ ਹੁਣ ਇੱਕ ਤਰ੍ਹਾਂ ਦਾ ਉਹ ਵਰਡ ਜਿਹੜਾ ਆ ਉਹਦੇ 'ਤੇ ਸਵਾਲੀਆ ਨਿਸ਼ਾਨ ਸ਼ੁਰੂ ਹੋ ਗਿਆ। ਕਿਉਂਕਿ ਵੇਖੋ ਜਦੋਂ ਸਾਡੇ ਕੋਲ ਆਕਸੀਜਨ, ਲੋਕਾਂ ਨੂੰ ਸਾਹ ਲੈਣ ਵਾਸਤੇ ਆਕਸੀਜਨ ਸਾਨੂੰ ਬਾਹਰੋਂ ਮੰਗਾਉਣੀ ਪੈ ਰਹੀ ਹੈ, ਅਸੀਂ ਮਦਦ ਮੰਗ ਰਹੇ ਹਾਂ। ਸਾਨੂੰ ਜਿਹੜੀਆਂ ਨੇ ਹੋਰ ਮੈਡੀਕਲ ਫੈਸਿਲਿਟੀ ਜਿਹੜੀਆਂ ਪਾਕਿਸਤਾਨ ਨੇ ਵੀ ਆਫਰ ਕੀਤੀ ਹੈ, ਨਿਊਜ਼ੀਲੈਂਡ ਵੀ ਆਫਰ ਕਰ ਰਿਹਾ, ਹੋਰ ਕੰਟਰੀ ਜਿਹੜੇ ਆਫਰ ਕਰ ਰਹੇ ਆ, ਅਤੇ ਫਿਰ ਸਾਡਾ ਉਹ ਆਤਮ ਨਿਰਭਰ ਵਾਲਾ ਕੰਮ ਜਿਹੜਾ ਮੈਨੂੰ ਲੱਗਦਾ ਉਹਦੇ ਉੱਤੇ ਬਹੁਤ ਵੱਡਾ ਕੁਐਸਚਨ ਜਿਹੜਾ ਆ ਖੜਾ ਹੋ ਜਾਏਗਾ। ਉਹਦੇ ਉੱਤੇ ਆਪੋਜੀਸ਼ਨ ਜਿਹੜੀ ਆ ਉਹ ਵੀ ਉਹਨਾਂ ਨੂੰ ਸਵਾਲ ਕਰੇਗੀ। ਕਿਤੇ ਨਾ ਕਿਤੇ ਬੜੇ ਵੱਡੇ ਸਵਾਲ ਜਿਹੜੇ ਆ ਕਦੀ ਸੋਚੇ ਨਹੀਂ ਹੋਣਗੇ, ਕਿਉਂਕਿ ਕਹਿੰਦੇ ਆ ਨਾ, ਵੇਖੋ ਕਿ ਕਰੋਨਾ ਵੋਟ ਨਹੀਂ ਪਾਉਂਦਾ, ਬਿਲਕੁਲ ਨਹੀਂ ਪਾਉਂਦਾ, ਠੀਕ ਹੈ ਜੀ। ਹਾਂਜੀ, ਕਰੋਨਾ ਜਿਹੜਾ ਉਹਦਾ ਕੋਈ ਧਰਮ ਹੈ ਨਹੀਂ, ਤੇ ਕਰੋਨਾ ਨੂੰ ਤੁਸੀਂ ਖਰੀਦ ਨਹੀਂ ਸਕਦੇ ਪੈਸੇ ਦੇ ਕੇ। ਸੋ ਇਹ ਇਸ ਕਰਕੇ ਨਾ ਉਹ ਕਰੋਨਾ ਜਿਹੜਾ ਆ ਉਹ ਕਿਸੇ ਮੀਡੀਆ ਦਾ ਮੁਹਤਾਜ ਹੈ, ਸੋ ਉਹਨੇ ਤਾਂ ਆਪਣਾ ਰੰਗ ਵਿਖਾਇਆ, ਬਿਲਕੁਲ ਜੀ। ਠੀਕ ਹੈ। ਔਰ ਉਹ ਰੰਗ ਕਹਿੰਦੇ ਨਾ ਰੱਬ ਦਾ ਰੰਗ ਹੈ, ਕਿਤੇ ਨਾ ਕਿਤੇ ਵੱਡੀਆਂ ਵੱਡੀਆਂ ਗੇਮਾਂ, ਵੱਡੀਆਂ ਵੱਡੀਆਂ ਸਕੀਮਾਂ ਜਿਹੜੀਆਂ ਨੇ ਨਾ ਉਹ ਫੇਲ ਹੋ ਗਈਆਂ, ਉਹ ਜਿਹੜੀਆਂ ਨੇ ਨਾ ਉਹ ਪ੍ਰਮਾਤਮਾ ਫੇਲ ਕਰ ਦਿੰਦਾ। ਜਦੋਂ ਕਹਿੰਦੇ ਆ ਅੱਤ ਹੋ ਜੇ ਕਿਸੇ ਵੀ ਚੀਜ਼ ਦੀ, ਪੀਕ ਹੋ ਜੇ ਕਿਸੇ ਵੀ ਚੀਜ਼ ਦੀ, ਚਾਹੇ ਤੁਸੀਂ ਗੇਮ ਖੇਡ ਰਹੇ ਹੋ, ਚਾਹੇ ਤੁਸੀਂ ਚਲਾਕੀਆਂ ਮਾਰ ਰਹੇ ਹੋ, ਤਾਂ ਮੈਨੂੰ ਲੱਗਦਾ ਵੀ ਜਿਹੜੀਆਂ ਬਹੁਤ ਸਾਰੀਆਂ ਗੇਮਾਂ ਖੇਡੀਆਂ ਜਾ ਰਹੀਆਂ ਸੀਗੀਆਂ, ਚਾਹੇ ਉਹ ਕਿਸਾਨਾਂ ਦੇ ਨਾਲ ਸੀਗੀਆਂ, ਚਾਹੇ ਉਹ ਕਿਤੇ ਵੀ ਸੀਗੀਆਂ, ਉਹ ਗੇਮਾਂ ਸਾਰੀਆਂ ਜਿਹੜੀਆਂ ਨੇ ਨਾ ਉਹ ਉਲਟੀਆਂ ਪੈ ਗਈਆਂ। ਅਤੇ ਅੱਜ ਦੇ ਦਿਨ 'ਚ ਇੰਡੀਆ ਦੇ ਵਿੱਚ ਕੋਈ ਐਸਾ ਇਨਸਾਨ ਨਹੀਂ ਹੈ ਜਿਹਨੂੰ ਆਪਦੀ ਜਾਨ ਦੀ ਫਿਕਰ ਨਹੀਂ ਹੈ। ਉਹ ਜਦੋਂ ਜਾਨ 'ਤੇ ਪੈਂਦੀ ਹੈ ਨਾ, ਉਸ ਟਾਈਮ ਕੋਈ ਪਾਰਟੀ ਨਹੀਂ ਯਾਦ ਆਉਂਦੀ, ਬਿਲਕੁਲ, ਉਸ ਟਾਈਮ ਕੋਈ ਪੋਲੀਟਿਕਸ ਨਹੀਂ ਯਾਦ ਆਉਂਦੀ, ਉਸ ਟਾਈਮ ਕੋਈ ਇਹ ਨਹੀਂ ਸੋਚਦਾ ਜੀ ਰਾਮ ਮੰਦਿਰ ਬਣ ਰਿਹਾ ਨਹੀਂ ਬਣ ਰਿਹਾ, ਠੀਕ ਹੈ। ਕੋਈ ਸਾਰੀਆਂ ਚੀਜ਼ਾਂ ਭੁੱਲ ਜਾਂਦੇ ਲੋਕ, ਸਭ ਤੋਂ ਪਹਿਲਾਂ ਆਪਦੀ ਜਾਨ ਪਿਆਰੀ ਹੁੰਦੀ ਹੈ। ਤਾਂ ਅੱਜ ਉੱਥੇ ਹਾਲਾਤ ਇਵੇਂ ਦੇ ਆ ਕਿ ਸਡਨਲੀ, ਕਿਉਂਕਿ ਜਾਨ 'ਤੇ ਖਤਰਾ ਬਣਿਆ, ਹੁਣ ਜਿਹੜਾ ਆ ਇਹ ਬੜਾ ਮੁਸ਼ਕਿਲ ਹੈ ਕਹਿਣਾ ਕਿ ਜੀ ਤੁਸੀਂ ਜੀ ਤਾਲੀਆਂ ਵਜਾਓ, ਤੁਸੀਂ ਜੀ ਫੁੱਲ ਵਰਸਾਓ ਹਸਪਤਾਲਾਂ ਦੇ ਉੱਤੇ, ਅਤੇ
ਉਹਦੇ ਨਾਲ ਜਿਹੜਾ ਹੈ ਜੀ ਕਰੋਨਾ ਜਿਹੜਾ ਆ ਉਹ ਠੀਕ ਹੋ ਜਾਏਗਾ। ਹੁਣ ਤੇ ਸਿਲੰਡਰ ਤੇ ਚਾਹੀਦਾ ਹੀ ਹੈ। ਬਿਲਕੁਲ ਵੀਡੀਓਜ਼ ਇਹੋ ਜਿਹੇ ਬਾਹਰ ਆ ਰਹੇ ਆ ਕਿ ਜਿੱਥੇ ਲਾਸ਼ਾਂ ਬਾਹਰ ਡਿੱਗਦੀਆਂ ਗੱਡੀਆਂ ਦੇ ਵਿੱਚੋਂ ਸੜਕਾਂ ਦੇ ਉੱਤੇ। ਹਾਂਜੀ। ਸੋ ਹੁਣ ਉਹਨਾਂ ਚੀਜ਼ਾਂ ਨੂੰ ਤੁਸੀਂ ਲੁਕਾ ਨਹੀਂ ਸਕਦੇ ਤੇ ਕਿਤੇ ਨਾ ਕਿਤੇ ਮਾੜੀ ਸਿਚੁਏਸ਼ਨ ਜਿਹੜੀ ਹੈ ਬਣ ਗਈ ਹੈ। ਪਰ ਇਹ ਹੈ ਵੀ ਇਹ ਪ੍ਰਮਾਤਮਾ ਦੇ ਰੰਗ ਨੇ। ਕਿਤੇ ਨਾ ਕਿਤੇ ਪ੍ਰਮਾਤਮਾ ਨੇ ਆਪਣਾ ਜ਼ਰੂਰ ਇਨਸਾਨ ਨੂੰ ਇਹ ਚੀਜ਼ ਦੱਸਣੀ ਹੁੰਦੀ ਹੈ ਕਿ ਤੁਹਾਡੀਆਂ ਸਕੀਮਾਂ ਗੇਮਾਂ ਇੱਕ ਪਾਸੇ ਨੇ, ਮੇਰੀ ਸਕੀਮ ਤੇ ਮੇਰਾ ਜਿਹੜਾ ਹੈ ਸਰਕਲ। ਦੇਖੋ ਜਿਵੇਂ ਡੋਨਲਡ ਟਰੰਪ ਨੇ ਕਦੀ ਨਹੀਂ ਸੋਚਿਆ ਸੀ ਵੀ ਕੋਵਿਡ ਉਹਨਾਂ ਨੂੰ ਲੈ ਡੁੱਬੂਗਾ। ਸੋ ਮੈਨੂੰ ਲੱਗਦਾ ਕੋਵਿਡ ਜਿਹੜਾ ਇਹ ਆਉਣ ਵਾਲੇ ਟਾਈਮ 'ਚ ਬੜੀਆਂ ਸਰਕਾਰਾਂ ਜਿਹੜੀਆਂ ਨੇ ਉਹਨਾਂ ਨੂੰ ਸਵਾਲੀਆ ਨਿਸ਼ਾਨ ਉਹਨਾਂ ਉੱਤੇ ਲਾ ਸਕਦਾ, ਕਿਉਂਕਿ ਉਹਦੇ ਅੱਗੇ ਤੁਹਾਡਾ ਵੱਸ ਨਹੀਂ ਚੱਲਦਾ, ਉਹਦੇ ਅੱਗੇ ਤੁਹਾਡੀ ਮੀਡੀਆ ਨਹੀਂ ਚੱਲਦਾ। ਬਿਲਕੁਲ ਜੀ, ਬਿਲਕੁਲ। ਔਰ ਮੀਡੀਆ ਨੂੰ ਤੁਸੀਂ ਜਿੰਨਾ ਮਰਜ਼ੀ ਡੱਕਣ ਦੀ ਕੋਸ਼ਿਸ਼ ਕਰੋ। ਹੁਣ ਦਿੱਲੀ ਦੇ ਚੀਫ ਮਿਨਿਸਟਰ ਨਾਲ ਜਿਹੜੀ ਮੁਲਾਕਾਤ ਹੋ ਰਹੀ ਸੀਗੀ ਉਹ ਹੁਣ ਲਾਈਵ ਟੈਲੀਕਾਸਟ ਹੋ ਗਈ ਆ, ਜਿੱਥੇ ਕਿ ਪ੍ਰਧਾਨ ਮੰਤਰੀ ਸਾਹਿਬ ਆਪ ਕਹਿ ਰਹੇ ਆ ਕਿ ਕਿਉਂ ਵਿਖਾ ਰਹੇ ਹੋ, ਠੀਕ ਹੈ, ਇਹ ਪ੍ਰੋਟੋਕਾਲ ਨਹੀਂ ਹੈ। ਇਹਦਾ ਮਤਲਬ ਹੈ ਵੇਖੋ ਅੰਦਰ ਜਿਹੜੀ ਆ ਇਹ ਗੱਲਾਂ ਚਿੰਤਾ ਹੋਰ ਨੇ, ਬਾਹਰ ਜੋ ਵਿਖਾਇਆ ਜਾ ਰਿਹਾ ਆਮ ਲੋਕਾਂ ਨੂੰ ਉਹ ਬੜੀਆਂ ਡਿਫਰੈਂਟ ਚੀਜ਼ਾਂ ਨੇ। ਤੇ ਹੁਣ ਜੇ ਅਸੀਂ ਇੱਥੇ ਨਾਲ ਹੀ ਅਸੀਂ ਜੇ ਗੱਲ ਕਰੀਏ ਹੁਣ ਇੱਕ ਫੈਸਲਾ ਲਿਆ ਗਿਆ ਕਿ ਫਲਾਈਟਾਂ ਜਿਹੜੀਆਂ ਨੇ ਇਸ ਵੀਰਵਾਰ ਤੋਂ ਰਾਤ ਦੇ 11:30 ਵਜੇ ਤੋਂ ਉਹ ਕਰਤੀਆਂ ਬੰਦ। ਪਾਕਿਸਤਾਨ ਤੋਂ ਵੀ ਡਾਇਰੈਕਟ ਫਲਾਈਟ ਜਿਹੜੀਆਂ ਨੇ, ਇੰਡੀਆ ਤੋਂ ਵੀ ਡਾਇਰੈਕਟ ਫਲਾਈਟਸ ਨੇ। ਕਈ ਲੋਕ ਦੱਸ ਰਹੇ ਨੇ ਕਿ ਇਹਦਾ ਰੀਜ਼ਨ ਇਹ ਸੀਗਾ ਕਿ ਇੱਥੋਂ ਤੱਕ ਕਿ ਲੋਕ ਇੰਡੀਆ ਤੋਂ ਪੈਸੇ ਦੇ ਗਏ ਐਜ਼ ਲੋ ਐਜ਼ 5000 ਰੁਪਇਆ ਤੇ ਨੈਗੇਟਿਵ ਕੋਵਿਡ ਦਾ ਟੈਸਟ ਜਿਹੜਾ ਸੀ ਉਹਦੀ ਰਿਪੋਰਟ ਬਣਾ ਕੇ ਲਿਆ ਰਹੇ ਸੀ। ਦੇਖੋ ਜੇ ਵੇਖਿਆ ਜਾਏ ਤੇ ਸਾਨੂੰ ਇਸ ਚੀਜ਼ 'ਚ ਕੋਈ ਮਾਣ ਨਹੀਂ ਮਹਿਸੂਸ ਹੋਣਾ ਚਾਹੀਦਾ। ਸਾਨੂੰ ਇਹ ਚੀਜ਼ ਰਿਅਲਾਈਜ਼ ਕਰਨੀ ਚਾਹੀਦੀ ਹੈ ਕਿ ਉਹ 5000 ਕਰਕੇ ਪਤਾ ਨਹੀਂ ਕਿੰਨੇ ਲੋਕਾਂ ਦਾ ਇੱਥੇ ਨੁਕਸਾਨ ਹੋਇਆ। ਕਿਸੇ ਦੇ ਪਰਿਵਾਰ ਦਾ ਮੈਂਬਰ ਵੀ ਜਿਹੜਾ ਆ ਉਹਦੀ ਜਾਨ ਤੋਂ ਵੀ ਗਿਆ ਹੋਏਗਾ, ਕੋਈ ਹਸਪਤਾਲ 'ਚ ਹੋਏਗਾ। ਅਸੀਂ ਹਸਪੀਟਲ ਉੱਤੇ ਕਿੰਨਾ ਆਪਣਾ ਬੋਝ ਜਿਹੜਾ ਵਧਾਇਆ। ਅੱਜ ਪੇਸ਼ੈਂਟ ਜਿਹੜੇ ਨੇ ਉਹ ਗੋਲਫ 'ਚ, ਵਿੰਡਸਰ, ਲੰਡਨ ਭੇਜੇ ਜਾ ਰਹੇ ਆ। ਬਰੈਂਪਟਨ GTA ਦੇ ਵਿੱਚ ਪੇਸ਼ੈਂਟਸ ਨੂੰ ਸੰਭਾਲਣ ਦੀ ਸਾਡੀ ਸਮਰੱਥਾ ਜਿਹੜੀ ਆ ਉਹ ਖਤਮ ਹੋ ਚੁੱਕੀ ਹੈ। ਸੋ ਇਹ ਪਹਿਲਾਂ ਤਾਂ ਇਹ ਫੈਸਲਾ ਜਿਹੜਾ ਫਲਾਈਟ ਰੋਕਣ ਦਾ ਇਹ ਪਹਿਲਾਂ ਲੇਟ ਲਿਆ ਗਿਆ ਕਿਉਂਕਿ 7 ਅਪ੍ਰੈਲ ਨੂੰ ਹੀ ਕੇਸ ਪਹਿਲਾਂ ਆ ਚੁੱਕਿਆ ਸੀਗਾ। ਸੋ ਇਹਦੇ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਕੀ ਵਜ੍ਹਾ ਸੀਗੀ ਕਿ ਬਈ ਪਹਿਲਾਂ ਤਾਂ ਕਾਫੀ ਦੇਰ ਤੋਂ ਇਹ ਚੱਲ ਰਿਹਾ ਸੀਗਾ ਇੰਡੀਆ ਦੇ ਵਿੱਚ? ਬਹੁਤ ਸਾਰੇ ਲੋਕ ਜਦੋਂ ਅਸੀਂ ਗੱਲ ਕਰਦੇ ਹਾਂ ਉਹ ਦੱਸਦੇ ਆ ਜੀ ਇਹ ਤਾਂ ਬਹੁਤ ਦੇਰ ਦਾ ਚੱਲ ਰਿਹਾ, ਇੱਥੇ ਰਿਪੋਰਟਾਂ ਮਿਲ ਜਾਂਦੀਆਂ ਤੁਸੀਂ। ਹਾਂਜੀ। ਤੇ ਹੁਣ ਪਿਛਲੇ 2-3 ਤੋਂ ਏਅਰਪੋਰਟਸ ਉੱਤੇ ਇੰਡੀਆ ਦੇ ਵਿੱਚ ਉਹਨਾਂ ਨੇ ਸ਼ੁਰੂ ਕੀਤਾ ਕਿ ਉੱਥੇ ਟੈਸਟ ਕਰਦੇ ਆ। ਬਿਲਕੁਲ ਜੀ। ਜੇ ਉੱਥੇ ਕੋਵਿਡ ਟੈਸਟ ਕਰਦੇ ਆ ਫਿਰ ਜੇ ਨੈਗੇਟਿਵ ਹੈਗਾ ਫਿਰ ਤੁਸੀਂ ਏਅਰਕ੍ਰਾਫਟ ਆਪਣੇ ਤੁਸੀਂ ਫਲਾਈਟ 'ਤੇ ਚੜ੍ਹ ਸਕਦੇ ਹੋ। ਸੋ ਇਹਦੇ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਇਹ ਜਦੋਂ ਸਾਨੂੰ ਨਜ਼ਰ ਆ ਰਿਹਾ ਸੀਗਾ ਅਸੀਂ ਸੁਣ ਰਹੇ ਸੀਗੇ, ਫਿਰ ਕੈਨੇਡਾ ਦੀ ਸਰਕਾਰ ਨੇ ਨਾ ਟਾਈਮ ਕੋਲ ਲਾਇਆ। ਬਿਲਕੁਲ ਜੀ। ਜਿੱਥੇ ਆਪਾਂ ਇੰਡੀਅਨ ਗਵਰਨਮੈਂਟ ਦੇ ਜਿਹੜੀ ਪੋਲਿਸੀ ਆ ਉਹ ਤੇ ਆਪਾਂ ਕੁਐਸਚਨ ਮਾਰਕ ਉਠਾਉਂਦੇ ਆ, ਉੱਥੇ ਕਿਤੇ ਨਾ ਕਿਤੇ ਸਾਨੂੰ ਕੈਨੇਡੀਅਨ ਗਵਰਨਮੈਂਟ ਤੇ ਵੀ ਸਵਾਲੀਆ ਨਿਸ਼ਾਨ ਖੜੇ ਹੁੰਦੇ ਨੇ। ਇਹ ਨਹੀਂ ਹੈ ਕਿ ਕੈਨੇਡਾ 'ਚ ਕਿਵੇਂ ਸਿਚੁਏਸ਼ਨ ਬਹੁਤ ਵਧੀਆ, ਹਾਂ ਇੰਡੀਆ ਜਿੰਨੇ ਹਾਲਾਤ ਖਰਾਬ ਨਹੀਂ ਹੈਗੇ, ਬਟ ਸਿਚੁਏਸ਼ਨ ਤਾਂ ਇੱਥੇ ਵੀ ਬਹੁਤ ਕ੍ਰਿਟੀਕਲ ਬਣੀ ਹੋਈ ਆ। ਇਹ ਵੀ ਜਦੋਂ ਆਪਣੀਆਂ ਸਾਰੀਆਂ ਪ੍ਰੋਵਿੰਸਸ ਦੇ ਪ੍ਰੀਮੀਅਰਸ ਨੇ ਕਿਹਾ ਕਿ ਤੁਸੀਂ ਬਾਈ ਟਰੈਵਲ ਬੈਨ ਲਾਓ ਤੇ ਫਿਰ ਜਾ ਕੇ ਜਿਹੜੀ ਫੈਡਰਲ ਗਵਰਨਮੈਂਟ ਨੀਂਦ 'ਚੋਂ ਜਾਗੀ ਹੈ ਜੀ। ਇਹ ਬਹੁਤ ਪਹਿਲਾਂ ਲੱਗ ਜਾਣਾ ਚਾਹੀਦਾ ਸੀਗਾ। ਅਸੀਂ ਪਿਛਲੇ ਸਾਲ ਵੀ ਦੇਖਿਆ ਸੀਗਾ ਜਦੋਂ UK ਦਾ ਵੇਰੀਐਂਟ ਆਇਆ ਸੀਗਾ, ਉਦੋਂ ਵੀ ਢਿੱਲ ਵਰਤੀ ਗਈ ਸੀਗੀ ਕਿ ਬਿਕੋਜ਼ ਜਿਹੜੇ ਵੇਰੀਐਂਟ ਨੇ ਇਹ ਕੈਨੇਡਾ 'ਚ ਨਹੀਂ ਆਏ, ਇਹ ਇੰਟਰਨੈਸ਼ਨਲ ਟਰੈਵਲ ਕਰਕੇ ਹੀ ਆਏ ਨੇ। ਸਾਡੇ ਸਾਹਮਣੇ ਐਗਜ਼ਾਮਪਲਸ ਨੇ ਕੰਟਰੀ ਲਾਈਕ ਇਜ਼ਰਾਈਲ, ਕੰਟਰੀ ਲਾਈਕ ਆਸਟ੍ਰੇਲੀਆ, ਕੰਟਰੀ ਲਾਈਕ ਨਿਊਜ਼ੀਲੈਂਡ, ਜਿਨ੍ਹਾਂ ਨੇ ਟੋਟਲ ਟਰੈਵਲ ਬੈਨ ਲਾਇਆ ਤੇ ਅੱਜ ਉਹ ਮੋਰ ਔਰ ਲੈਸ ਕੋਵਿਡ ਫ੍ਰੀ ਨੇ ਕਿ ਉੱਥੋਂ ਦੀ ਪੋਪੂਲੇਸ਼ਨ ਮਾਸਕ ਪਾਉਣਾ ਵੀ ਉਹਨਾਂ ਨੇ ਮੈਂਡੇਟਰੀ ਨਹੀਂ ਰੱਖਿਆ। ਸੋ ਕਿਤੇ ਨਾ ਕਿਤੇ ਇਹ ਚੀਜ਼ ਢਿੱਲ ਵਰਤੀ ਗਈ ਹੈ। ਡਗ ਫੋਰਡ ਦੀ ਪ੍ਰੀਮੀਅਰ ਜਿਹੜੇ ਨੇ ਉਹ ਤਾਂ ਬਹੁਤ ਦੇਰ ਤੋਂ ਕਹਿ ਰਹੇ ਨੇ ਕਿ ਟਰੈਵਲ ਬੈਨ ਹੋਣਾ ਚਾਹੀਦਾ। ਬਾਕੀ ਪ੍ਰੀਮੀਅਰਸ ਨੇ ਵੀ ਕਿਹਾ, ਫਿਰ ਜਾ ਕੇ ਆਹ ਲੇਟ ਲੱਗਿਆ। ਹੁਣ ਵੀ ਕੇਸਿਸ ਜਿਹੜੇ ਨੇ ਇੱਥੇ ਜਿਹੜਾ ਡਬਲ ਮਿਊਟੈਂਟ ਜਿਹੜਾ ਇੰਡੀਆ ਵਾਲਾ ਉਹਦੇ ਕੇਸਿਸ ਪਾਏ ਜਾ ਰਹੇ ਨੇ। ਵੀ ਹੋਪ ਐਂਡ ਐਕਸਪੈਕਟ ਕਿ ਟਰੈਵਲ ਬੈਨ ਜਿਹੜਾ ਹੈ ਉਹ ਮੈਂ ਪਰਸਨਲੀ ਆਈ ਵੁੱਡ ਵਾਂਟ ਕਿ ਸਾਰੇ ਕਿਤੋਂ ਹੀ ਟਰੈਵਲ ਬੈਨ ਲੱਗ ਜਾਣਾ ਚਾਹੀਦਾ ਹੈ, ਜਿੰਨੀ ਦੇਰ ਤੱਕ ਨਹੀਂ ਹੋਣਾ ਚਾਹੀਦਾ, ਇਹ ਕੰਟਰੋਲ ਨਹੀਂ ਹੁੰਦਾ। ਠੀਕ ਹੈ ਜੀ। ਸਾਡੇ ਕਾਲਰਸ ਜਿਹੜੇ ਨੇ ਸਾਨੂੰ ਕਾਲ ਕਰ ਸਕਦੇ ਨੇ। ਸਟੂਡੀਓ ਦਾ ਨੰਬਰ ਹੈਗਾ 416 620 1778 4166201778। ਤੁਸੀਂ ਕੋਈ ਵੀ ਆਪਣੇ ਵਿਚਾਰ ਦੇਣਾ ਚਾਹੋ ਕੋਵਿਡ ਸਿਚੁਏਸ਼ਨ ਉੱਤੇ ਜਾਂ ਫਲਾਈਟ ਜਿਹੜੀਆਂ ਨੇ ਬੰਦ ਕੀਤੀਆਂ ਨੇ, ਜੇ ਉਹਦੇ ਬਾਰੇ ਜਾਂ ਤੁਹਾਡਾ ਕੋਈ ਸਵਾਲ ਹੈ ਤਾਂ ਸਾਨੂੰ ਤੁਸੀਂ ਕਾਲ ਕਰਕੇ ਜ਼ਰੂਰ ਪੁੱਛ ਸਕਦੇ ਹੋ। ਇੱਥੇ ਹੀ ਅਸੀਂ ਸਾਰਿਆਂ ਨੂੰ ਜ਼ਰੂਰ ਦੱਸਣਾ ਚਾਹੁੰਦੇ ਹਾਂ ਕਿ ਜਿਹੜਾ ਬੜੇ ਬਾਰੇ ਕੁਐਸਚਨ ਪੁੱਛ ਰਹੇ ਨੇ ਕਿ ਟਰੈਵਲ ਬੈਨ ਜਿਹੜਾ ਆ ਉਹ ਕਿਵੇਂ ਲੱਗਿਆ ਹੈ। ਤੁਸੀਂ ਜੇ ਇੰਡੀਆ ਤੋਂ ਫਲਾਈਟ ਲੈਣੀ ਹੈ ਅਤੇ ਕੋਈ ਵੀ ਫਲਾਈਟ ਜਿਹੜੀ ਆ ਉਹ ਡਾਇਰੈਕਟ ਕੈਨੇਡਾ ਨਹੀਂ ਆ ਰਹੀ,
ਤੇ ਉਹਦੇ ਵਿੱਚ ਇੱਕ ਹੀ ਫਲਾਈਟ ਹੈ ਜਿਹੜੀ ਜਿਹਦੇ ਤੇ ਬੇਸਿਕਲੀ ਇਹ ਰੁਕੀ ਆ, ਉਹ ਹੈਗੀ ਆ 에ਅਰ ਕੈਨੇਡਾ, ਕਿਉਂਕਿ ਦੂਸਰੀ ਕੋਈ ਫਲਾਈਟ ਜਿਹੜੀ ਆ ਡਾਇਰੈਕਟ ਇੰਡੀਆ ਤੋਂ ਜਿਹੜੀ ਆ ਉਹ ਕੈਨੇਡਾ ਨਹੀਂ ਆਉਂਦੀ। ਪਾਕਿਸਤਾਨ ਤੋਂ 에ਅਰ ਕੈਨੇਡਾ ਜਿਹੜੀ ਉਹ ਚੱਲਦੀ ਨਹੀਂ। ਸੋ ਇਸ ਕਰਕੇ 에ਅਰ ਕੈਨੇਡਾ ਜਿਹੜੀ ਆ ਨਾ ਜਾ ਰਹੀ ਹੈ ਨਾ ਆ ਰਹੀ ਹੈ। ਮਗਰ ਜੇ ਤੁਸੀਂ ਇੰਡੀਆ ਤੋਂ ਤੁਸੀਂ ਆਉਣਾ ਆ, ਤੁਸੀਂ ਵਾਇਆ ਦੁਬਈ ਜਾਂ ਇੰਗਲੈਂਡ ਜਾਂ ਫਰਾਂਸ ਜਾਂ ਕਿਸੇ ਵੀ ਹੋਰ ਦੇਸ਼ ਥਾਣੀ ਤੁਸੀਂ ਆ ਸਕਦੇ ਹੋ ਇਨਡਾਇਰੈਕਟ ਫਲਾਈਟ ਥਾਣੀ। ਮਗਰ ਇੱਕ ਚੀਜ਼ ਦਾ ਜਿਹੜਾ ਸਾਨੂੰ ਯਾਦ ਰੱਖਣਾ ਚਾਹੀਦਾ, ਇੱਕ ਚੀਜ਼ ਜਿਹੜੀ ਆ ਗੌਰ ਕਰਨੀ ਚਾਹੀਦੀ ਆ, ਕਿਉਂਕਿ ਜੋ ਨਵੀਆਂ ਇੰਸਟਰਕਸ਼ਨਸ ਨੇ ਉਹਦੇ ਵਿੱਚ ਤੁਸੀਂ ਜਿਹੜੇ ਵੀ ਲਾਸਟ ਕੰਟਰੀ ਤੋਂ ਟੇਕ ਆਫ ਕਰੋਗੇ ਕੈਨੇਡਾ ਵਾਸਤੇ, ਉੱਥੇ ਤੁਹਾਨੂੰ ਕੋਵਿਡ ਦਾ ਟੈਸਟ ਕਰਾਉਣਾ ਪਏਗਾ। ਕਹਿਣ ਦਾ ਮਤਲਬ ਇਹ ਹੈ ਕਿ ਜੇ ਤੁਸੀਂ ਫਲਾਈਟ ਲੈਂਦੇ ਹੋ, ਬ੍ਰਿਟਿਸ਼ ਏਅਰਵੇਜ਼ ਲੈ ਕੇ ਆ ਰਹੇ ਹੋ, ਤੁਸੀਂ ਵਾਇਆ ਲੰਡਨ ਆ ਰਹੇ ਹੋ, ਸੋ ਲੰਡਨ ਤੁਹਾਨੂੰ ਕੋਵਿਡ ਦਾ ਟੈਸਟ ਕਰਾਉਣਾ ਪਏਗਾ। ਅਗਰ ਉੱਥੇ ਤੁਹਾਡਾ ਕੋਵਿਡ ਦਾ ਟੈਸਟ ਨੈਗੇਟਿਵ ਆਉਂਦਾ ਹੈ ਤਦ ਹੀ ਤੁਹਾਨੂੰ ਕੈਨੇਡਾ ਦੇ ਵਿੱਚ ਐਂਟਰੀ ਜਿਹੜੀ ਆ ਦਿੱਤੀ ਜਾਏਗੀ। ਔਰ ਇੱਥੇ ਆ ਕੇ ਵੀ ਤੁਹਾਨੂੰ 14 ਦਿਨ ਜਿਹੜਾ ਆ ਉਹ ਕੁਆਰੰਟਾਈਨ ਕਰਨਾ ਪਏਗਾ। ਕੁਛ ਐਸੈਂਸ਼ੀਅਲ ਸਰਵਿਸਿਜ਼ ਨੇ, ਐਸੈਂਸ਼ੀਅਲ ਵਰਕਰਸ ਨੇ ਜਿਹੜੇ, ਉਹਨਾਂ ਨੂੰ ਸ਼ਾਇਦ 14 ਦਿਨ ਦੇ ਕੁਆਰੰਟਾਈਨ ਤੋਂ ਐਗਜ਼ੈਂਪਟ ਕਰਨਗੇ ਔਰ ਉਹਨਾਂ ਨੂੰ 3 ਦਿਨ ਬਾਅਦ ਉਹਨਾਂ ਨੂੰ ਟੈਸਟ ਕਰਾ ਕੇ ਉਹਨਾਂ ਨੂੰ 14 ਦਿਨ ਵਿੱਚ ਕੁਆਰੰਟਾਈਨ ਕਰਨ ਤੋਂ ਜਿਹੜਾ ਉਹਨਾਂ ਨੂੰ ਛੁੱਟੀ ਹੈ। ਮਗਰ ਬਾਕੀ ਲੋਕ ਜਿਹੜੇ ਨੇ ਉਹਨਾਂ ਨੂੰ ਨੈਗੇਟਿਵ ਟੈਸਟ ਰਿਪੋਰਟ ਲਾਸਟ ਡੈਸਟੀਨੇਸ਼ਨ ਜਿਹੜੀ ਹੈ ਉਹ ਹੋਏਗੀ ਜਿੱਥੋਂ ਤੁਸੀਂ ਫਾਈਨਲੀ ਕੈਨੇਡਾ ਲਈ ਟੇਕ ਆਫ ਕਰ ਰਹੇ ਹੋ। ਸੋ ਇਸ ਕਰਕੇ ਜੋ ਲੋਕ ਉੱਥੇ ਫਸ ਗਏ ਨੇ ਉਹ ਆ ਸਕਦੇ ਨੇ ਉੱਥੋਂ, ਮਗਰ ਉਹਨਾਂ ਨੂੰ ਇਨਡਾਇਰੈਕਟ ਫਲਾਈਟ ਲੈ ਕੇ ਜਿਹੜੀ ਆ ਉਹ ਕੈਨੇਡਾ 'ਚ ਆਉਣਾ ਪਏਗਾ। ਇਹ ਫੈਸਲਾ ਜਿਹੜਾ ਸੀਗਾ ਇਹ ਬਹੁਤ ਪਹਿਲਾਂ ਲੈਣਾ ਚਾਹੀਦਾ ਸੀਗਾ, ਮਗਰ ਲਿਆ ਲੇਟ ਗਿਆ। ਦਸੰਬਰ 'ਚ ਵੀ ਅਸੀਂ ਸਪਾਈਕ ਵੇਖਿਆ ਸੀਗਾ ਕੇਸਿਸ ਦਾ, ਹੁਣ ਵੀ ਕੇਸ ਜਿਹੜੇ ਨੇ ਬੜੇ ਵੱਧ ਰਹੇ ਨੇ। ਮੈਂ ਇੱਥੇ ਹਰਕੀਰਤ ਜੀ ਗੱਲ ਇਹ ਕਰਨੀ ਚਾਹੁੰਦਾ ਕਿ ਮੈਨੂੰ ਨਹੀਂ ਸਮਝ ਆਈ ਇਸ ਗੱਲ ਦੀ ਕਿ ਆਪਣੇ ਲੋਕੀ ਕਿਉਂ ਇਹ ਚੀਜ਼ ਜਿਹੜੀ ਆ ਝੂਠੀ ਰਿਪੋਰਟ ਬਣਾ ਕੇ, ਪਤਾ ਹੈ ਕਿ ਕੋਵਿਡ ਹੈ, ਕਿਉਂ ਅਸੀਂ ਝੂਠੀਆਂ ਰਿਪੋਰਟ ਬਣਾਉਂਦੇ ਹਾਂ। ਫਿਰ ਇੱਥੇ ਆ ਕੇ ਸਾਨੂੰ ਪਤਾ ਹੈ ਕਿ ਅਸੀਂ ਇਹ ਕੋਵਿਡ ਜਿਹੜੀ ਆ ਇਹਨੇ ਦੂਸਰਿਆਂ ਨੂੰ ਹੋਣਾ, ਤੁਸੀਂ ਆ ਕੇ ਆਪਣੇ ਪਰਿਵਾਰ 'ਚ ਰਹਿਣਾ ਆ, ਉਹਨਾਂ ਨੂੰ ਵੀ ਕੋਵਿਡ ਕਰਨੀ ਹੈ। ਔਰ ਇਹ ਵੀ ਪਤਾ ਹੈ ਕਿ ਇਹ ਜਾਨਲੇਵਾ ਵੀ ਹੈ। ਔਰ ਇੱਥੋਂ ਤੱਕ ਕਿ ਡਾਕਟਰਸ ਇਹ ਕਹਿ ਰਹੇ ਆ ਕਿ ਬਰੈਂਪਟਨ ਦੇ ਵਿੱਚ ਆਪਣੇ ਹੀ ਭਾਈਚਾਰੇ ਦੀ ਗੱਲ ਕੀਤੀ ਜਾਏ ਤੇ ਘਰ ਦੇ ਵਿੱਚ ਵੀ ਲੋਕਾਂ ਦੀ ਮੌਤ ਹੋ ਗਈ ਹੈ ਕਿ ਉਹਨਾਂ ਨੂੰ ਇਹ ਰਿਅਲਾਈਜ਼ ਨਹੀਂ ਹੋਇਆ, ਕਿਉਂਕਿ ਅਸੀਂ ਚਾਂਸ ਲੈਂਦੇ ਹਾਂ, ਸਾਡੀ ਆਦਤ ਹੈ। ਠੀਕ ਹੈ, ਇੱਥੇ ਉਹਨਾਂ ਨੂੰ ਖਾਂਸੀ ਹੈ, ਕਿਸੇ ਨੂੰ ਜ਼ੁਕਾਮ ਹੈ, ਕਿਸੇ ਨੂੰ ਛਾਤੀ 'ਚ ਦਰਦ ਹੋ ਰਹੀ ਹੈ, ਲਾਸਟ ਚੀਜ਼ ਜਿਹੜੀ ਸਾਡੇ ਦਿਮਾਗ 'ਚ ਆਏਗੀ, ਬੇਸ਼ੱਕ ਸਾਲ ਉੱਪਰ ਹੋ ਚੁੱਕਿਆ ਕਰੋਨਾ ਜਾਂ ਕੋਵਿਡ ਦੇ ਨਾਲ, ਕਿ ਅਸੀਂ ਟੈਸਟ ਕਰਾਈਏ। ਠੀਕ ਹੈ, ਕਿਉਂਕਿ ਅਸੀਂ ਟੈਸਟ ਇਸ ਕਰਕੇ ਨਹੀਂ ਕਰਾਉਂਦੇ ਕਿ ਜੇ ਟੈਸਟ ਆ ਗਿਆ ਸਾਡਾ ਪੋਜ਼ੀਟਿਵ ਤੇ ਫਿਰ ਸਾਨੂੰ ਘਰੇ ਬਹਿਣਾ ਪਏਗਾ, ਫਿਰ ਸਾਨੂੰ ਕੰਮ 'ਤੇ ਨਹੀਂ ਜਾਣਾ ਪਏਗਾ। ਤੇ ਇਸ ਕਰਕੇ ਅਸੀਂ ਕੀ ਕਰਦੇ ਹਾਂ, ਅਸੀਂ ਅੱਖਾਂ ਮੀਟ ਛੱਡਦੇ ਹਾਂ ਕਿ ਸਾਨੂੰ ਹੈ ਹੀ ਨਹੀਂ, ਅਸੀਂ ਇਹ ਬਹਾਨਾ ਲਾ ਲੈਂਦੇ ਹਾਂ। ਉਹਦੇ ਨਾਲ ਕੀ ਹੋ ਰਿਹਾ ਹੈ ਕਿ ਜੇ ਕੋਈ ਕਿਸੇ ਨੂੰ ਮਿਲ ਰਿਹਾ ਉਹ ਉਹਨੂੰ ਵੀ ਦੇ ਰਿਹਾ, ਤਾਂ ਸਾਡੇ ਕਮਿਊਨਿਟੀ ਦੇ ਵਿੱਚ ਕਮਿਊਨਿਟੀ ਸਪਰੈਡ ਬਹੁਤ ਹੈ। ਫਿਰ ਅਸੀਂ ਬਾਜ ਨਹੀਂ ਆਉਂਦੇ ਇਹਨੂੰ ਇੱਕ ਦੂਜੇ ਦੇ ਘਰ ਜਾਣ ਤੋਂ, ਇੱਕ ਦੂਜੇ ਨੂੰ ਬਹਿਣਾ, ਇਕੱਠੇ ਹੋਣਾ ਆ, ਚਾਹੇ ਕਿਤੇ ਵੀ ਹੀ। ਸਾਨੂੰ ਇਹ ਚੀਜ਼ ਚੰਗੀ ਲੱਗਦੀ ਹੈ ਕਿ ਸਰਕਾਰ ਨੇ ਕਿਹਾ ਜੀ ਤੁਸੀਂ ਨਾ ਬਹੋ, ਅਸੀਂ ਕੰਮ ਉਲਟਾ ਜ਼ਰੂਰ ਕਰਨਾ, ਪੁੱਠੇ ਚੱਲਦੇ ਅਸੀਂ ਜੀ, ਸਾਨੂੰ ਉਹ 'ਚ ਕਿੱਕ ਮਿਲਦੀ ਹੈ। ਠੀਕ ਹੈ ਨਾ, ਜਿਵੇਂ ਅਸੀਂ ਸਪੀਡ ਵਧਾਉਣੀ ਹੈ ਕਿ ਬਈ ਅਸੀਂ ਜੀ ਪੁਲਿਸ ਵਾਲੇ ਕੋਲ ਬਚ ਗਏ, ਅਸੀਂ ਇਹ ਨਹੀਂ ਸੋਚਣਾ ਕਿ ਰੋਡ 'ਚ ਸਾਡਾ ਐਕਸੀਡੈਂਟ ਹੋ ਸਕਦਾ। ਇਵੇਂ ਹੀ ਕੋਵਿਡ ਦੇ ਨਾਲ ਹੈ, ਟੈਸਟ ਜੋ ਮਰਜ਼ੀ ਹੈ। ਇਸ ਵੇਲੇ ਵੇਖੋ ਐਸਟਰਾਜ਼ੈਨੇਕਾ ਵਾਧੂ ਪਈ ਹੈ, ਸ਼ਾਪਰ ਡਰੱਗ ਮਾਰ ਤੁਸੀਂ ਜਾਓ, ਤੁਸੀਂ ਜਾ ਕੇ ਆਪਣਾ, ਜੇ ਤੁਹਾਡੀ ਏਜ ਐਲੀਜੀਬਲ ਹੈਗੀ ਆ, ਤੁਸੀਂ ਜਾ ਕੇ ਸਟੇਟ ਵੇ ਅੱਧੇ ਘੰਟੇ 'ਚ ਆਪਣੇ ਵੈਕਸੀਨ ਲਵਾਓ, ਵਾਪਸ ਆ ਜਾਓ। ਮਗਰ ਉੱਥੇ ਕੋਈ ਰਸ਼ ਨਹੀਂ। ਠੀਕ ਹੈ, ਸਾਡੀ ਉਵੇਂ ਕੋਵਿਡ ਕੇਸਿਸ ਵੱਧ ਰਹੇ ਨੇ ਬਰੈਂਪਟਨ ਦੇ ਵਿੱਚ, ਮਿਸੀਸਾਗਾ 'ਚ ਵੱਧ ਰਹੇ ਨੇ। ਸਾਨੂੰ ਇਹ ਪਤਾ ਵੀ ਹੈ ਕਿ ਜੇ ਅਸੀਂ ਵੈਕਸੀਨੇਸ਼ਨ ਲਵਾਵਾਂਗੇ ਸਾਡੀ ਜਾਨ ਨਹੀਂ ਜਾਏਗੀ, ਸਾਡੇ ਫੈਮਿਲੀ ਮੈਂਬਰ ਜਿਹੜੇ ਨੇ ਉਹਨਾਂ ਨੂੰ ਬਚਾਅ ਹੋਏਗਾ। ਪਰ ਇਹ ਥੋਟ ਪ੍ਰੋਸੈਸ ਜਿਹੜਾ ਸਾਡੀ ਸੋਚ ਵਿਚਾਰ ਹੈ, ਇਹ ਸਾਡੀ ਕਮਿਊਨਿਟੀ ਸਾਨੂੰ ਇਹ ਨਹੀਂ ਸਮਝ ਆਈ ਕਿ ਅਸੀਂ ਵੈਕਸੀਨੇਸ਼ਨ ਜਿਹੜੀ ਆ ਉਹ ਲਵਾਉਣੀ ਨਹੀਂ, ਪਰਹੇਜ਼ ਅਸੀਂ ਕਰਨਾ ਨਹੀਂ, ਤੇ ਰਿਸਕ ਅਸੀਂ ਲਈ ਜਾਣਾ, ਔਰ ਉਹ ਵੀ ਆਪਣੀ ਜਾਨ ਦਾ ਰਿਸਕ ਹੈ। ਠੀਕ ਹੈ, ਇਹਦਾ ਕੋਈ ਤੁਸੀਂ ਵਕੀਲ ਰਹੇ ਹੋ, ਤੁਹਾਨੂੰ ਕੋਈ ਸਮਝ ਆ ਰਹੀ ਹੈ? ਵੀ ਮੈਂ ਨਹੀਂ ਕਹਿੰਦਾ ਵੀ ਤੁਸੀਂ ਡਾਕਟਰ ਹੋ, ਪਰ ਮੇਰਾ ਮਤਲਬ ਵਕੀਲ ਵੀ ਤੁਸੀਂ ਇਹੋ ਜਿਹੇ ਕੇਸ ਵੇਖਦੇ ਹੋਗੇ ਕਿ ਜਿੱਥੇ ਅਸੀਂ ਘੁੰਮ ਫਿਰ ਕੇ ਕਿਤੇ ਨਾ ਕਿਤੇ ਰਿਸਕ 'ਚ ਆਪਣੀ ਲਾਈਫ ਜ਼ਰੂਰ ਪਾਉਣੀ ਹੈ। ਹਾਂਜੀ, ਕੋਈ ਲੌਜਿਕ ਨਹੀਂ ਹੈ ਜੀ ਇਸ ਚੀਜ਼ ਦਾ। ਪਹਿਲਾਂ ਗੱਲ ਸਿਸਟਮ ਦੇ ਉਲਟ ਚੱਲਣ ਨਾਲ ਹੀ ਸਾਨੂੰ ਉਹੀ, ਜਿਵੇਂ ਤੁਸੀਂ ਕਿਹਾ, ਸਾਨੂੰ ਨਾ ਕਿੱਕ ਮਿਲਦੀ ਹੈ ਜੀ ਇੱਕ। ਅੱਛਾ, ਕਿ ਹੁਣ ਸਰਕਾਰ ਨੇ ਕਿਹਾ ਇੱਥੇ ਨਹੀਂ ਜਾਣਾ, ਹੁਣ ਤਾਂ ਮੈਂ ਜ਼ਰੂਰ ਜਾਊਂਗਾ। ਇਹ ਜਿਹੜੀ ਮੈਂਟੈਲਿਟੀ ਹੈ ਨਾ, ਇਹ ਚੇਂਜ ਕਰਨ ਦੀ ਲੋੜ ਹੈ ਸਾਨੂੰ। ਨਾ ਮੈਨੂੰ ਇਹ ਲੱਗ ਰਿਹਾ ਕਿ ਅਸੀਂ ਨਾ ਵੈਕਸੀਨ ਸ਼ਾਪਿੰਗ ਕਰਨ ਲੱਗ ਗਏ ਹਾਂ। ਅੱਛਾ, ਇੱਥੇ ਐਸਟਰਾਜ਼ੈਨੇਕਾ ਲੱਗ ਰਹੀ ਹੈ, ਇਹ ਨਹੀਂ ਲਵਾਉਣੀ, ਮੈਂ ਨਾ ਮੋਡਰਨਾ ਲਵਾਊਂਗਾ ਜਾਂ ਮੈਂ ਫਾਈਜ਼ਰ ਲਵਾਊਂਗਾ। ਇਹ ਚੀਜ਼ ਤੋਂ ਸਾਨੂੰ
ਮੈਂ ਇਸ ਚੀਜ਼ ਦੇ ਹੱਕ 'ਚ ਨਹੀਂ ਹੈ ਜੀ। ਜਿਹੜੀ ਵੀ ਵੈਕਸੀਨ ਅਪਰੂਵ ਹੋਈ ਹੈ, ਜਿਹੜੇ ਕੈਨੇਡਾ ਦਾ ਆਪਣੀ ਜਿਹੜੀ ਵੈਕਸੀਨ ਅਪਰੂਵ ਕਰਨ ਵਾਲੇ ਬੋਰਡ ਨੇ ਜੀ, ਉਹ ਵਨ ਆਫ ਦਾ ਸਟ੍ਰਿਕਟੈਸਟ ਐਂਡ ਦਾ ਟਫੈਸਟ ਮੈਡੀਕਲ ਬੋਰਡ ਨੇ ਵਰਲਡ ਦੇ। ਉਹ ਕੁਛ ਜੇ ਲੱਗ ਰਹੀ ਹੈ, ਆਪਣੇ ਸਾਰੇ ਓਪੋਜੀਸ਼ਨ ਲੀਡਰਸ ਨੇ ਜਾਂ ਜਸਟ ਆਪਣੇ ਟਰੂਡੋ ਸਾਹਿਬ ਨੇ, ਜਗਮੀਤ ਸਿੰਘ ਜੀ ਨੇ, ਉਹਨਾਂ ਨੇ ਸਾਰਿਆਂ ਨੇ ਐਸਟਰਾਜ਼ੈਨਕਾ ਹੀ ਲਵਾਈ ਆ। ਤੇ ਬਹੁਤ ਸਾਰੇ ਲੋਕਾਂ ਨੂੰ ਮੈਂ ਜਾਣਦਾ ਜਿਹੜੇ ਕਿ 70+ ਨੇ ਤੇ ਉਹਨਾਂ ਨੇ ਵੀ ਐਸਟਰਾਜ਼ੈਨਕਾ ਲਵਾਈ ਆ ਤੇ ਉਹ ਬਿਲਕੁਲ ਠੀਕ ਨੇ। ਸੋ ਇਹ ਜਿਹੜਾ ਨੋਸ਼ਨ ਹੈ ਕਿ ਐਸਟਰਾਜ਼ੈਨਕਾ ਨਾਲ ਕੋਈ ਪ੍ਰੋਬਲਮ ਹੋ ਜਾਊਗੀ, ਉਹ ਨਹੀਂ ਹੋਣੀ। ਨਾ ਲਵਾਓਗੇ ਫਿਰ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਨੇ। ਬਿਕੋਜ਼ ਧਿਆਨ ਦੇਣ ਵਾਲੀ ਗੱਲ ਇੱਥੇ ਇਹ ਹੈ, ਕੋਵਿਡ ਇਕੱਲਾ ਤੁਹਾਨੂੰ ਨਹੀਂ ਇਫੈਕਟ ਕਰਦਾ, ਤੁਹਾਡੇ ਪੇਰੈਂਟਸ ਨੂੰ, ਤੁਹਾਡੇ ਬੱਚਿਆਂ ਨੂੰ, ਤੁਹਾਡੇ ਲਾਈਫ ਪਾਰਟਨਰ ਨੂੰ ਤੇ ਤੁਹਾਡੇ ਰਿਲੇਟਿਵ, ਤੁਹਾਡੇ ਸਾਰਿਆਂ ਨੂੰ ਇਫੈਕਟ ਕਰ ਸਕਦਾ। ਤੇ ਕੱਲ ਨੂੰ ਜੇ ਇਹ ਪ੍ਰੋਬਲਮ ਕਿਸੇ ਨੂੰ ਆਉਂਦੀ ਹੈ ਤੇ ਉਹਦੀ ਜ਼ਿੰਮੇਵਾਰੀ ਜਿੰਨੀ ਸਰਕਾਰਾਂ ਦੀ ਹੈ ਉਨੀ ਤੁਹਾਡੀ ਆਪਣੀ ਵੀ ਆ। ਬਿਕੋਜ਼ ਜੇ ਸਰਕਾਰ ਪਹਿਲੇ ਦਿਨ ਤੋਂ ਕਹਿ ਰਹੀ ਹੈ ਕਿ ਸਟੇ ਐਟ ਹੋਮ ਆਰਡਰ ਹੈ ਕਿ ਨਾਨ ਅਸੈਂਸ਼ੀਅਲ ਚੀਜ਼ਾਂ ਲਈ ਜਿਹੜਾ ਟਰੈਵਲ ਹੈ ਉਹ ਤੁਸੀਂ ਬੰਦ ਕਰੋ, ਤਾਂ ਸਾਨੂੰ ਉਹ ਮੰਨਣਾ ਚਾਹੀਦਾ। ਤੇ ਜਿੰਨੀ ਰਿਸਪੌਂਸਿਬਿਲਟੀ ਗਵਰਨਮੈਂਟ ਦੀ ਗਵਰਨੈਂਸ ਤੇ ਉਹਦੀ ਪਾਲਿਸੀ ਤੇ ਹੈ ਐਂਡ ਬੀਇੰਗ ਅ ਰਿਸਪੌਂਸਿਬਲ ਸਿਟੀਜ਼ਨ ਐਂਡ ਰੈਜ਼ੀਡੈਂਟਸ, ਓਨੀ ਰਿਸਪੌਂਸਿਬਿਲਟੀ ਸਾਨੂੰ ਆਪ ਵੀ ਚੱਕਣੀ ਚਾਹੀਦੀ ਆ। ਬਿਲਕੁਲ ਸਹੀ ਗੱਲ ਕੀਤੀ ਹੈ। ਕਿਉਂਕਿ ਫਾਈਨਲੀ ਤਾਂ ਅਸੀਂ ਨਾਰਮਲ ਲਾਈਫ, ਵੇਖੋ ਸਾਡੇ ਬਿਜ਼ਨਸ ਬੰਦ ਹੋ ਰਿਹਾ, ਅਸੀਂ ਉਹਦੇ ਤੇ ਸਾਨੂੰ ਪ੍ਰੋਬਲਮ ਆ ਰਹੀ ਹੈ। ਲੋਕਾਂ ਦੇ ਘਰ ਜਿਹੜੇ ਆ ਉਹ ਨਹੀਂ ਚੱਲ ਰਹੇ, ਉਹਨਾਂ ਨੂੰ ਕੁਐਸਚਨ ਮਾਰਕ ਲੱਗੇ ਆ ਕਿ ਕੀ ਉਹਨਾਂ ਦਾ ਬਿਜ਼ਨਸ ਚੱਲੇਗਾ। ਕਿਸੇ ਦਾ ਰੈਸਟੋਰੈਂਟ ਬੰਦ ਹੋ ਰਿਹਾ, ਕਿਸੇ ਦਾ ਬੁਟੀਕ ਬੰਦ ਹੋ ਰਿਹਾ। ਜਿਹੜੇ ਆਮ ਛੋਟੇ ਬਿਜ਼ਨਸ ਨੇ, ਰਿਟੇਲ ਬਿਜ਼ਨਸ ਨੇ, ਉਹਨਾਂ 'ਤੇ ਬਹੁਤ ਮਾੜਾ ਅਸਰ ਪਿਆ। ਮਗਰ ਦੂਸਰੇ ਪਾਸੇ ਜਿਹੜੀ ਜ਼ਿੰਮੇਵਾਰੀ ਦੀ ਗੱਲ ਆ ਜਾਂਦੀ ਹੈ, ਉੱਥੇ ਅਸੀਂ ਮਾਸਕ ਲਾ ਕੇ ਰਾਜੀ ਨਹੀਂ। ਅਸੀਂ ਵੇਖੋ ਵੈਕਸੀਨ, ਹੈਰਾਨੀ ਵਾਲੀ ਇਹ ਚੀਜ਼ ਹੈ ਕਿ ਅਮਰੀਕਾ ਜਿਹੜਾ ਆ ਆਲਮੋਸਟ ਸਾਰਾ ਵੈਕਸੀਨੇਟ ਹੋ ਚੁੱਕਿਆ ਹੈ। ਠੀਕ ਹੈ, UK ਦੇਖ ਲਓ ਜੀ, ਇੰਗਲੈਂਡ ਨੇ ਸੈਕੰਡ ਵੇਵ ਬਹੁਤ ਸਟਰੋਂਗ ਆਈ ਸੀ, ਬੜੇ ਕੇਸਿਸ ਉਹਨਾਂ ਦੇ ਵਧੇ, ਉਹਨਾਂ ਦਾ ਵੇਰੀਐਂਟ ਵੀ ਬਹੁਤ ਡੇਂਜਰਸ ਸੀਗਾ, ਮੌਤਾਂ ਬਹੁਤ ਹੋ ਰਹੀਆਂ ਸੀ। ਮਗਰ ਉਹਨਾਂ ਨੇ ਇੱਕ ਤਰ੍ਹਾਂ ਦੀ ਪੂਰੀ ਇੱਕ ਲੜਾਈ ਵਾਂਗ, ਇੱਕ ਵਾਰ ਵਾਂਗ ਨਾ, ਇੱਕ ਜਿਹੜੀ ਆ ਉਹਨਾਂ ਨੇ ਸਾਰਿਆਂ ਨੂੰ ਵੈਕਸੀਨੇਸ਼ਨ ਲਾਤੀ। ਤੇ ਇੱਥੇ ਵੈਕਸੀਨ ਜਿਹੜੀ ਆ ਉਹ ਪਈ ਹੋਈ ਹੈ। ਠੀਕ ਹੈ, ਗਵਰਨਮੈਂਟ ਜਿਹੜੀ ਆ ਉਹ ਕਿੰਨੇ ਸੈਂਟਰ ਬਣਾ ਰਹੀ ਹੈ ਕਿ ਉੱਥੇ ਜਾ ਕੇ ਤੁਸੀਂ ਵਾਕ ਇਨ ਕਰੋ, ਤੁਹਾਨੂੰ ਆਪਣਾ ਹੈਲਥ ਕਾਰਡ ਚਾਹੀਦਾ, ਤੁਹਾਡੀ ਏਜ ਐਲੀਜੀਬਲ ਹੈ, ਤੁਹਾਡਾ ਪੋਸਟਲ ਕੋਡ ਐਲੀਜੀਬਲ ਹੈ, ਤੁਸੀਂ ਜਾਓ ਵੈਕਸੀਨ ਲਵਾ ਲਓ। ਮਗਰ ਫਿਰ ਵੀ ਵੇਖੋ ਕੋਈ ਉੱਥੇ ਵੈਕਸੀਨ ਜਾ ਕੇ ਲਵਾ ਕੇ ਰਾਜੀ ਨਹੀਂ। ਸਿਰਫ ਇਸ ਕਰਕੇ ਜੀ ਅਸੀਂ ਜਿਸ ਤਰ੍ਹਾਂ ਅਸੀਂ ਕੱਪੜੇ ਦਾ ਬ੍ਰਾਂਡ ਸੋਚਦੇ ਹਾਂ, ਨਹੀਂ ਜੀ ਮੈਂ ਤਾਂ ਜੀ ਆਹ ਬ੍ਰਾਂਡ, ਆਹ ਸਸਤਾ ਬ੍ਰਾਂਡ ਹੈ, ਮਹਿੰਗਾ ਬ੍ਰਾਂਡ ਹੈ। ਅਸੀਂ ਇਹ ਨਹੀਂ ਸੋਚ ਰਹੇ ਕਿ ਜਿਹੜੀ ਮੈਡੀਸਿਨ ਹੈ ਹੈਲਥ ਕੈਨੇਡਾ ਨੇ ਅਪਰੂਵ ਕੀਤੀ ਹੈ, ਇਹ ਮੈਡੀਸਿਨ ਜਿਹੜੀ ਆ ਇਹਦਾ ਬਹੁਤ ਇਫੈਕਟ ਹੈ। ਠੀਕ ਹੈ, ਤੇ ਇਹਨੂੰ ਤੁਸੀਂ ਲਵਾ ਲੋਗੇ ਤੇ ਤੁਹਾਡੀ ਜਾਨ ਜਿਹੜੀ ਆ ਉਹਦੀ ਗਾਰੰਟੀ ਹੈ ਵੀ ਉਹ ਤੁਹਾਡੀ ਜਾਨ ਨਹੀਂ ਜਾਏਗੀ। ਹਾਂਜੀ, ਠੀਕ ਹੈ। ਦੇਖੋ ਰੀਜਨ ਆਫ ਅਪੀਲ ਵੀ ਸਾਰਿਆਂ ਨੂੰ ਅਪੀਲ ਕਰ ਰਿਹਾ, ਡਾਕਟਰਸ ਅਪੀਲ ਕਰ ਰਹੇ ਆ, ਵੈਕਸੀਨੇਸ਼ਨ ਲਵਾਓ, ਬੁਕਿੰਗ ਕਰਾਓ। ਮਗਰ ਅਸੀਂ ਫਿਰ ਵੀ ਜਿਹੜਾ ਆ ਅਸੀਂ ਇਸ ਚੀਜ਼ ਦਾ ਰਿਸਕ ਲੈ ਰਹੇ, ਕਿੰਨਾ ਵੱਡਾ ਰਿਸਕ ਲੈ ਰਹੇ, ਔਰ ਜਾਨਾਂ ਵੀ ਜਾ ਰਹੀਆਂ। ਹਸਪੀਟਲ ਦੇ ਵਿੱਚ ਸਾਨੂੰ ਪਤਾ ਹੈ ਕਿ ਜੇ ਸਾਨੂੰ ਕੁਝ ਹੋ ਗਿਆ ਤੇ ਸਾਨੂੰ ਹਸਪੀਟਲ ਜਗ੍ਹਾ ਨਹੀਂ ਮਿਲਣੀ। ਸਾਨੂੰ ਹਸਪੀਟਲ ਦੇ ਵਿੱਚ ਇਸ ਵੇਲੇ ਸਿਚੁਏਸ਼ਨ ਇਹ ਬਣੀ ਹੋਈ ਹੈ ਕਿ ਪਤਾ ਨਹੀਂ ਸਾਨੂੰ ਵਿੰਡਸਰ ਭੇਜਤਾ ਜਾਏ, ਲੰਡਨ ਭੇਜਤਾ ਜਾਏ, ਅਸੀਂ ਬਰੈਂਪਟਨ ਵੀ ਨਾ ਹੋਈਏ, ਉਹਦੇ ਨਾਲ ਅਸੀਂ ਕਸ਼ਟ ਲੈਣਾ ਸਹੀ ਸਮਝਦੇ ਹਾਂ। ਹਾਂਜੀ, ਮਗਰ ਅਸੀਂ ਵੈਕਸੀਨੇਸ਼ਨ ਨਹੀਂ ਲਾ ਰਹੇ। ਅਸੀਂ ਸਾਰਿਆਂ ਨੂੰ ਰੇਡੀਓ ਜ਼ਿੰਦਾਬਾਦ ਤੋਂ ਵੀ ਇਹ ਰਿਕੁਐਸਟ ਕਰ ਰਹੇ ਹਾਂ ਕਿ 30+ ਵਾਲੇ ਵੀ ਜਿਹੜੇ ਨੇ ਉਹਨਾਂ ਨੂੰ ਵੀ ਵੈਕਸੀਨੇਸ਼ਨ ਲੱਗ ਰਹੀ ਹੈ। ਸ਼ਾਪਰ ਡਰੱਗ ਮਾਰਟ ਦੇ ਵਿੱਚ ਬਹੁਤ ਸਾਰੇ ਜਗ੍ਹਾ ਨੇ ਜਿੱਥੇ ਕਿ ਵੈਕਸੀਨ ਅਵੇਲੇਬਲ ਹੈ, ਤੁਹਾਨੂੰ ਉਹਦੀ ਬੁਕਿੰਗ ਵੀ ਕਰਾਉਣ ਦੀ ਲੋੜ ਨਹੀਂ। ਤੁਸੀਂ ਸਿਰਫ ਜਾਓ, ਵਾਕ ਇਨ ਕਰੋ, ਜਾ ਕੇ ਕਹੋ ਜੀ ਮੈਂ ਮੇਰਾ ਹੈਲਥ ਕਾਰਡ ਆ, ਉਹਨਾਂ ਨੇ ਤੁਹਾਨੂੰ ਅੱਧੇ ਘੰਟੇ ਦੇ ਅੰਦਰ ਵੈਕਸੀਨ ਲਾ ਕੇ ਚੈੱਕ ਕਰਕੇ ਤੁਹਾਨੂੰ ਬਿਠਾ ਕੇ 10-15 ਮਿੰਟ ਤੁਹਾਨੂੰ ਪੁੱਛ ਕੇ ਕਿ ਤੁਸੀਂ ਠੀਕ ਹੋ, ਤੁਹਾਨੂੰ ਉਹਨਾਂ ਨੇ ਘਰ ਭੇਜ ਦੇਣਾ। ਔਰ 90% ਲੋਕ ਜਿਹੜੇ ਨੇ ਉਹਨਾਂ ਨੂੰ ਕੋਈ ਉਹਦਾ ਕੋਈ ਬੁਖਾਰ ਜਾਂ ਕੋਈ ਫਰਕ ਨਹੀਂ ਪੈਂਦਾ। ਇਨਫੈਕਟ ਉਹ ਬੈਟਰ ਫੀਲ ਕਰਦੇ ਨੇ। ਔਰ ਦੂਸਰੀ ਐਟਲੀਸਟ ਸਾਡੀ ਵੈਕਸੀਨ ਜਿਹੜੀ ਆ ਉਹਦਾ ਨੰਬਰ ਆਉਣ ਦਾ ਵੀ ਟਾਈਮ ਲੱਗਦਾ ਵੀ ਕਦੋਂ ਤੁਹਾਨੂੰ ਵੈਕਸੀਨ ਜਿਹੜੀ ਆ ਦੂਸਰੀ ਮਿਲਣੀ ਹੈ। ਅਤੇ ਸਾਡੇ ਵੱਲੋਂ ਤਾਂ ਸਾਰਿਆਂ ਨੂੰ ਇਹੀ ਅਪੀਲ ਹੈ, ਸਾਰੀ ਕਮਿਊਨਿਟੀ ਨੂੰ ਇਹ ਅਪੀਲ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਵੀ, ਆਪਣੇ ਆਪ ਨੂੰ ਵੀ ਜਾਓ, ਸ਼ਾਪਰ ਡਰੱਗ ਮਾਰਟ 'ਤੇ ਜਾਓ, ਵੈਕਸੀਨ ਲਵਾਓ। ਔਰ ਵੈਕਸੀਨ ਲਾ ਕੇ ਐਟਲੀਸਟ ਤੁਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰ ਰਹੇ ਹੋ, ਆਪਣੀ ਜਾਨ ਨੂੰ ਪ੍ਰੋਟੈਕਟ ਕਰ ਰਹੇ ਹੋ, ਦੂਸਰਿਆਂ ਨੂੰ ਸਪਰੈਡ ਨਹੀਂ ਕਰੋਗੇ, ਔਰ ਤੁਸੀਂ ਐਟਲੀਸਟ ਜਿੰਦਾ ਰਹੋਗੇ। ਇਹ ਸਭ ਤੋਂ ਵੱਡਾ ਜਿਹੜਾ ਆ ਇਹਦਾ ਐਡਵਾਂਟੇਜ ਹੈ। ਔਰ ਡਾਕਟਰਸ ਵੀ ਇਹਦੀ ਰਿਕਮੈਂਡੇਸ਼ਨ ਦੇ ਰਹੇ ਆ। ਸਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਕੀਰਤ ਜੀ ਜਿਹੜਾ ਸੋਸ਼ਲ ਮੀਡੀਆ ਹੈ ਨਾ, ਬੜੀ ਵਧੀਆ ਚੀਜ਼ ਹੈ ਫੇਸਬੁੱਕ, ਪਰ ਕਈ ਲੋਕ ਇਹਨੂੰ ਫੇਕ ਬੁੱਕ ਵੀ ਕਹਿੰਦੇ ਆ।
ਉਹਦੇ ਤੇ ਐਸੀਆਂ ਖਬਰਾਂ ਪੈਂਦੀਆਂ ਨੇ ਕਿ ਜੇ ਕਿਤੇ ਵਰਲਡ 'ਚ ਕਿਤੇ ਇੱਕ ਜਣੇ ਨੂੰ ਕਿਤੇ ਕਲੌਟ ਆ ਗਿਆ, ਉਹ ਖਬਰ ਚੁੱਕ ਕੇ ਅਸੀਂ ਜਿਹੜੀ ਆ ਉਹ ਸਾਰੇ ਘੁਮਾ ਦੇਣੀ ਮਿਸ ਇਨਫੋਰਮੇਸ਼ਨ ਤੇ ਅਸੀਂ ਉਹਨੂੰ ਜਿਹੜੀ ਆ ਉਹਨੂੰ ਬਦਨਾਮ ਕਰ ਦੇਣਾ ਕਿਸੇ ਬਾਰੇ, ਔਰ ਉਹਦੇ ਬਾਰੇ ਅਸੀਂ ਸਟੱਡੀ ਨਹੀਂ ਕਰਨੀ। ਡਾਕਟਰਸ ਕੀ ਕਹੀ ਜਾ ਰਹੇ ਆ, ਅਸੀਂ ਡਾਕਟਰਸ ਦੀ ਮੰਨ ਕੇ ਰਾਜੀ ਨਹੀਂ, ਅਸੀਂ ਫੇਸਬੁੱਕ ਦੀ ਮੰਨ ਕੇ ਰਾਜੀ ਹਾਂ। ਅਸੀਂ ਖੱਬੇ ਸੱਜੇ ਸੁਣ ਲਿਆ, ਜਿਹੜਾ ਟੈਕਸੀ ਚਲਾਉਂਦੇ ਆ ਜਾਂ ਕੰਮ ਕਰਦੇ ਆ ਜਾਂ ਟਰੱਕ ਚਲਾਉਂਦੇ ਆ, ਕਿਸੇ ਨੇ ਕਹਿ ਤਾ ਉਹ ਨਹੀਂ ਜੀ ਉਹ ਤਾਂ ਮਾੜੀ ਆ, ਅਸੀਂ ਉਹਨੂੰ ਮੰਨ ਲੈਣਾ। ਪਰ ਜਿਹੜਾ ਆਥੈਂਟਿਕ ਖਬਰ ਹੈ, ਡਾਕਟਰਸ ਕੀ ਕਹਿੰਦੇ ਆ, ਐਕਸਪਰਟਸ ਕੀ ਕਹਿ ਰਹੇ ਆ, ਵਰਲਡ ਕੀ ਕਹਿ ਰਹੀ ਹੈ, ਅਸੀਂ ਉਹਨੂੰ ਸਾਰਾ ਕੁਝ ਜਿਹੜਾ ਇਹ ਸਾਡੀ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਮਜ਼ੋਰੀ ਹੈ ਕਿ ਜਿੱਥੇ ਅਸੀਂ ਸਹੀ ਖਬਰ ਜਿਹੜੀ ਆ, ਸਹੀ ਇਨਫੋਰਮੇਸ਼ਨ ਜਿਹੜੀ ਉਹਨੂੰ ਛੱਡ ਕੇ ਜਿਹੜੀ ਝੂਠੀ ਜਿਹੜੀ ਆ ਜਾਂ ਅਫਵਾਹ ਵਾਲੀ ਜਿਹੜੀ ਹੈ ਨਾ, ਜਿਹਨੂੰ ਆਪਾਂ ਗੌਸਿਪ ਕਹਿੰਦੇ ਨੇ, ਹਾਂਜੀ ਹਾਂਜੀ ਠੀਕ ਹੈ, ਤੇ ਉਹ ਜਿਹੜੀ ਆ ਅਸੀਂ ਫੜ ਲੈਂਦੇ ਆ। ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹਦੇ ਕਰਕੇ ਸਾਡੇ ਵੇਖੋ ਹੁਣ ਵੈਕਸੀਨ ਪਈ ਹੈ ਜੀ, ਹਾਂਜੀ, ਤੇ ਲੋਕੀ ਲਵਾ ਨਹੀਂ ਰਹੇ, ਤੇ ਇੱਕ ਪਾਸੇ ਜਿਹੜਾ ਸਾਨੂੰ ਖਤਰਾ ਵੀ ਹੈ, ਠੀਕ ਹੈ, ਦੂਸਰੇ ਪਾਸੇ ਅਸੀਂ ਜਿਹੜਾ ਉਹ ਐਕਸ਼ਨ ਨਹੀਂ ਲੈਣਾ, ਕਮਿਊਨਿਟੀ ਸਪਰੈਡ ਹੋ ਰਿਹਾ। ਤੇ ਇਹਦੇ ਉੱਤੇ ਕੀ ਤੁਹਾਡਾ ਵਿਚਾਰ ਹੈਗਾ ਕਿ ਵੀ ਕੀ ਵਜ੍ਹਾ ਕੀ ਹੈ? ਕਿਉਂਕਿ ਮੈਨੂੰ ਤਾਂ ਇਹ ਲੱਗਦਾ ਕਿ ਕੋਈ ਵਜ੍ਹਾ ਨਹੀਂ ਦਿਖ ਰਹੀ, ਕੋਈ ਵਜ੍ਹਾ ਨਹੀਂ ਹੈ ਜੀ। ਇਹ ਬਸ ਉਹ ਹੈ ਕਿ ਬਸ ਕਿ ਅਸੀਂ ਨਹੀਂ ਲਵਾਉਣੀ, ਕਿ ਸਾਈਡ ਇਫੈਕਟ ਇੱਕ ਜਦੋਂ ਜੇ ਅਸੀਂ ਗੱਲ ਕਰਦੇ ਹਾਂ ਨਾ, ਕਿਸੇ ਬੰਦੇ ਨੇ ਵਿਲ ਬਣਾਉਣੀ ਹੈ ਜਾਂ ਕਿਸੇ ਬੰਦੇ ਨੇ ਕੋਈ ਕੇਸ ਪਾਉਣਾ, ਉਹ ਐਕਸਪਰਟ ਕੋਲ ਜਾਂਦਾ, ਉਹ ਲਾਇਰ ਕੋਲ ਜਾਂਦਾ, ਉਹ ਡਾਕਟਰ ਕੋਲ ਨਹੀਂ ਜਾਂਦਾ। ਅਤੇ ਉਵੇਂ ਜੇ ਕਿਸੇ ਨੇ, ਜੇ ਹੁਣ ਡਾਕਟਰਸ ਇੰਨੇ ਸਾਰੇ ਦੁਨੀਆ ਦੇ ਡਾਕਟਰਸ ਪਿਛਲੇ 1 ਸਾਲ ਤੋਂ ਸਟੱਡੀ ਹੋ ਰਹੀ ਹੈ, ਸਾਰੀ ਚੀਜ਼ ਅਪਰੂਵ ਹੋਈ ਹੈ, ਇੱਕ ਸਰਟੀਫਿਕੇਸ਼ਨ ਦਿੱਤੀ ਗਈ ਹੈ ਕਿ ਇਹ ਚੀਜ਼ ਸੇਫ ਹੈ, ਕਿਸੇ ਨੂੰ 1 in 1 million ਜਾਂ 3-4 ਬੰਦਿਆਂ ਨੂੰ ਇਫੈਕਟ ਹੋ ਗਏ, ਉਹ ਨੈਚੁਰਲ ਹੈ। ਕੋਈ ਵੀ ਚੀਜ਼ 100% ਫੁੱਲ ਪ੍ਰੂਫ ਨਹੀਂ ਹੋ ਸਕਦੀ, ਲੇਕਿਨ ਆਪਾਂ ਉਹਦਾ ਰਿਸਕ ਫੈਕਟਰ ਦੇਖਣਾ ਹੈ ਕਿ ਉਹਦਾ ਕਿੰਨਾ ਰਿਸਕ ਫੈਕਟਰ ਹੈ। ਜਿਹੜੇ ਬਲੱਡ ਕਲੌਟਸ ਦੀ ਗੱਲ ਉੱਠੀ ਆ, ਉਹ ਬਹੁਤ ਮਿਨਿਸਕੂਲ ਜਿਹਾ ਰਿਹਾ ਜੀ, ਬਹੁਤ ਘੱਟ ਬੰਦਿਆਂ ਨੂੰ ਉਸ ਚੀਜ਼ ਦਾ ਇਫੈਕਟ ਹੋਇਆ। ਮੇਰੇ ਪੇਰੈਂਟਸ ਜਿਹੜੇ ਬੈਕ ਹੋਮ ਨੇ, ਉਹਨਾਂ ਨੇ ਕੋਵੀਸ਼ੀਲਡ ਲਵਾਈ ਆ, ਉਹ ਵੀ ਐਸਟਰਾਜ਼ੈਂਕਾ ਹੀ ਹੈ ਜੀ। ਇੱਥੇ ਅਸੀਂ ਬਹੁਤ ਲੋਕਾਂ ਨੂੰ ਜਾਣਦੇ ਹਾਂ ਕਿ ਜਿਨ੍ਹਾਂ ਨੇ ਆਪਣੇ ਐਸਟਰਾਜ਼ੈਂਕਾ ਲਵਾਈ ਐਂਡ ਦੇ ਆਰ ਡੂਇੰਗ ਫਾਈਨ। ਉਹਦਾ ਕਹਿਣ ਦਾ ਮਤਲਬ ਹੀ ਇਹ ਹੈ। ਸੋ ਮੈਨੂੰ ਇਹ ਲੱਗਦਾ ਕਿ ਕਿਤੇ ਨਾ ਕਿਤੇ ਉਹ ਦਿਨ ਦੂਰ ਨਹੀਂ ਜੀ ਕਿ ਗਵਰਨਮੈਂਟ ਨੇ ਪਾਲਿਸੀ ਬਣਾ ਦੇਣੀ ਆ ਕਿ ਬਾਈ ਤੁਹਾਨੂੰ ਲਵਾਉਣੀ ਹੀ ਪੈਣੀ ਆ। ਜਦੋਂ ਗਵਰਨਮੈਂਟ ਨੇ ਇਹੋ ਜਿਹਾ ਕੋਈ ਕਦਮ ਚੱਕਣਾ, ਫਿਰ ਲੋਕਾਂ ਨੂੰ ਆਪਣੇ ਚਾਰਟਰ ਆਫ ਰਾਈਟਸ ਯਾਦ ਆ ਜਾਣੇ ਆ, ਫਿਰ ਲੋਕਾਂ ਨੇ ਦੂਜੇ ਪਾਸੇ ਚੱਲ ਪੈਣਾ। ਗੱਲ ਪਤਾ ਕੀ ਹੈ, ਗੱਲ ਵੇਖੋ ਇਹ ਹੈ ਕਿ ਵੀ ਹਰ 4 'ਚ ਇੱਕ ਐਕਸੀਡੈਂਟ ਜਿਹੜਾ ਆ ਉਹ ਫੋਨ ਕਰਕੇ ਹੋ ਰਿਹਾ। ਹਾਂਜੀ, ਠੀਕ ਹੈ ਜੀ। ਹਾਂਜੀ, ਤੇ ਅਸੀਂ ਡਰਿੰਕ ਐਂਡ ਡਰਾਈਵ ਵੀ ਕਰਦੇ ਹਾਂ, ਬਿਲਕੁਲ ਕਰਦੇ ਹਾਂ ਜੀ। ਅਸੀਂ ਉਹ ਰਿਸਕ ਜਿਹੜੇ ਆ ਲੈ ਰਹੇ ਹਾਂ, ਪਰ ਜਿੱਥੇ ਐਸਟਰਾਜ਼ੈਂਕਾ ਦੀ ਗੱਲ ਆ ਜਾਣੀ ਆ ਜਾਂ ਵੈਕਸੀਨ ਦੀ ਗੱਲ ਆ ਜਾਣੀ ਆ, ਉੱਥੇ ਕਿਤੇ ਪੂਰੀ ਵਰਲਡ 'ਚ ਇੱਕ ਕੇਸ ਹੋ ਗਿਆ, ਉਹਦੇ ਕਰਕੇ ਅਸੀਂ ਰਿਸਕ ਨਹੀਂ ਲੈਣਾ ਚਾਹੁੰਦੇ ਵੀ ਸਾਨੂੰ ਉਹ ਰਿਸਕ ਲੈਣਾ ਮਨਜ਼ੂਰ ਨਹੀਂ ਹੈ। ਪਰ ਅਸੀਂ ਰੋਜ਼ ਮਾਰਾ ਦੀ ਜ਼ਿੰਦਗੀ 'ਚ ਅਸੀਂ ਵੇਖੋ ਜੀ ਡਰਿੰਕ ਕਰਕੇ ਵੀ ਡਰਾਈਵ ਕਰਦੇ ਹਾਂ, ਅਸੀਂ ਡਿਸਟਰੈਕਟਿਡ ਡਰਾਈਵਿੰਗ ਵੀ ਕਰ ਰਹੇ ਹਾਂ, ਅਸੀਂ ਰਿਸਕ ਬਹੁਤ ਲੈ ਰਹੇ ਹਾਂ, ਠੀਕ ਹੈ, ਜਿਹਦੇ ਨਾਲ ਸਾਡੀ ਮੌਤ ਹੋ ਸਕਦੀ ਹੈ। ਉਹ ਸਾਡੇ ਲਈ ਚੰਗਾ, ਪਰ ਜਿਹੜੀ ਸਾਨੂੰ ਲਾਈਫ ਬਚਾ ਰਹੀ ਹੈ ਜਿਹੜੀ ਚੀਜ਼, ਉਹਦਾ ਅਸੀਂ ਜਿਹੜਾ ਆ ਫਾਇਦਾ ਨਹੀਂ ਲੈ ਰਹੇ। ਤੇ ਇਹ ਬੜੀ ਅਫਸੋਸ ਵਾਲੀ ਗੱਲ ਹੈ ਕਿ ਸਾਡੀ ਫੇਰ ਸਾਰਿਆਂ ਨੂੰ ਅਪੀਲ ਹੈ ਕਿ ਤਕਰੀਬਨ ਸਾਰਾ ਬਰੈਂਪਟਨ ਜਿਹੜਾ ਆ ਉਹਦੇ ਵਿੱਚ 30+ ਵਾਲੇ ਆਲਮੋਸਟ ਸਾਰੇ ਲੋਕ ਐਲੀਜੀਬਲ ਨੇ। ਬਹੁਤ ਸਾਰੀਆਂ ਜਿਹੜੀਆਂ ਨੇ ਵੈਕਸੀਨਸ ਅਵੇਲੇਬਲ ਵੀ ਹੈਗੀਆਂ ਨੇ। ਤੁਸੀਂ ਸਟਾਪਰ ਡਰੱਗ ਮਾਰਟ ਜਾਓ, ਤੁਸੀਂ ਜਾ ਕੇ ਵੈਕਸੀਨ ਲਵਾਓ, ਇਹਦੇ 'ਚ ਤੁਹਾਡਾ ਭਲਾ ਆ। ਤੇ ਅਸੀਂ ਗੱਲ ਕਰਦੇ ਹਾਂ ਹਰਕੀਰਤ ਜੀ ਕਿ ਹੁਣ ਜਿਹੜੀ ਇਸ ਹਫ਼ਤੇ ਜਿਹੜੀਆਂ ਮੇਨ ਨਿਊਜ਼ ਆਈਆਂ ਨੇ, ਉਹ ਮੇਨ ਨਿਊਜ਼ ਜਿਹੜੀ ਆ ਉਹ ਇਹ ਆਈ ਹੈ ਕਿ ਇੱਥੇ ਸਾਡੇ ਦੇਖੋ ਕਮਿਊਨਿਟੀ ਜਿਹੜੀ ਆ ਇੰਨੇ ਸਾਲਾਂ ਤੋਂ ਉਹਨਾਂ ਨੇ ਬੜਾ ਹੀ ਨਾਂ ਬਣਾਇਆ, ਔਰ ਬੜਾ ਅਫਸੋਸ ਹੋਇਆ ਕਿ ਮੇਜਰ ਜਿਹੜਾ ਇੱਕ ਆਪਰੇਸ਼ਨ ਚੀਤਾ ਚੱਲਿਆ, ਹਾਂਜੀ, ਉਹਦੇ 'ਚ ਡਰੱਗ ਜਿਹੜੀ ਆ ਇੰਨੀ ਫੜੀ ਗਈ, ਔਰ ਜੇ ਉਹਦੇ 'ਚ ਜੀ 33 ਲੋਕ ਅਰੈਸਟ ਹੋਏ ਆ, ਉਹਦੇ 'ਚੋਂ ਜੀ 27 ਇੰਟੈਰੀਓ ਦੇ ਆ, ਉਹ 'ਚ 19 ਜਿਹੜੇ ਆ ਸਾਡੇ ਸ਼ਹਿਰ ਦੇ ਆ, ਬਰੈਂਪਟਨ ਦੇ। ਤੇ ਫਿਰ ਅਸੀਂ ਇਹ ਜ਼ਰੂਰ ਕੁਐਸਚਨ ਕਰਦੇ ਹਾਂ ਕਿ ਜਦੋਂ ਬਾਰਡਰ 'ਤੇ ਅਸੀਂ ਲੰਘਦੇ ਹਾਂ, ਸਾਡੇ ਡਰਾਈਵਿੰਗ ਲਾਇਸੈਂਸ 'ਤੇ ਜਿੱਥੇ ਬਰੈਂਪਟਨ ਲਿਖਿਆ ਹੁੰਦਾ, ਸਾਡੀ ਤਲਾਸ਼ੀ ਬੜੀ ਹੁੰਦੀ ਆ, ਸਾਨੂੰ CBSA ਵਾਲੇ ਜਾਂ ਸਾਨੂੰ ਬੜੇ ਡਿਫਰੈਂਟ ਤਰੀਕੇ ਨਾਲ ਵੇਖਦੇ ਆ। ਤੇ ਕਿਤੇ ਨਾ ਕਿਤੇ ਆਈ ਥਿੰਕ ਇਹ ਬੜੀ ਮਾੜੀ ਚੀਜ਼ ਹੈ, ਮਾੜੀ ਗੱਲ ਹੈ, ਕਿਉਂਕਿ ਜਿੱਥੇ ਤਾਂ ਸਾਰੇ ਸਿੱਖ ਜਿਹੜੇ ਆ, ਸਾਰੀ ਪੰਜਾਬੀ ਕਮਿਊਨਿਟੀ ਜਿਹੜੀ ਆ, ਕਿਤੇ ਵੀ ਦੁਨੀਆ 'ਚ ਪ੍ਰੋਬਲਮ ਆਉਂਦੀ ਆ, ਅਰਥਕਵੇਕ ਆਉਂਦੇ ਆ, ਉੱਥੇ ਜਾਨਾਂ ਬਚਾਉਣ ਵੀ ਜਾਂਦੇ ਆ। ਤੇ ਦੂਜੇ ਪਾਸੇ ਵੇਖੋ ਆਪਾਂ ਹੀ ਆਪਣੇ ਹੱਥੀਂ ਆਪਣੀ ਕਮਿਊਨਿਟੀ ਦਾ ਜਿਹੜਾ ਆ ਜਾਨਾਂ ਗਵਾ ਰਹੇ ਆ, ਜਾਨਾਂ ਲੈ ਰਹੇ ਆ, ਯੰਗ ਬੱਚਿਆਂ ਦੀ ਜ਼ਿੰਦਗੀਆਂ ਬਰਬਾਦ ਕਰ ਰਹੇ ਆ, ਔਰ ਕਿੰਨੇ ਲੋਕ ਜਿਹੜੇ ਆ ਉਹ ਇਹਨਾਂ ਨਾਲ ਜਿਹੜਾ ਹੁੰਦਾ। ਤੁਹਾਡਾ ਕੀ ਪ੍ਰਤੀਕਿਰਿਆ ਰਹੀ ਆ ਜਦੋਂ ਇਹ ਨਿਊਜ਼ ਜਿਹੜੀ ਆਈ ਔਰ ਉਹਦੇ 'ਚ ਬਰੈਂਪਟਨ ਹਾਈਲਾਈਟ ਹੋਇਆ, ਆਪਣੀ ਕਮਿਊਨਿਟੀ ਹਾਈਲਾਈਟ ਹੋਈ? ਹੁਣ ਨਾ ਪੜ੍ਹ ਕੇ ਤਾਂ ਸਾਨੂੰ ਕੋਈ ਨਹੀਂ ਕਹਿ ਸਕਦਾ ਜੀ ਇਹ ਨਾਂ ਸਾਡੇ ਨਹੀਂ ਹੈਗੇ, ਬਿਲਕੁਲ ਨਹੀਂ, ਹਾਂਜੀ, ਠੀਕ ਹੈ ਜੀ। ਜੇ ਉਸ ਤਰ੍ਹਾਂ ਨਾ ਆਉਂਦੇ ਤੇ ਵੱਖਰੀ ਗੱਲ ਆ,
ਤੇ ਇਹ ਕੀ ਇੰਨਾ ਜਿਹਾ ਲਾਲਚ ਜਿਹੜਾ ਪੈਸੇ ਦਾ ਜਾਂ ਸ਼ਾਰਟਕਟ ਜ਼ਿੰਦਗੀ ਦੇ ਆ ਉਹਦੇ ਉੱਤੇ ਜਿਹੜਾ ਕੋਈ ਰਿਹਾ ਹੀ ਨਹੀਂ ਹੈ ਐਥਿਕਸ ਕਿ ਨਹੀਂ ਜੀ ਜੋ ਮਰਜ਼ੀ ਹੈ ਤੁਸੀਂ ਕੰਮ ਸਹੀ ਹੈ ਗਲਤ ਹੈ ਕਿਸੇ ਦਾ ਜੀ ਮਰ ਰਿਹਾ ਨਹੀਂ ਮਰ ਰਿਹਾ ਮਗਰ ਸਾਡਾ ਪੈਸਾ ਬਣਨਾ ਚਾਹੀਦਾ। ਇਹ ਤੁਸੀਂ ਕਿ ਤੁਹਾਡੀ ਕੀ ਰਿਐਕਸ਼ਨ ਸੀਗਾ? ਮਾੜੀ ਗੱਲ ਹੈ ਜੀ, ਮਾੜੀ ਗੱਲ ਹੈ ਜੀ, ਬਹੁਤ ਅਫਸੋਸ ਹੁੰਦਾ ਇਹ ਦੇਖ ਕੇ। ਦੇਖੋ ਨਾਮ ਬਣਾਉਣ ਨੂੰ ਸਦੀਆਂ ਲੱਗ ਜਾਂਦੀਆਂ ਨੇ ਤੇ ਬਦਨਾਮ ਹੋਣ ਨੂੰ ਤਾਂ 1 ਮਿੰਟ ਹੀ ਲੱਗਣਾ ਜੀ। ਬਿਕੋਜ਼ ਕੀ ਹੋਇਆ ਕਿ ਹੁਣ ਇਹ ਨਹੀਂ ਹੈ ਕਿ ਇਕੱਲੀ ਸਾਡੀ ਕਮਿਊਨਿਟੀ ਦੇ ਲੋਕ ਡਰੱਗ ਕਰਦੇ ਨੇ ਜਾਂ ਡਰੱਗ ਟਰੈਫਿਕਿੰਗ ਕਰਦੇ ਨੇ, ਬਾਕੀ ਸਾਰੀਆਂ ਕਮਿਊਨਿਟੀਜ਼ ਵੀ ਕਰਦੀਆਂ ਨੇ। ਆਪਾਂ ਵਾਈਟਸ ਵੀ ਕਰਦੇ ਨੇ, ਯੂਰਪੀਅਨਸ ਵੀ ਕਰਦੇ ਨੇ, ਸਾਰੇ ਕਰਦੇ ਨੇ। ਬਟ ਹੁੰਦਾ ਕੀ ਹੈ ਕਿ ਸਾਡੇ ਲੋਕ ਜ਼ਿਆਦਾ ਹਾਈਲਾਈਟ ਵੀ ਹੁੰਦੇ ਨੇ ਤੇ ਬਿਕੋਜ਼ ਮੈਂ ਕੀ ਜੀ ਇਹ ਗੱਲ ਨਾਲ ਤੁਹਾਡੇ ਨਾਲ ਸਹਿਮਤ ਨਹੀਂ। ਦੇਖੋ ਅਸੀਂ ਇਹ ਨਹੀਂ ਕਹਿ ਸਕਦੇ ਕਿ ਬਈ ਅਸੀਂ ਗੱਲ ਵੀ ਦੇਖੋ ਇਟਾਲੀਅਨ ਜਿਹੜੇ ਆ ਉਹ ਇਸ ਚੀਜ਼ 'ਚ ਕਦੀ ਨਹੀਂ ਦਿਖੇ ਜਾਂ ਕੁਝ ਜੀ ਫਲਾਣਾ ਨਹੀਂ ਦਿਖਿਆ ਜਿੱਥੇ ਜੀ ਅਰਥਕੁਏਕ ਆ ਗਈ ਭਾਵੇਂ ਸੀਰੀਆ 'ਚ ਕਿਤੇ ਪ੍ਰੋਬਲਮ ਆ ਰਹੀ ਆ ਹੈਲਪ ਕਰਨ ਸਿੱਖ ਉੱਥੇ ਜਾ ਰਹੇ ਬਿਲਕੁਲ ਜਾਂਦੇ ਨੇ। ਮੈਂ ਇਸ ਕਰਕੇ ਐਗਰੀ ਨਹੀਂ ਕਰਦਾ ਤੁਹਾਡੇ ਨਾਲ ਪਾਰਸ਼ਲੀ। ਨਹੀਂ ਦੇਖੋ ਤੁਸੀਂ ਕਹੋ ਜੀ ਇਟਾਲੀਅਨ ਵੀ ਕਰਦੇ ਆ ਦੂਜੇ ਵੀ ਕਰਦੇ ਆ ਤੇ ਵੀ ਨਹੀਂ ਮੈਂ ਡਰੱਗਸ ਦੀ ਗੱਲ ਕਰ ਰਿਹਾ ਜੀ, ਜੋ ਮਰਜ਼ੀ ਹੋਏ। ਹਾਂਜੀ ਦੇਖੋ ਸਾਡਾ ਇੱਕ ਪੰਥ ਇਹੋ ਜਿਹਾ ਜਿੱਥੇ ਅਸੀਂ ਇਨਸਾਨੀਅਤ ਅਸੀਂ ਮਰਦੇ ਦੇ ਮੂੰਹ 'ਚ ਪਾਣੀ ਪਾਉਂਦੇ ਆ, ਮਾਰਦੇ ਨਹੀਂ ਉਹਨੂੰ। ਅਸੀਂ ਨਸ਼ਿਆਂ ਤੇ ਨਹੀਂ ਲਾਉਂਦੇ, ਸਾਡੇ ਧਰਮ ਦੇ ਅਗੇਂਸਟ ਹੈ, ਧਰਮ ਦੇ ਅਗੇਂਸਟ ਹੈ ਜੀ। ਹਾਂਜੀ ਸਾਰੀਆਂ ਚੀਜ਼ਾਂ ਸਾਡੀਆਂ ਅਗੇਂਸਟ ਹੈ ਔਰ ਸਾਡੀ ਕਮਿਊਨਿਟੀ ਬੜੀ ਮਿਹਨਤ ਕਰਕੇ ਨਾਮ ਬਣਾ ਰਹੀ ਹੈ। ਉਹੀ ਕਹਿ ਰਹੇ ਕਿ ਨਾਮ ਬਣਾਉਣ ਨੂੰ ਤਾਂ ਸਦੀਆਂ ਲੱਗ ਜਾਂਦੀਆਂ ਨੇ। ਅਸੀਂ ਆਏ ਆ ਇੱਥੇ, ਸਾਡੇ ਬਜ਼ੁਰਗਾਂ ਨੇ ਮਿਹਨਤਾਂ ਕੀਤੀਆਂ ਨੇ ਤਾਂ ਹੀ ਅੱਜ ਅਸੀਂ ਇਹੋ ਜਿਹੇ ਪਲੇਟਫਾਰਮ ਤੇ ਬੈਠ ਕੇ ਆਪਣੀ ਗੱਲ ਰੱਖ ਸਕਦੇ ਆ। ਤੇ ਉਸ ਚੀਜ਼ 'ਚ ਮੈਂ ਬਿਲਕੁਲ ਹੈ ਜੀ। ਅਸੀਂ ਹਮੇਸ਼ਾ ਦੇਖਿਆ ਕਿ ਜਿੱਥੇ ਵੀ ਦੁਨੀਆ 'ਚ ਆਪਦਾ ਆਈ ਹੈ ਜਾਂ ਕੋਈ ਵੀ ਪ੍ਰੋਬਲਮ ਆਈ ਹੈ, ਸਿੱਖ ਕੌਮ ਇਹੋ ਜਿਹੀ ਰਹੀ ਹੈ ਜਿਹਨੇ ਸਭ ਤੋਂ ਅੱਗੇ ਹੋ ਕੇ ਵੱਧ ਚੜ੍ਹ ਕੇ। ਤੁਹਾਡਾ ਰਿਐਕਸ਼ਨ ਕੀ ਸੀਗਾ? ਹਾਊ ਵਾਸ ਇਟ? ਨਾ ਪੜ੍ਹ ਕੇ ਤੁਹਾਨੂੰ ਇਟ ਇਜ਼ ਅਨਫੋਰਚੂਨੇਟ ਜੀ, ਬੁਰਾ ਲੱਗਦਾ ਸੁਣ ਕੇ ਇਹ ਕਿ ਕਿਤੇ ਤਾਂ ਮੈਜੋਰਿਟੀ ਆਫ ਦੀ ਪੋਪੂਲੇਸ਼ਨ ਜਿਹੜੀ ਹੈ ਉਹ ਮਿਹਨਤਾਂ ਕਰਦੀ ਹੈ, ਡਬਲ ਸ਼ਿਫਟਾਂ ਲਾਉਂਦੀ ਹੈ ਨਾ ਜੀ, ਇੰਨਾ ਮਿਹਨਤ ਕਰਦੇ ਨੇ, ਲੇਕਿਨ ਕੁਝ ਜਿਹੜੇ ਮਾੜੇ ਅੰਸ਼ਰ ਨੇ ਉਹ ਸੁਸਾਇਟੀ 'ਚ ਸਾਡਾ ਨਾਮ ਬਦਨਾਮ ਕਰਦੇ ਨੇ। ਮੈਨੂੰ ਗੱਲ ਇਹ ਹੈ ਕਿ ਇੱਥੇ ਅਫਸੋਸ ਇਸ ਚੀਜ਼ ਦਾ ਹੁੰਦਾ ਆ ਕਿ ਸਾਡੀ ਕਮਿਊਨਿਟੀ ਦੀ ਇੱਕ ਕਮੀ ਜ਼ਰੂਰ ਵੱਡੀ ਰਹੀ ਹੈ ਕਿ ਅਸੀਂ ਮਾੜੀ ਚੀਜ਼ ਹੋ ਰਹੀ ਹੋਏ ਨਾ। ਦੇਖੋ ਸ਼ਹਿਰ ਬਰੈਂਪਟਨ ਦੇ ਵਿੱਚ ਮੈਰੀਜੁਆਨਾ ਦੇ ਸਟੋਰ ਆ ਰਹੇ ਆ ਤੇ ਅਸੀਂ ਰੌਲਾ ਪਾ ਦੇਣਾ, ਠੀਕ ਹੈ ਜੀ, ਪਰ ਸਾਡੇ ਸਾਹਮਣੇ ਪਤਾ ਹੈ ਕਿ ਆ ਬੰਦਾ ਡਰੱਗ ਕਰ ਰਿਹਾ, ਇਹ ਡਰੱਗ ਵੇਚ ਰਿਹਾ, ਇਹ ਸੱਤਿਆਨਾਸ਼ ਕਰ ਰਿਹਾ ਸਾਡੀ ਕਮਿਊਨਿਟੀ ਦਾ। ਇਹ ਬੰਦਾ ਜੀ ਉਹਨਾਂ ਨੂੰ ਅਸੀਂ ਨਾ ਦੇ ਅਸੀਂ ਉਹਨਾਂ ਨੂੰ ਗੁਰਦੁਆਰੇ ਜਾਣ ਤੋਂ ਗੁਰਦੁਆਰੇ ਬੈਨ ਕਰਨਾ, ਨਾ ਅਸੀਂ ਉਹਨਾਂ ਨੂੰ ਐਜ਼ ਅ ਕਮਿਊਨਿਟੀ ਉਹਨਾਂ ਨੂੰ ਅਸੀਂ ਜਿੱਦਾਂ ਕਹਿੰਦੇ ਆ ਵੀ ਉਹਨਾਂ ਨੂੰ ਅਸੀਂ ਸਾਈਡਲਾਈਨ ਕਰਨਾ। ਜੇ ਕੋਈ ਬੰਦਾ ਗਲਤ ਕਰ ਰਿਹਾ ਉਦੋਂ ਆਪਾਂ ਅੱਖਾਂ ਬੰਦ ਕਰ ਲੈਂਦੇ, ਉਦੋਂ ਅੱਖਾਂ ਮੀਟ ਕੇ ਅਸੀਂ ਉਹਨਾਂ ਨੂੰ ਸਟਾਰ ਬਣਾਉਂਦੇ ਆ, ਅਸੀਂ ਉਹਨਾਂ ਨੂੰ ਰੋਲ ਮਾਡਲ ਬਣਾ ਦਿੰਦੇ ਆ, ਅਸੀਂ ਉਹਨਾਂ ਨੂੰ ਇੱਜ਼ਤ ਵੀ ਉਵੇਂ ਦੇਈ ਜਾ ਰਹੇ ਆ। ਤੇ ਕਿਵੇਂ ਜਿਹੜੇ ਆ ਇੱਕ ਉਹ ਸਾਡੀ ਕਮਿਊਨਿਟੀ ਦੀ ਬਹੁਤ ਵੱਡੀ ਕਮਜ਼ੋਰੀ ਹੈ। ਹਾਂਜੀ ਕਿ ਜਿੱਥੇ ਕੋਈ ਗਵਰਨਮੈਂਟ ਨੇ ਕਰਨਾ ਹੈ ਕੁਛ ਅਸੀਂ ਰੌਲਾ ਪਾ ਦੇਣਾ। ਜੇ ਸਿਟੀ ਨੇ ਮੈਰੀਜੁਆਨਾ ਦੇ 2 ਸਟੋਰ ਖੋਲ੍ਹ ਲਏ, ਉੱਥੇ ਸਾਡੇ ਜੀ ਬੱਚਿਆਂ ਨੂੰ ਨਸ਼ੇ ਦਾ ਅਸਰ ਹੋ ਜਾਏਗਾ। ਉੱਥੇ ਸਾਡੇ ਜਿਹੜੇ ਆ ਅਸੀਂ ਗੱਲ ਕਰਦੇ ਹਾਂ ਜੀ ਉੱਥੇ ਸਾਡੀ ਰਿਲੀਜਨ ਦੇ ਅਗੇਂਸਟ ਹੈ ਮੈਰੀਜੁਆਨਾ। ਤੇ ਜਿੱਥੇ ਸਾਡੇ ਆਪ ਅਸੀਂ ਜਿਹੜੇ ਡਰੱਗ ਵੀ ਵੇਚ ਰਹੇ ਆ, ਸਾਨੂੰ ਪਤਾ ਵੀ ਆ ਵੀ ਚੱਲ ਰਿਹਾ ਸਾਰਾ ਕੁਛ, ਉੱਥੇ ਅਸੀਂ ਕੋਈ ਸਵਾਲ ਨਹੀਂ ਕਰਨਾ। ਉੱਥੇ ਅਸੀਂ ਨਾ ਕੋਈ ਕਲੈਕਟਿਵਲੀ ਗੱਲ ਕਰਨੀ ਹੈ, ਨਾ ਕਿਤੇ ਗੁਰਦੁਆਰਿਆਂ ਅਪੀਲ ਲਾਉਣੀ ਹੈ, ਨਾ ਕਿਤੇ ਹੋਰ ਜਿਹੜੇ ਲੋਕ ਜਿਹੜੇ ਕਮਿਊਨਿਟੀ ਦੇ ਲੀਡਰ ਨੇ ਉਹਨਾਂ ਨੇ ਕੋਈ ਗੱਲ ਕਰਨੀ ਹੈ। ਸੋ ਇਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਸਾਡਾ ਡਬਲ ਸਟੈਂਡਰਡ ਹੈ। ਹਾਂ ਉਹਦੇ ਕਰਕੇ ਜਿਹੜਾ ਆ ਉਹ ਔਰ ਜੇ ਤੁਸੀਂ ਵੈਸੇ ਵੇਖੋ ਤੇ ਇਹ ਬੜੀ ਸਾਡੇ ਲਈ ਮਾੜੀ ਚੀਜ਼ ਹੈ। ਸਾਡਾ ਯੂਥ ਖਰਾਬ ਹੋ ਰਿਹਾ। ਅਸੀਂ ਪੰਜਾਬ ਦੇ ਵਿੱਚ ਲੋਕਾਂ ਨੂੰ ਦੋਸ਼ ਲਾਉਂਦੇ ਸੀਗੇ ਕਿ ਜੀ ਉੱਥੇ ਅਕਾਲੀਆਂ ਨੇ ਆਹ ਕਰਤਾ, ਉੱਥੇ ਜੀ ਕੈਪਟਨ ਨੇ ਆਹ ਨਹੀਂ ਕੀਤਾ। ਪਰ ਮੈਂ ਗੱਲ ਕਰਦਾ ਵੇਖੋ ਪੰਜਾਬ ਤੇ ਚਲੋ ਪੰਜਾਬ ਵਾਲੇ ਸੰਭਾਲਣਗੇ ਤੇ ਜਿਹੜੇ ਹੁਣ ਇੱਥੇ ਇੰਡੋ ਕੈਨੇਡੀਅਨ ਆਡੀ ਇੱਥੇ ਪੰਜਾਬੀ ਕਮਿਊਨਿਟੀ ਆ, ਇੱਥੇ ਜਿਹੜਾ ਪੰਜਾਬ ਬੈਠਾ ਉਹਨੂੰ ਸੰਭਾਲਣ ਵਾਲਾ ਜੇ ਕਿਸੇ ਨੂੰ ਇਹ ਲੱਗਦਾ ਨਾ ਕਿ ਅੱਜ ਮੇਰੇ ਬੱਚੇ ਜਾਂ ਮੇਰੇ ਪਰਿਵਾਰ ਤੇ ਇਸ ਚੀਜ਼ ਦਾ ਕੋਈ ਫਰਕ ਨਹੀਂ ਪੈ ਰਿਹਾ, ਹੋ ਸਕਦਾ ਅੱਜ ਨਾ ਪੈ ਰਿਹਾ ਹੋਵੇ, ਬਟ ਇਸ ਚੀਜ਼ ਦੀ ਕੋਈ ਗਰੰਟੀ ਨਹੀਂ ਹੈ ਕਿ ਅਗਲੇ 5 ਸਾਲਾਂ 'ਚ ਵੀ ਨਹੀਂ ਪਊਗਾ। ਸੋ ਇਸ ਕਰਕੇ ਜਿਹੜੀ ਚੀਜ਼ ਹੈ ਉਹਨੂੰ ਜੇ ਆਪਾਂ ਸਟਾਰਟਿੰਗ ਤੋਂ ਹੀ ਕੰਟਰੋਲ ਨਹੀਂ ਕਰਾਂਗੇ, ਬਿਕੋਜ਼ ਜੇ ਆਪਾਂ ਪੰਜਾਬ 'ਚ ਗੱਲ ਕਰਦੇ ਹਾਂ ਕਿ ਨਸ਼ਾ ਰਾਤੋਂ ਰਾਤ ਨਹੀਂ ਵੱਧ ਗਿਆ ਜੀ, ਉਹ ਵੀ ਸਾਲਾਂ ਲੱਗੇ, ਹੌਲੀ ਹੌਲੀ ਉਹ ਪੈਨੀਟਰੇਟ ਕਰਦਾ ਗਿਆ ਤੇ ਜਨਰੇਸ਼ਨਾਂ ਦੀਆਂ ਜਨਰੇਸ਼ਨਾਂ ਉਜੜੀਆਂ ਨੇ ਜੀ ਉੱਥੇ। ਤੇ ਜੇ ਆਪਾਂ ਨੂੰ ਅੱਜ ਇੱਥੇ ਲੱਗਦਾ ਕਿ ਨਹੀਂ ਉਹ 10 ਕੁ ਬੰਦੇ ਹੀ ਨੇ, ਉਹਨਾਂ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ, ਤਾਂ ਇਹ ਚੀਜ਼ ਸਾਨੂੰ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਕਿ ਇਹ ਚੀਜ਼ਾਂ ਨੂੰ ਟਾਈਮ ਲੱਗਦਾ, ਬਟ ਇੱਕ ਵਾਰ ਜੇ ਪੈਨੀਟਰੇਟ ਕਰ ਗਈਆਂ ਤਾਂ ਕੱਢਣ ਨੂੰ ਸਾਲਾਂ ਲੱਗ ਜਾਣੇ ਆ ਜੀ। ਫਿਰ ਬਿਲਕੁਲ ਸਹੀ ਗੱਲ ਹੈ ਜੀ। ਬਾਕੀ ਅਸੀਂ ਜੇ ਗੱਲ ਕਰ ਲਈ ਹੈ ਇਸ ਵੇਲੇ ਕਿ ਇਸ ਹਫ਼ਤੇ 'ਚ ਜਿਹੜੀ ਆ ਇੱਕ ਨਿਊਜ਼ ਹੋਰ ਵੀ ਆਈ ਹੈ ਕਿ
ਬਹੁਤ ਸਾਰੀਆਂ ਪੰਜਾਬ ਦੇ ਉੱਤੇ ਗੱਲਾਂ ਆ ਰਹੀਆਂ ਨੇ। ਨਵਜੋਤ ਸਿੰਘ ਸਿੱਧੂ ਬੜੇ ਚਰਚਾ 'ਚ ਨੇ, ਕੁੰਵਰ ਪ੍ਰਤਾਪ ਸਿੰਘ ਬੜੇ ਚਰਚਾ 'ਚ ਨੇ, ਤੇ ਬਿੱਟੂ ਵੀ ਬੜਾ ਚਰਚਾ 'ਚ ਹੈ, ਠੀਕ ਹੈ। ਤੇ ਸਾਨੂੰ ਇਹ ਜ਼ਰੂਰ ਗੱਲਬਾਤ ਕਰਨੀ ਚਾਹੀਦੀ ਹੈ ਕਿ ਇਹ ਲੜਾਈ ਕਾਹਦੀ ਹੈ। ਵੇਖੋ ਬਿੱਟੂ ਔਰ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਲੜਾਈ ਚੱਲ ਰਹੀ ਹੈ, ਉਹਦੇ 'ਚ ਤੁਹਾਨੂੰ ਕੀ ਲੱਗਦਾ ਕਿ ਕੌਣ ਜਿੱਤੇਗਾ? ਲੜਾਈ ਇਸ ਚੀਜ਼ ਦੀ ਹੈ ਕਿ ਅਗਲਾ ਪ੍ਰਧਾਨ, ਲੜਾਈ ਤਾਂ ਪਾਵਰ ਦੀ ਹੈ, ਅਗਲਾ ਚੀਫ ਮਿਨਿਸਟਰ ਕੌਣ ਬਣੇਗਾ, ਜਾਂ ਅਗਲਾ ਚੌਧਰੀ ਕਿੰਨੇ ਬਣਨਾ? ਚੌਧਰ ਦੀ ਹੋਈ ਲੜਾਈ ਹੈ ਜੀ, ਹੋਰ ਕਿਸੇ ਗੱਲ ਦੀ ਲੜਾਈ ਨਹੀਂ ਹੈ। ਬਿਕੋਜ਼ ਜਿਹੜੇ ਸਿੱਧੂ ਸਾਹਿਬ ਨੇ ਉਹ ਵੀ ਆਪਣੇ ਆਪ ਨੂੰ ਇੱਕ ਜ਼ਿਆਦਾ ਵੱਡਾ ਰੋਲ ਚਾਹੁੰਦੇ ਨੇ, ਉਹਨਾਂ ਜੱਗ ਜ਼ਾਹਿਰ ਹੈ ਜੀ ਇਹ ਗੱਲ। ਤੇ ਹੁਣ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਆਪਣਾ ਰਵਨੀਤ ਬਿੱਟੂ ਦੇ ਵੀ ਐਸਪੀਰੇਸ਼ਨਸ ਨੇ, ਉਹਨਾਂ ਦੀ ਲੈਗੇਸੀ ਵੀ ਹੈ, ਹਿਸਟਰੀ ਵੀ ਰਹੀ ਹੈ, ਤੇ ਉਹ ਆਪਣੇ ਉਹਨਾਂ ਦੇ ਫਾਦਰ ਸਾਹਿਬ ਵੀ ਸੀਗੇ, ਤੇ ਚਾਹੁੰਦੇ ਨੇ ਕਿ ਮੈਨੂੰ ਵੀ ਵੱਡਾ ਰੋਲ ਮਿਲੇ ਸੂਬੇ 'ਚ। ਸੋ ਇੰਟਰਸਟਿੰਗ ਰਹੂਗਾ ਜੀ ਦੇਖਣਾ। ਬਟ ਮੈਂ ਪਰਸਨਲੀ ਅਸੀਂ ਜਦੋਂ ਦੇ ਦੇਖਣ ਲੱਗੇ ਹਾਂ ਜੀ, ਸਿਰਫ 2 ਹੀ ਚਿਹਰੇ ਨੇ ਜੀ ਜਿਹੜੇ ਬਣੇ ਨੇ, ਜਿਨ੍ਹਾਂ ਦੇ ਹੱਥ 'ਚ ਕਮਾਨ ਆਈ ਹੈ, ਜਾਂ ਕੈਪਟਨ ਅਮਰਿੰਦਰ ਸਿੰਘ ਜੀ ਰਹੇ ਨੇ, ਜਾਂ ਪ੍ਰਕਾਸ਼ ਸਿੰਘ ਬਾਦਲ ਜੀ ਰਹੇ ਨੇ। ਆਈ ਥਿੰਕ ਪਿਛਲੇ ਮੋਰ ਦੈਨ 2 ਡੈਕੇਡਸ ਤੋਂ ਕਦੇ ਉਹ ਆ ਰਹੇ ਨੇ, ਕਦੇ ਉਹ ਆ ਰਹੇ ਨੇ। ਸੋ ਪਰ ਸਾਨੂੰ ਲੱਗਦਾ ਕਿ ਵੀ 2022 ਦੇ ਵਿੱਚ ਕੋਈ ਨਵਾਂ ਚਿਹਰਾ ਜ਼ਰੂਰ ਆਏਗਾ, ਆਉਣਾ ਚਾਹੀਦਾ, ਕਿਉਂਕਿ ਕੈਪਟਨ ਸਾਹਿਬ ਹੁਣ ਥੱਕ ਗਏ। ਉਹਨਾਂ ਦਾ ਜਿਹੜਾ ਈਵਨ ਜਿਹੜੇ MLA ਨੇ ਉਹਨਾਂ ਨੂੰ ਨਹੀਂ ਮਿਲਦੇ। ਬੇਸ਼ੱਕ ਉਹਨਾਂ ਨੇ ਵੇਖੋ ਪੰਜਾਬ ਦੇ ਵਿੱਚ ਇੱਕ ਕੇਰਲਾ ਤੋਂ ਇਲਾਵਾ ਇੱਕ ਸਟੇਟ ਸੀਗੀ ਜਿੱਥੇ ਕਾਂਗਰਸ ਨੇ ਵਧੀਆ ਕੀਤਾ, ਤੇ ਅਜੇ ਵੀ ਜਿੱਥੇ ਦੀ ਜੋ ਸਿਚੁਏਸ਼ਨ ਬਣੀ ਹੋਈ ਹੈ, ਚਾਂਸਸ ਇਹੀ ਨੇ ਕਿ ਵੀ ਟੱਕਰ ਜਿਹੜੀ ਹੈ ਉਹ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਹੋਣੀ ਹੈ। ਤੇ ਆਮ ਆਦਮੀ ਪਾਰਟੀ ਕੋਈ ਇਹੋ ਜਿਹੇ ਚਿਹਰਾ ਨਹੀਂ ਹੈ। ਉਹ ਗੱਲਬਾਤ ਜ਼ਰੂਰ ਕਰ ਰਹੇ ਨੇ ਕਿ ਸਿੱਧੂ ਸਾਹਿਬ ਸ਼ਾਇਦ ਆਮ ਆਦਮੀ ਪਾਰਟੀ ਚੱਲ ਜਾਣ, ਪਰ ਲੱਗਦਾ ਨਹੀਂ, ਕਿਉਂਕਿ ਫਿਰ ਤਾਂ ਉਹਨਾਂ ਦੀ ਵੈਲਿਊ ਬਿਲਕੁਲ ਖਤਮ ਹੋ ਜਾਏਗੀ। ਫਿਰ ਤਾਂ ਉਹ ਕਹਿੰਦੇ ਨਾ ਘਰ ਦਾ ਨਾ ਘਾਟ ਦਾ, ਕਦੀ BJP 'ਚ ਵੜ ਗਏ, ਕਦੀ ਕਾਂਗਰਸ 'ਚ ਆ ਗਏ, ਕਦੀ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ 'ਚ ਵੜ ਗਏ। ਇਹ ਆਮ ਆਦਮੀ ਪਾਰਟੀ ਵੀ ਸ਼ਾਇਦ ਇਹ ਚੀਜ਼ ਲਈ ਜਿਹੜੀ ਆ, ਬੇਸ਼ੱਕ ਉਹ ਕਹਿ ਰਹੇ ਨੇ ਕਿ ਅਸੀਂ ਉਹਨਾਂ ਨੂੰ ਜੇ ਆਉਂਦੇ ਆ ਤੇ ਅਸੀਂ ਉਹਨਾਂ ਨੂੰ ਲਵਾਂਗੇ ਆਪਣੀ ਪਾਰਟੀ ਦੇ ਵਿੱਚ, ਪਰ ਸਿੱਧੂ ਸਾਹਿਬ ਨੇ। ਤੇ ਦੂਸਰਾ ਚੀਜ਼ ਇਹ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਜਿਹੜੀ ਇਹ ਟੱਕਰ ਚੱਲ ਰਹੀ ਹੈ ਇਹਦੇ 'ਚ ਕਾਂਗਰਸ ਹਾਈ ਕਮਾਂਡ ਜਿਹੜੀ ਆ ਇਹ ਐਵੇਂ ਚੱਲਣ ਦੇਵੇਗੀ, ਕਿਉਂਕਿ ਇਹ ਜਿਹੜੀ ਲੜਾਈ ਆ ਇਹ ਗੰਦਲੀ ਹੋਈ ਜਾ ਰਹੀ ਹੈ। ਔਰ ਪੰਜਾਬ ਕਾਂਗਰਸ ਲਈ ਇਹ ਲੜਾਈ ਜਿਹੜੀ ਹੈ ਚੰਗੀ ਨਹੀਂ, ਕਿਉਂਕਿ ਦੋਨੋਂ ਹੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜ਼ਰੂਰ ਪਿੱਛੇ ਲੋਕ ਇਹਨਾਂ ਦੇ ਜਿਹੜੇ ਆ ਉਹ ਹੈਗੇ ਨੇ, ਚਾਹੇ ਉਹ ਰਵਨੀਤ ਬਿੱਟੂ ਨੇ, ਚਾਹੇ ਉਹ ਨਵਜੋਤ ਸਿੰਘ ਸਿੱਧੂ ਨੇ। ਪਰ ਆਈ ਥਿੰਕ ਜਿਹੜੀ ਕਾਂਗਰਸ ਹਾਈ ਕਮਾਂਡ ਹੈ ਉਹਨੂੰ ਕਿਤੇ ਨਾ ਕਿਤੇ ਆਪਣਾ ਪੈਰ ਥੱਲੇ ਰੱਖਣਾ ਪੈਣਾ, ਬਿਕੋਜ਼ ਕਾਂਗਰਸ 'ਚ ਸਭ ਤੋਂ ਪਿਛਲੇ ਕੁਛ ਟਾਈਮ ਤੋਂ ਸਭ ਤੋਂ ਵੱਡੀ ਪ੍ਰੋਬਲਮ ਹੀ ਕਾਂਗਰਸ 'ਚ ਇਨ ਫਾਈਟਿੰਗ ਦੀ ਰਹੀ ਆ, ਕਿ ਡਿਸਾਈਸਿਵਨੈਸ ਦੀ ਸਾਨੂੰ ਕਮੀ ਕਿਤੇ ਨਾ ਕਿਤੇ ਦੇਖਣ ਦੀ ਮਿਲੀ ਆ। ਸੋ ਕਾਂਗਰਸ ਲੀਡਰਸ਼ਿਪ 'ਤੇ ਹੈ ਜੀ ਓਨਸ ਕਿ ਉਹ ਇਸ ਚੀਜ਼ ਨੂੰ ਸੋਲਵ ਕਰਨ, ਬਿਕੋਜ਼ ਪੰਜਾਬ 'ਚ ਬਹੁਤ ਜ਼ਿਆਦਾ ਪੋਲੀਟੀਕਲੀ ਅਪਹੀਵਲ ਇਸ ਟਾਈਮ ਚੱਲ ਰਹੀ ਆ। ਕਿਸਾਨੀ ਮੁੱਦਾ ਵੀ ਹੈ ਜੀ, ਆਪਣਾ ਬੇਅਦਬੀ ਵਾਲਾ ਵੀ ਹੁਣ ਹਾਈਲਾਈਟ ਦੁਬਾਰ ਤੋਂ ਹੋ ਗਿਆ, ਤੇ ਕਰੋਨਾ ਦਾ ਤਾਂ ਰਹਿਣਾ ਹੀ ਰਹਿਣਾ ਜੀ। ਸੋ ਦੇਰ ਇਜ਼ ਸੋ ਮਚ ਗੋਇੰਗ ਔਨ। ਸੋ ਪਰ ਤੁਸੀਂ ਜਿਹੜੀ ਗੱਲ ਕੀਤੀ ਹੈ, ਵੇਖੋ ਜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੀ ਗੱਲ ਹੈ, ਉੱਥੇ ਹੀ ਮੇਰਾ ਹਮੇਸ਼ਾ ਸਵਾਲ ਇਹ ਆਉਂਦਾ ਕਿ ਅਸੀਂ ਵੇਖੋ ਜੀ ਅਸੀਂ ਕੈਨੇਡਾ ਦੀ ਗੱਲ ਕੀਤੀ ਜਾਏ, ਅਸੀਂ 1984 ਨੂੰ ਨਹੀਂ ਭੁੱਲਣ ਦੀ ਕੋਸ਼ਿਸ਼ ਕਰਦੇ, ਅਸੀਂ ਦਿੱਲੀ ਦੰਗਿਆਂ ਨੂੰ ਭੁੱਲਣ ਦੀ ਕੋਸ਼ਿਸ਼ ਨਹੀਂ ਕਰ ਰਹੇ ਜਿੱਥੇ ਜਾਨਾਂ ਗਈਆਂ, ਤੇ ਅਸੀਂ ਜਿਹੜਾ ਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ ਉਹਦੀ ਵੀ ਗੱਲ ਕਰਦੇ ਹਾਂ, ਬਾਰ-ਬਾਰ ਕਰਦੇ ਹਾਂ, ਔਰ ਅਸੀਂ ਚਾਹੁੰਦੇ ਹਾਂ ਕਿ ਉਹਦਾ ਤੋਂ ਜਿਹੜੇ ਲੋਕ ਨੇ ਉਹਨਾਂ ਨੂੰ ਸਜ਼ਾ ਮਿਲੇ। ਬਿਲਕੁਲ। ਪਰ ਮੇਰਾ ਸਵਾਲ ਹਮੇਸ਼ਾ ਇਹ ਰਿਹਾ ਹੈ ਸਾਡੀ ਕਮਿਊਨਿਟੀ ਉੱਤੇ ਕਿ ਜਿਹੜਾ ਸਭ ਤੋਂ ਮਾੜਾ ਜੇ ਸਾਡੀ ਕਮਿਊਨਿਟੀ ਨਾਲ ਕੋਈ ਕਰ ਰਿਹਾ ਤੇ ਉਹ ਤਾਂ ਅਸੀਂ ਕਿਸੇ ਨੂੰ ਦੋਸ਼ ਦੇ ਸਕਦੇ ਹਾਂ ਜੀ ਉਹ ਭਾਰਤੀ ਸੈਨਾ ਨੇ ਕੀਤਾ, ਕਾਂਗਰਸ ਨੇ ਕਰਾਇਆ, ਪਰ ਬਾਹਰ ਗੱਲ ਘੁੰਮ ਕੇ ਫਿਰ ਉੱਥੇ ਆਉਂਦੀ ਹੈ ਕਿ ਜਿਹੜਾ ਨੁਕਸਾਨ ਅਸੀਂ ਆਪਣੀ ਕਮਿਊਨਿਟੀ ਦਾ ਆਪ ਨਸ਼ੇ ਵੇਚ ਕੇ ਕਰ ਰਹੇ ਹਾਂ, ਅਸੀਂ ਆਪਣੀ ਕਮਿਊਨਿਟੀ ਦਾ ਆਪ ਜਿਹੜਾ ਆ ਆਪਣੇ ਯੰਗ ਬੱਚਿਆਂ ਨੂੰ ਮਾਰ ਰਹੇ ਹਾਂ, ਕਿਸੇ ਦੇ ਪਰਿਵਾਰਾਂ ਨੂੰ ਮਾਰ ਰਹੇ ਹਾਂ, ਉਹਦੇ ਬਾਰੇ ਅਸੀਂ ਕਦੀ ਗੱਲ ਨਹੀਂ ਕੀਤੀ, ਉਹਦੇ ਬਾਰੇ ਅਸੀਂ ਕਦੀ ਕੋਈ ਰੋਸ ਨਹੀਂ ਪ੍ਰਗਟ ਕੀਤਾ, ਕੋਈ ਅਸੀਂ ਸੈਂਟਰਲੀ ਕੋਈ ਵੇਖੋ ਕਿਤੇ ਰੈਲੀ ਨਹੀਂ ਹੋਈ। ਹਾਂਜੀ, ਮੈਨੂੰ ਨਹੀਂ ਲੱਗਦਾ ਕਦੀ ਬਰੈਂਪਟਨ ਦੇ ਵਿੱਚ ਇਸ ਚੀਜ਼ ਦੀ ਰੈਲੀ ਹੋਏ, ਜਦ ਕਿ ਸਾਡਾ ਯੂਥ ਇੱਥੇ 77% ਜਿਹੜੇ ਬੱਚੇ ਨੇ ਉਹ ਨਸ਼ੇ ਖਾ ਰਹੇ ਆ, ਕੁਛ ਨਾ ਕੁਛ ਤਰ੍ਹਾਂ ਦਾ ਨਸ਼ਾ। ਉਹ ਜੇ ਅੱਜ ਦੇ ਦਿਨ ਉਹ ਨਸ਼ੇੜੀ ਨਹੀਂ ਬਣੇ ਪਰ ਨਸ਼ਾ ਖਾ ਰਹੇ ਆ, ਚਾਹੇ ਉਹ ਕੋਈ ਮੈਰੋਨਾ ਖਾ ਰਿਹਾ ਲੈ ਰਿਹਾ, ਚਾਹੇ ਉਹ ਕੋਈ ਓਪੀਅਮ ਖਾ ਰਿਹਾ, ਚਾਹੇ ਉਹ ਕੋਈ ਹੈਰੋਇਨ ਖਾ ਰਿਹਾ, ਕੋਈ ਕੋਕੀਨ ਤੇ ਹੈ, ਕਿਸੇ ਨਾ ਕਿਸੇ ਤਰ੍ਹਾਂ ਦਾ ਨਸ਼ਾ 77% ਜਿਹੜੇ ਨੇ ਬੱਚੇ ਉਹ ਸਾਡੀ ਕਮਿਊਨਿਟੀ ਵਿੱਚ ਲੱਗੇ ਹੋਇਆ। ਹਾਂਜੀ, 31% ਲੜਕੀਆਂ ਨੇ, ਔਰਤਾਂ ਨੇ ਜਿਹੜੀਆਂ ਕਿ ਇਹਨਾਂ, ਪਰ ਕਿਤੇ ਵੀ ਅਸੀਂ ਕਦੀ ਉਸ ਚੀਜ਼ ਦੀ ਰੈਲੀ ਨਹੀਂ ਕੀਤੀ, ਠੀਕ ਹੈ। ਪਰ ਵੇਖੋ ਉਮੀਦ ਇਹੀ ਹੈ, ਬਾਕੀ ਇਹ ਵੀ ਬਹੁਤ ਜ਼ਿਆਦਾ ਸੀਰੀਅਸ ਗੱਲਾਂ ਹੋ ਗਈਆਂ। ਸਾਨੂੰ ਲੱਗਦਾ ਕਿ ਸਾਡਾ ਪ੍ਰੋਗਰਾਮ ਜਿਹੜਾ ਹੈ ਉਹਨੂੰ ਵੀ ਸਾਨੂੰ ਸਮਾਪਤ ਕਰਨ ਦੇ ਆਦੇਸ਼ ਮਿਲ ਚੁੱਕੇ ਆ, ਔਰ ਅਸੀਂ ਪ੍ਰੋਗਰਾਮ ਜਿਹੜਾ ਆ
ਉਹ ਸਮਾਪਤ ਕਰਦੇ ਆ। ਇੱਕ ਵਧੀਆ ਜਿਹਾ ਗਾਣਾ ਸੁਣਦੇ ਤਾਂ ਕਿ ਸੁਣਨ ਵਾਲੇ ਸਾਡੇ ਸਰੋਤੇ ਜਿਹੜੇ ਉਹਨਾਂ ਦਾ ਮੂਡ ਵਧੀਆ ਹੋ ਜੇ। ਹਾਂਜੀ। ਤੇ ਬਹੁਤ ਵਧੀਆ ਦਿਨ ਚੱਲ ਰਹੇ ਨੇ ਤੇ ਬਹੁਤ ਬਹੁਤ ਧੰਨਵਾਦ ਹਰਕੀਰਤ ਹਾਂਜੀ, ਥੈਂਕ ਯੂ ਜੀ। ਤੇ ਮੈਂ ਸਾਰਿਆਂ ਨੂੰ ਸਾਰੇ ਹੀ ਸੁਣਨ ਵਾਲਿਆਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਉਮੀਦ ਹੈ ਕਿ ਕੋਵਿਡ ਵਧੀਆ ਤੁਹਾਡਾ ਨਿਕਲੇ, ਤੁਸੀਂ ਬਚੇ ਰਹੋ ਔਰ ਇਸੇ ਉਮੀਦ ਦੇ ਨਾਲ ਫਿਰ ਅਗਲੇ ਐਤਵਾਰ ਮਿਲਦੇ ਹਾਂ। ਤੁਹਾਡਾ ਰੱਬ ਰਾਖਾ। ਹਾਂਜੀ, ਦੇਖਦੇ ਰਹੋ, ਸੁਣਦੇ ਰਹੋ ਰੇਡੀਓ ਜ਼ਿੰਦਾਬਾਦ। ਯਾ ਥੈਂਕ ਯੂ। ਜੇ ਆਪ ਨਚਾਵੇ ਯਾਰ ਤੇ ਨੱਚਣਾ ਪੈਂਦਾ ਏ। ਜੇ ਆਪ ਨਚਾਵੇ ਯਾਰ ਤੇ ਨੱਚਣਾ ਪੈਂਦਾ ਏ। ਰੁੱਸ ਜਾਵੇ ਦਿਲਦਾਰ ਤੇ ਨੱਚਣਾ ਪੈਂਦਾ ਏ। ਆ ਜਾ ਯਾਰ ਦੇ ਦੀਦਾਰ ਓਏ। ਆ ਜਾ ਯਾਰ ਦੇ ਦੀਦਾਰ। ਮੱਕੇ ਗਿਆ ਗੱਲ ਮੁੱਕਦੀ ਨਹੀਂ। ਭਾਵੇਂ 100 ਜੁਮੇ ਪੜ੍ਹ ਆਈਏ, ਉਹ ਭਾਵੇਂ 100 ਜੁਮੇ ਪੜ੍ਹ ਆਈਏ। ਗੰਗਾ ਗਿਆ ਗੱਲ ਮੁੱਕਦੀ ਨਹੀਂ। The views expressed on the preceding